ਹਠੀ ਤਾਪਸੀ ਮੋੜ ਮੰਤਰ ਮਹਾਨੂ। ਜਿਹੜੇ ਤਪਸਵੀ ਹੁੰਦੇ ਨੇ ਹਠ ਯੋਗ ਹੈ ਤਪ ਹਠੀ ਨਾਲ ਤਾਪਸੀ ਹੈ। ਜਿਹੜਾ ਲੋਕ ਤਪ ਕਰਦੇ ਨੇ ਨਾ, ਜਿਹੜਾ ਕੱਲਾ ਤਪ ਹੈ ਉਹ ਹਠ ਯੋਗ ਹੈ। ਜਿਹੜਾ ਜਪ ਤੇ ਬਾਅਦ ਤਪ ਹੈ ਉਹ ਹਠ ਯੋਗ ਨਹੀਂ, ਉਹ ਗਿਆਨ ਯੋਗ ਹੈ। ਜਿਹੜਾ ਜਪ ਦੇ ਨਾਲ ਤਪ ਹੈ ਨਾ, ਆਪਣੇ ਵੀ ਆਇਆ ਜਪ ਤਪ, ਪਰ ਪਹਿਲਾਂ ਜਪ ਆਇਆ। ਜਪ ਦਾ ਮਤਲਬ ਹੈ ਜਗ ਨੌਲੇਜ ਲੈ ਕੇ, ਜਾਣ ਕੇ, ਸਮਝ ਕੇ। ਪਹਿਲਾਂ ਸਮਝਣਾ ਗੁਰਬਾਣੀ ਕੀ ਕਹਿੰਦੀ ਹੈ, ਜਾਂ ਕੀ ਕਰਨਾ, ਇਹ ਸਮਝ ਕੇ ਕਰਨਾ ਕੰਮ। ਮਨ ਨੂੰ ਰੋਕਣਾ ਮਾਇਆ ਤੋਂ, ਮਨ ਨੂੰ ਸਮਝਾਉਣਾ। ਜੇ ਸਮਝਾਉਣਾ ਹੋਵੇ ਟਿਕ ਕੇ ਬੈਠ ਨਿਆਣੇ ਨੂੰ ਟਿਕ ਕੇ ਬੈਠਣਾ ਹੀ ਨਿਆਣੇ ਦਾ ਤਪ ਹੈ। ਜਾਗ ਦਾ ਚੁੱਪ ਕਰਕੇ ਬੈਠਣਾ ਹੀ ਉਹਦਾ ਤਪ ਹੈ, ਕਿ ਉਹਦੀ ਤਪ ਹੁੰਦਾ ਮਜਬੂਰੀ, ਉਹਦੀ ਆਦਤ ਤੋਂ ਮਜਬੂਰ ਹੈ। ਮਨ ਸੋਚਣ ਦੀ ਆਦਤ ਹੈ ਇਹਨੂੰ, ਇਹ ਤੋਂ ਮਜਬੂਰ ਹੈ। ਮਾਇਆ ਨੂੰ ਦੇਖਣ ਤੋਂ ਮਜਬੂਰ ਹੈ। ਉਹ ਮਜਬੂਰੀ ਜਿਹੜੀ ਹੈਗੀ ਹੈ, ਉਹ ਮਜਬੂਰੀ 'ਚ ਘਟਾਉਣਾ, ਰੋਕਣਾ। ਉੱਧਰੋਂ ਜਿੱਧਰ ਜਾਂਦਾ ਸੁਭਾਅ ਬਣ ਗਿਆ ਜਾਣ ਦਾ। ਬੱਚੇ ਦਾ ਸੁਭਾਅ ਹੈ, ਚਾਰ ਆਦਮੀ ਜਿੱਥੇ ਬੈਠੇ ਨੇ ਉਹਨੇ ਤਾਂ ਆਪਣੀ ਸ਼ਰਾਰਤ ਕਰੀ ਜਾਣਾ, ਬੋਲੀ ਜਾਣਾ। ਉਹਨੂੰ ਚੁੱਪ ਕਰਾ ਕੇ ਬੈਠਣਾ, ਜਿਹੜਾ ਚੁੱਪ ਕਰਕੇ ਬੈਠਣਾ ਹੀ ਉਹਦੇ ਤੇ ਪਾਬੰਦੀ ਹੈ। ਜਿਹੜੀ ਪਾਬੰਦੀ 'ਚ ਰਹਿਣਾ ਤਪ ਹੈ। ਬੰਦਾ ਸੋਚੋ ਰਹੇ ਵਿੱਚ ਬੰਦੀ ਕਾਹਦੇ, ਕਿਉਂ? ਆ ਸ਼ਰਤ ਨਾਲ, ਉੱਥੇ ਸ਼ਰਤ ਨਹੀਂ। ਦੇਖਣ ਕੋ ਦੀਦਾਰ, ਕਿਸੇ ਕੋਈ ਟਾਰਗੇਟ ਹੋਵੇ ਤਪ ਦਾ, ਉੱਥੇ ਟਾਰਗੇਟ ਕੋਈ ਨਹੀਂ ਤਪ ਦਾ। ਉਹਨਾਂ ਦਾ ਟਾਰਗੇਟ ਤਪ ਦਾ ਕੀ ਹੈ ਕਿ ਲੋਕ ਤਪ ਕਰਕੇ ਮੇਰੇ ਤੋਂ ਪ੍ਰਭਾਵਿਤ ਹੋ ਜਾਣਗੇ, ਲੋਕਾਂ 'ਚ ਮੇਰੀ ਵਾਵਾ ਹੋ ਜੂ, ਸਾਧੂ ਹੈ, ਸੰਤ ਹੈ, ਗਾਹਾਂ ਨੂੰ ਸ਼ਰਧਾ ਹੋ ਜੂਗੀ, ਮੇਰੀ ਰੋਟੀ ਪਾਣੀ ਚੱਲ ਪਊ। ਬਸ ਜਿਹਦਾ ਇੰਨਾ ਕੁ ਟਾਰਗੇਟ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਉਹਨੂੰ ਹੋ ਜਾ ਬਣ ਜਾਂਦਾ। ਸਾਡਾ ਦੇਖਣ ਕੋ ਦਾ ਦੀਦਾਰ ਦਾ ਜਿਹੜਾ ਹੈ ਨਾ ਟਾਰਗੇਟ, ਜਪ ਤੋਂ ਬਾਅਦ ਤਪ। ਜਪ ਨਾਲ ਦੀ ਨਾਲ ਰੋਜ਼ ਚੱਲਣਾ, ਅਸਲ ਚੱਲਣਾ ਜਪ ਹੈ, ਤਪ ਨਹੀਂ ਚੱਲਣਾ। ਸਾਡਾ ਤਪ ਨਹੀਂ ਚੱਲਣਾ, ਜਪ ਚੱਲਣਾ। ਜਪ ਗਾਂ ਵਧੀ ਜਾਣਾ, ਉਹਦੀਆਂ ਮਨ ਤੇ ਪਾਬੰਦੀਆਂ ਲੱਗੀ ਜਾਣੀਆਂ। ਜੇ ਮਨ ਲਗਾਤਾਰ ਚੁੱਪ ਕਰਦਾ ਜਾਂਦਾ, ਇੱਛਾ ਨੂੰ ਤਿਆਗਦਾ ਜਾਂਦਾ, ਤਾਂ ਤਪ ਆਪੇ ਹੀ ਹੋ ਰਿਹਾ ਜਪ ਦੇ ਨਾਲ। ਜਪ ਦੇ ਵਿੱਚ ਹੀ ਤਪ ਹੈ ਸਾਡੇ। ਉੱਥੇ ਤਪ ਪ੍ਰਧਾਨ ਹੈ, ਸਾਡੇ ਜਪ ਪ੍ਰਧਾਨ ਹੈ। ਜਪ ਜਿਹੜਾ ਹੈਗਾ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਜਪ ਲਿਖਿਆ ਹੈ। ਮੂਲ ਮੰਤਰ ਦੇ ਥੱਲੇ ਜਪ ਹੈ, ਗੁਰਪ੍ਰਸਾਦ ਤੋਂ ਬਾਅਦ ਜਪ ਹੈ। ਜਪ ਤਾਂ ਸਾਰੀ ਬਾਣੀ ਦੇ ਉੱਤੇ ਆ ਗਿਆ। ਆ ਜਪ ਵੀ ਔਕੜ ਵਾਲਾ ਜਪ, ਵਜ਼ਨਦਾਰ ਜਪ ਹੈ, ਇਕੱਲਾ ਹੀ ਜਪ ਹੈ ਸਾਡੇ। ਜੇ ਪੱਪਾ ਖੁੱਲਾ ਹੁੰਦਾ, ਮੁਕਤਾ ਹੁੰਦਾ, ਫਿਰ ਜਪ ਅਨੰਤ ਪ੍ਰਕਾਰ ਦੇ ਹੁੰਦੇ। ਇੱਕੋ ਹੀ ਪ੍ਰਕਾਰ ਦਾ ਜਪ ਹੈ ਸਾਡੇ। ਉਹ ਕੀ ਹੈ? ਗੁਰਬਾਣੀ ਜਿਹੜੀ ਹੈ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਸਾਰੀ ਜਿਹੜੀ ਗੁਰਬਾਣੀ ਹੈ, ਇਹਨੂੰ ਜਪਣਾ, ਇਹਨੂੰ ਜਾਣਨਾ, ਇਹਨੂੰ ਸਮਝਣਾ, ਇਹਨੂੰ ਵਿਚਾਰਨਾ, ਇਹ ਜਪ ਹੈ। ਕੀ ਕਹਿੰਦੀ ਹੈ ਬਾਣੀ, ਉਹ ਵਿਚਾਰਨਾ, ਉਹ ਗੱਲ ਬਣਾਉਣੀ ਹੈ। ਫਿਰ ਸੁਣਿਆ ਮੰਨਿਆ, ਜਪ ਨੂੰ ਬਣਾਉਣਾ, ਉਹ ਤਪ ਹੈ। ਹਾਂਜੀ। ਹਠੀ ਤਾਪਸੀ ਮੋੜ ਮੰਤਰ ਮਹਾਨ। ਉਹ ਹਠੀ ਤਾਪਸੀ ਨੇ, ਹਠੀ ਨੇ ਵੀ ਬੈਠਣਾ, ਸਮਾਧੀ ਲਾਉਣੀ ਹੈ, ਮਨ ਬਾਹਰ ਜਾਊ ਉਹਨੂੰ ਰੋਕਣਾ, ਮਨ ਬਾਹਰ ਜਾਊ ਉਹਨੂੰ ਰੋਕਣਾ। ਉਹ ਤਾਂ ਗਿਆਨ ਹੈ ਨਹੀਂ, ਉਹ ਜ਼ਬਰਦਸਤੀ ਹੈ। ਮੋਨ ਮੰਤਰ ਮਹਾਨ, ਮੋਨ ਮੰਤਰ ਮਹਾਨ, ਮੋਨ ਮੰਤਰ ਹੈ ਉਹਦਾ। ਉਹ ਨਾ ਬੋਲਦਾ ਨਹੀਂ, ਅੰਦਰ ਵਿਚਾਰ, ਉਹਦਾ ਸ਼ਬਦ ਵਿਚਾਰ ਚੱਲਦੀ ਹੈ। ਜਦ ਅੰਦਰ ਸ਼ਬਦ ਵਿਚਾਰ ਅਸੀਂ ਕਰਦੇ ਹਾਂ, ਜਦ ਭਾਂਡੇ ਦੇ ਵਿੱਚ ਸਾਡੇ ਪਹਿਲਾਂ ਹੀ ਸ਼ਬਦ ਪਾਇਆ ਹੋਇਆ, ਇਸ ਮਟਕੀ ਮੈਂ ਸ਼ਬਦ ਸੰਜੋਈ। ਜਦੋਂ ਰਿੜਕਣਾ ਅਸੀਂ ਨਾ, ਬੁਲਾਉਣਾ, ਹਰਕਾ ਬੁਲਾਉਣਾ, ਉਦੋਂ ਮੂਲ ਮੰਤਰ ਤਾਂ ਹੈ ਅੰਦਰ। ਇਹ ਕੀ ਹੈ? ਰਾਮ ਨਾਮ ਜਪ ਹਿਰਦੇ ਮਾਹੇ। ਜਦ ਹਿਰਦੇ 'ਚ ਰਾਮ ਨਾਮ ਜਪਣਾ,
ਫਿਰ ਮੂਲ ਮੰਤਰ ਹੈ। ਇਹ ਤਾਂ ਮੂਲ ਮੰਤਰ ਮੂੰਹ ਨਾਲ ਨਹੀਂ ਚੱਲਣਾ, ਮੂੰਹ ਨਾਲ ਨਹੀਂ ਬੋਲਣਾ, ਪਰ ਰੜਕਣਾ ਰੜਕ ਹੁੰਦਾ, ਭਾਂਡੇ 'ਚ ਰੜਕਣ। ਇਹ ਹੈ ਵਿਚਾਰ, ਸ਼ਬਦ ਵਿਚਾਰ ਹੈ। ਸ਼ਬਦ ਵਿਚਾਰ ਜਿਹੜਾ ਹੈ ਮੂਲ ਮੰਤਰ ਹੈ। ਹਾਂਜੀ, ਮਹਾਨ, ਇਹ ਮਹਾਨ ਹੈ। ਇੱਥੋਂ ਪਤਾ ਲੱਗਣਾ ਮਨ ਨੇ ਇਹ ਤੋਂ ਹੀ ਤਰਨਾ। ਮਨ ਦਾ ਮਾਨ ਇੱਥੇ ਹੀ ਉਤਰਨਾ। ਜਿਉਂ ਜਿਉਂ ਮਨ ਦਾ ਹੰਕਾਰ ਉਤਰਨਾ ਤਿਉਂ ਤਿਉਂ ਗਲ ਦਾ ਪੱਥਰ ਹੈ ਜਿਹੜਾ ਨਾ, ਗਲ ਪਾਥਰ ਕੈਸੇ ਤਰੇ ਪਥਾਓ। ਆਹ ਗਲ ਦਾ ਪੱਥਰ ਸਰੀਰ ਹੈ ਜਿਹੜਾ ਨਾ, ਇਹ ਹੌਲੀ ਹੌਲੀ ਢਿੱਲਾ ਹੁੰਦਾ ਚਲਾ ਜਾਣਾ। ਰੱਸੀ ਢਿੱਲੀ ਛੱਡੀ ਜਾਈਏ, ਜਿੰਨੀ ਲੰਬਾ ਕਰੀ ਜਾਈਏ ਉਹਨਾਂ ਉੱਤੇ ਨੂੰ ਆਈ ਜਾਊਗਾ। ਜਿੰਨਾ ਨੇੜੇ ਬੰਨਿਆ ਹੋਇਆ, ਜਿੰਨੀ ਰੱਸੀ ਛੱਡੀ ਜਾਂਦੇ ਆ, ਜਿੰਨੀ ਪਤੰਗ ਦੀ ਡੋਰ ਛੱਡੀ ਜਾਂਦੇ, ਪਤੰਗ ਤਾਂ ਜਾਈ ਜਾਂਦਾ। ਪੱਥਰ ਥੱਲੇ ਰਹਿ ਜੂ, ਮਨ ਉੱਤੇ ਆ ਜੂ। ਰੱਸੀ ਢਿੱਲੀ ਛੱਡੀ ਜਾਣੀ ਹੈ ਇਹਦੇ ਨੂੰ, ਬਸ ਫਿਰ ਅਖੀਰ 'ਚ ਉੱਤੇ ਨਿਕਲ ਜਾਣਾ। ਰੱਸੀ ਉਹ ਲੰਬੀ ਕਰਨੀ ਹੈ, ਧਿਆਨ ਨੇ ਲੰਬਾ ਕਰਨਾ। ਅਸੀਂ ਲੰਬੀ ਨਜ਼ਰ ਕਰਨੀ ਹੈ, ਦੇਹ ਲੰਬੀ ਨਜ਼ਰ ਨਿਹਾਲੀ। ਧਿਆਨ ਨਹੀਂ ਛੱਡਣਾ ਸਰੀਰ 'ਚੋਂ, ਧਿਆਨ ਲੰਬਾ ਕਰੀ ਜਾਣਾ। ਇਹਨੂੰ ਥੱਲੇ ਚੜ੍ਹ ਜਾਣਾ, ਆਪ ਉੱਤੇ ਨਿਕਲ ਜਾਣਾ। ਧਿਆਨ ਤਾਂ ਸਰੀਰ 'ਚ ਰੱਖਣਾ ਹੀ ਪਊਗਾ। ਧਿਆਨ ਵੀ ਨਹੀਂ ਛੱਡ ਸਕਦੇ, ਪਰ ਡੋਰ ਲੰਬੀ ਕਰੀ ਜਾਣੀ ਹੈ। ਛੱਡਣਾ ਨਹੀਂ ਹੈ ਸਰੀਰ, ਡੋਰ ਲੰਬੀ ਕਰਨੀ ਹੈ, ਨਜ਼ਰ ਲੰਬੀ ਕਰਨੀ ਹੈ ਬਸ। ਪਰਮ ਪੂਰਨ ਦਤ ਪ੍ਰਗਿਆ ਨਿਧਾਨ। ਪਰਮ ਪੂਰਨ ਦਤ ਪ੍ਰਗਿਆ ਨਿਧਾਨ। ਪ੍ਰਗਿਆ ਹੁੰਦਾ ਜਿਹੜਾ ਆਤਮ ਗਿਆਨ ਹੈ ਨਾ, ਜਾਂ ਬ੍ਰਹਮ ਗਿਆਨ ਹੈ, ਉਹ ਪ੍ਰਗਿਆ ਹੈ। ਪਰੇ ਹੈ ਜੋ ਨਾ, ਮਾਇਆ ਤੋਂ ਪਰੇ, ਉਹਦਾ ਗਿਆਨ। ਪਰੇ ਦਾ ਗਿਆਤਾ, ਮਾਇਆ ਤੋਂ ਪਰੇ ਦਾ ਗਿਆਨ ਰੱਖਣ ਵਾਲਾ ਪ੍ਰਗਿਆ। ਗਿਆਨ ਮਤਲਬ ਗਿਆਤਾ, ਮਾਇਆ ਤੋਂ ਪਰੇ ਦਾ। ਜਿਵੇਂ ਪਾਰਵਤੀ ਆਇਆ, ਪਾਰਵਤੀ ਗੁਰਮਤਿ ਨੂੰ ਕਹਿੰਦੇ ਨੇ। ਗੁਰਮਤਿ ਤਿੰਨ ਲੋਕ ਤੋਂ ਅਗਲਾ ਗਿਆਨ ਰੱਖਣ ਵਾਲੀ। ਇਹ ਤਿੰਨ ਲੋਕ ਤੋਂ ਅੱਗੇ ਜਿਹੜਾ ਜਾ ਰਿਹਾ ਖੜਾ ਹੈ, ਤਿੰਨ ਲੋਕ ਤੋਂ ਅੱਗੇ ਦਾ ਗਿਆਨ ਹੈ ਜਿਹੜਾ ਪ੍ਰਗਿਆ ਨਿਧਾਨਕ। ਕਰੈ ਯੋਗ ਨਿਆਸੰ ਤਜੇ ਰਾਜ ਭੋਗੰ। ਤਜੇ ਯੋਗ ਨਿਆਸੰ, ਯੋਗ ਦੇ ਜਿਹੜੇ ਸਾਰੇ ਵਿਧੀਆਂ ਨੇ, ਅਸ਼ਟਾਂਗ ਯੋਗ ਹੈ, 8 ਪ੍ਰਕਾਰ ਦਾ ਯੋਗ ਹੈ। 8 ਪ੍ਰਕਾਰ ਤੋਂ ਜੁੜਿਆ ਹੋਇਆ ਰਹਿਣਾ ਚਾਹੀਦਾ। ਵੈਰ ਵਿਰੋਧ ਤਿਆਗ ਕੇ ਨਿਰਵੈਰ ਹੋਵੇ। ਨਿਰਵੈਰਤਾ ਨਾਲ ਜੁੜੇ, ਵੈਰ ਵਿਰੋਧ ਤਿਆਗ ਦੇਵੇ। ਇਸ ਤਰੀਕੇ ਨਾਲ ਉਹ ਸਾਰੇ, ਜਿਹੜੀ ਚੀਜ਼ ਸਾਨੂੰ ਜੁੜਨ ਤੋਂ ਰੋਕਦੀ ਹੈ, ਖਿੱਚਦੀ ਹੈ, ਮਾਇਆ ਵੱਲ ਨੂੰ ਖਿੱਚਦੀ ਹੈ, ਜਿਹੜੀ ਚੀਜ਼ ਉਹਦੀ ਰੱਸੀ ਢਿੱਲੀ ਕਰੀ ਜਾਣੀ, ਉਹਦੀ ਉਹ ਰੱਸੀ ਢਿੱਲੀ ਕਰੀ ਜਾਣੀ। ਹਾਂ, ਕਰੈ ਯੋਗ ਨਿਆਸੰ ਤਜੇ ਰਾਜ ਭੋਗੰ। ਰਾਜ ਭੋਗ ਤਾਂ ਦਿੱਤੇ, ਵੈਰ ਵਿਰੋਧ ਕਾਹਦੇ ਕਰਕੇ? ਰਾਜ ਭੋਗ ਕਰਕੇ। ਧਨ ਔਰ ਭੂਮ ਪੁਰਾਤਨ ਵੈਰਾ ਤੇ ਇਸਕਾ ਬੂਆ ਜਗਤ ਕਰਕੇ। ਧਨ ਔਰ ਭੂਮ ਦੀ ਲੜਾਈ ਹੈ। ਜੇ ਤੋਂ ਦੂਰੀ ਬਣਾ ਲਈ, ਜਿੰਨੀ ਦੂਰੀ ਬਣਾ ਲਈ ਉਹਨਾਂ ਵੈਰ ਵਿਰੋਧ ਤੋਂ ਦੂਰ ਚਲਾ ਗਿਆ। ਉਹ ਦੂਰੀ ਬਣਾਈ ਹੈ ਤਿਆਗੀ ਦੀ। ਦੂਰੀ ਬਣਾਉਣੀ ਹੋਰ ਗੱਲ ਹੈ, ਤਿਆਗ ਦੇਣੀ ਹੋਰ ਗੱਲ ਹੈ। ਦੂਰੀ ਬਣਾਣੀ, ਡੋਰ ਲੰਬੀ ਕਰ ਲਈ। ਹਾਂਜੀ, ਚਕੇ ਸਰਬ ਦੇਵੰ ਜਕੇ ਸਰਬ ਲੋਗੰ। ਜਿਹੜੇ ਸਾਰੇ ਦੇਵਤੇ ਸੀ ਚਕੇ ਚੱਕਰਿਤ ਹੋ ਗਏ ਵੀ ਹਾਂ, ਮਾਇਆ ਵਿੱਚ ਉਦਾਸੀ। ਦੇਵਤੇ ਨਹੀਂ ਹੋ ਸਕਦੇ ਮਾਇਆ ਵਿੱਚ ਉਦਾਸੀ। ਦੇਵਤਾਂ ਦੀ ਲੜਾਈ ਹੈ ਰਾਖਸ਼ਾਂ ਨਾਲ, ਰਾਜ ਪਿੱਛੇ। ਉਹ ਦੇਵਤੇ ਰਾਖਸ਼ ਇੱਕੋ ਜਿਹੇ ਹੁੰਦੇ ਨੇ। ਦੇਵਤੇ ਉੱਤੋਂ ਬਣਦੇ ਨੇ। ਦੇਵਤਿਆਂ ਦੇ ਕਰਮ ਉਹ ਨਹੀਂ ਹੁੰਦੇ ਜੋ ਮੂੰਹ ਤੋਂ ਕਹਿੰਦੇ ਹੁੰਦੇ ਨੇ। ਅਸਲ 'ਚ ਜਿਨ੍ਹਾਂ ਦੇ ਮਨ 'ਚ ਹੋਰ, ਮੁੱਖ 'ਚ ਹੋਰ ਹੋਵੇ, ਉਹ ਵੀ ਦੇਵਤੇ ਕਹਾਉਂਦੇ ਨੇ। ਗੁਰਬਾਣੀ ਕੁਛ ਕਹਿੰਦੀ ਹੈ, ਸਿੱਖ ਕੁਛ ਕਰਦੇ ਨੇ। ਸਿੱਖ ਤਾਂ ਦੇਵਤਾ ਹੁੰਦਾ ਹੀ ਹੈ। ਫਿਰ ਜੋ ਕੁਛ ਹੋਰ ਇਹ ਕਰਦਾ ਹੈ,
ਤਾਂ ਹੀ ਤਰਕਸ਼ੀਲ ਆ। ਹੋਰ ਲੋਕ ਕਮਿਊਨਿਸਟ ਇਹਨਾਂ ਤੇ ਕਟਾਖ ਕਰਦੇ ਰਹੇ ਨੇ। ਕਮਿਊਨਿਸਟਾਂ ਮੂਹਰੇ ਇਹਨਾਂ ਨੂੰ ਇੱਕ ਜਵਾਬ ਨਹੀਂ ਸੀ ਆਉਂਦਾ। ਕਮਿਊਨਿਸਟ ਵਿਦਵਾਨਾਂ ਮੂਹਰੇ ਦੇਖੇ ਨਹੀਂ ਪਟਿਆਲੇ, ਇਹਨਾਂ ਨੂੰ ਬੋਲਣ ਨਹੀਂ ਸੀ ਦਿੰਦੇ ਕਿ ਇਹਨਾਂ ਦੀ ਕਰਨੀ ਠੀਕ ਨਹੀਂ ਸੀ। ਕਰਨੀ ਉਹ ਕਹਿੰਦੇ ਤੁਹਾਡੀ ਕਰਨੀ ਠੀਕ ਨਹੀਂ ਹੈ। ਅਕਾਲੀ ਦਲ ਨੂੰ ਕਰਨੀ ਠੀਕ ਸੀ ਕਮਿਊਨਿਸਟਾਂ ਦੀ, ਮਾਇਆ ਦੀ ਉਹਨਾਂ ਦੀ ਜ਼ਿਆਦਾ। ਉਹ ਗਰੀਬੀ ਨੇ ਚਲੇ ਕੇ ਰਾਜੀ ਸੀ ਲੀਡਰ। ਵੇਖਿਆ ਨਹੀਂ ਸੁਰਜੀਤ ਸਿੰਘ ਤੇ ਉਹੀ ਪੱਗ ਰਹਿੰਦੀ ਸੀ, ਸਿੱਧੀ ਸਾਦੀ ਸਿੱਧਾ ਜਿਹਾ ਪਜਾਮਾ। ਕਦੇ ਉਹਦੇ ਕਰਪਸ਼ਨ ਦਾ ਉਂਗਲੀ ਨਹੀਂ ਉੱਠੀ। ਉਹ ਫਿਰ ਕਿਵੇਂ ਸਮਝ ਲੈਣਗੇ ਟੌੜੇ ਨੂੰ? ਕੀ ਸਮਝੂਗਾ? ਟੌੜਾ ਉਹਦਾ ਚੇਲਾ ਸੀ ਤਾਂ ਹੀ ਸੁਰਜੀਤ ਦਾ। ਉਹਨੇ ਕਿਹਾ ਵੀ ਤੂੰ ਆਪ ਨਾ ਬਣਾਈ, ਤੈਂ ਕਿਹੜਾ ਲੈ ਜਾਣਾ ਕੁਛ। ਇਹਨਾਂ ਨੂੰ ਖੁੱਲੀਆਂ ਛੱਡਦੇ, ਗੋਲਕਾਂ ਦੇ ਜਿੰਦੇ ਕਾਣੇ ਕਰਦੇ ਸਾਰਿਆਂ ਨੂੰ, ਤੇਰੇ ਹੇਠਾਂ ਰਹਿਣਗੇ ਸਾਰੇ। ਪਹਿਰੇਦਾਰ ਸੀ ਹੋਵੇ ਗੁਰੂ ਦੀ ਗੋਲਕ ਦਾ, ਔਰ ਗੁਰੂ ਦੀ ਗੋਲਕ ਨੂੰ ਲਟਾ ਦੇਵੇ ਆਪਣੀ ਸਿਰਫ ਇਹਦੇ ਵਾਸਤੇ ਮੇਰੀ ਚੌਧਰ ਰਹੇ, ਇਹ ਤਾਂ ਅਪਰਾਧ ਹੈ। ਇਹ ਤਾਂ ਅਪਰਾਧ ਸੀ, ਪਰ ਉਹਨੇ ਕੀਤਾ। ਦੁਨੀਆ ਦੀ ਵਡਿਆਈ ਵਾਸਤੇ ਅਪਰਾਧ ਕੀਤਾ। ਗਾਹਾਂ ਵਡਿਆਈ ਹੈ ਜਾਂ ਨਹੀਂ ਹੈ ਉਹ ਅਲੱਗ ਗੱਲ ਹੈ। ਗਾਹਾਂ ਇਹਦਾ ਰਿਜ਼ਲਟ ਕੀ ਹੈ ਉਹ ਅਲੱਗ ਗੱਲ ਹੈ। ਗਾਹਾਂ ਨਹੀਂ ਰਿਜ਼ਲਟ ਇਹਦਾ। ਗਾਹਾਂ ਦਾ ਉਹਦੇ ਪੁੱਛਿਆ ਜਾਊ ਵੀ ਤੇਰੀ ਡਿਊਟੀ ਕੀ ਸੀ ਤਾਂ ਕੀਤਾ ਕੀ। ਗਾਹਾਂ ਤੇ ਡਿਊਟੀ ਵਾਲਿਆਂ ਨੇ ਪੁੱਛਣਾ ਤੇਰੀ ਡਿਊਟੀ ਆ ਸੀ ਤਾਂ ਕੀਤਾ ਕੀ। ਚਕੇ ਸਰਬ ਦੇਵੰ ਜਕੇ ਸਰਬ ਲੋਕੰ। ਚੱਕੇ ਸਰਬ ਦੇਵੰ, ਸਾਰੇ ਦੇਵਤੇ ਹੈਰਾਨ ਨੇ, ਚਕਰਿਤ ਨੇ। ਇਹੋ ਜਿਹਾ ਬੰਦਾ ਲੋਕ ਆ ਪੈਰਾਂ 'ਚ ਪੈਂਦੇ ਨੇ। ਰਾਜੇ ਸਾਰੇ ਪਿੱਛੇ ਨੇ, ਕੋਈ ਡਿਮਾਂਡ ਹੀ ਨਹੀਂ ਕਰਦਾ ਕਿਸੇ ਤੇ, ਕੋਈ ਝਾਕਦਾ ਹੀ ਨਹੀਂ। ਰਾਜਾ ਰਾਜਾ ਹੋਊਗਾ, ਅੱਗੇ ਆਊਗਾ। ਰਾਜੇ ਤਾਜ ਲਾ ਪੈਰਾਂ ਤੇ ਰੱਖੀ ਜਾਂਦੇ ਨੇ, ਆਪਣੇ ਉਹਦੇ ਹੱਥ ਨਾਲ ਉਹਦੇ ਸਿਰ ਮੁੰਡਨ ਕਰਾਉਂਦੇ ਨੇ। ਸਿਰ ਮੁੰਡਨ ਹੁੰਦਾ, ਚੇਲਾ ਬਣਾਉਣਾ ਹੁੰਦਾ। ਇਹਦਾ ਜਟਾਂ ਵਾਲਾ ਜਟਾਂ ਫੇਰ ਆਉਂਦੀਆਂ ਨੇ ਦੁਬਾਰਾ। ਉਹ ਜਿਹੜੇ ਜਟਾਂ ਜੁਟਾਂ ਦਾ ਨਿਆਣਿਆਂ ਦੀ ਸਿਰ ਮੁੰਡਨ, ਇਹਦਾ ਪ੍ਰਥਾ ਇਹੀ ਹੈ। ਸਿਰ ਦੇ ਵਾਲ ਦੇਣ ਦਾ ਮਤਲਬ ਸਿਰ ਦੇ ਦਿੱਤਾ। ਸੀਸ ਭੇਟਾ ਕਰਨ ਦਾ ਮਤਲਬ ਹੈ ਸਿਰ ਦੇ ਵਾਲ ਲੈਣਾ, ਹੋਰ ਕੁਛ ਨਹੀਂ ਹੈ। ਇਹ ਧਰਮ ਦੀ ਇੱਕ ਸ਼ਰਤ ਹੈ, ਸ਼ੁਰੂ ਤੋਂ ਹੀ ਹੈ, ਕਿਤੇ ਸਿੱਖਾਂ ਨਾਲੇ ਨਹੀਂ ਹੈ। ਉਹਨਾਂ ਨੇ ਵਾਲ ਨਹੀਂ ਲਏ, ਸਿਰ ਲੈਣ ਦੀ ਗੱਲ ਕਰ ਲਈ, ਸਿਰ ਵੀ ਨਹੀਂ ਲਏ। ਕਹਿੰਦੇ ਲਵਾਂਗੇ ਜਾਂ ਲੋੜ ਪਊਗੀ। ਕਹਾਲ ਹੈ ਜੇ ਲੋੜ ਪਊ ਲੈ ਲਾਂਗੇ। ਹਾਂਜੀ। ਜਕੇ ਸਰਬ ਲੋਕੰ। ਜਕੇ ਜੱਕੋ ਤੱਕ ਦੇ ਵਿੱਚ ਨੇ ਲੋਕ ਵੀ, ਸਰਬ ਲੋਕੰ। ਸਾਰੇ ਲੋਕ ਜਿਹੜੀ ਪਬਲਿਕ ਆ ਉਹ ਵੀ ਜੱਕੋ ਤੱਕ 'ਚ ਹੈ। ਵੀ ਇਹ ਕੀ ਹੈ? ਹੁਣੇ ਤਿਆਗਦਾ, ਕਿਤੇ ਇਕੱਠਾ ਗਾਡੀ ਲੈ ਲੂ ਸਾਰਿਆਂ ਦਾ ਰਾਜ। ਜੱਕੋ ਤੱਕ 'ਚ ਹੈ ਵੀ ਸਾਰੇ ਇਹਦੇ ਅੰਡਰ ਆਈ ਜਾਂਦੇ ਨੇ ਜਿਹੜੇ। ਵੀ ਕਿਤੇ ਪਹਿਲਾਂ ਵੀ ਬਾਅਦ ਦੇ ਵਿੱਚ ਕੀ ਕਰੂਗਾ ਕੋਈ ਸਮਝ ਨਹੀਂ ਆ ਰਹੀ ਕਿਸੇ ਨੂੰ। ਉਹਦੀ ਕਿਸੇ ਨੂੰ ਕੋਈ ਸਮਝ ਨਹੀਂ। ਸੋਹਣਾ ਲੋਕਾਂ ਦੀ ਸਮਝ ਤੋਂ ਹੀ ਬਾਹਰ ਹੈ। ਗੱਲ ਕੀ ਹੈ ਵੀ ਐਡਾ ਵਾਕਿਆ ਹੀ ਤਿਆਗੀ ਹੈ, ਆ ਕੁਛ ਇਹ 'ਚ ਹੋਰ ਨਿਕਲੂਗਾ। ਜੱਕੋ ਤੱਕ 'ਚ ਨੇ ਲੋਕ। ਹਾਂਜੀ। ਜਕੇ ਜਕ ਗੰਧਰਵ ਵਿਦਿਆ ਨਿਧਾਨ। ਜਿਹੜੇ ਗੰਧਰਵ ਗਾਉਂਦੇ ਸੀ ਨਾ, ਉਹਨਾਂ ਦਾ ਵੀ ਬੋਲ ਨਹੀਂ ਨਿਕਲਦਾ ਉਹਦੇ ਸਾਹਮਣੇ। ਜਕੇ ਜਕ ਗੰਧਰਵ ਵਿਦਿਆ ਨਿਧਾਨ। ਉਹ ਗਾਉਣਾ ਭੁੱਲ ਜਾਂਦਾ ਨੇ ਉਹਦੇ ਮੂਹਰੇ ਆ ਕੇ। ਬਈ ਕੋਈ ਸਾਡਾ ਲਾਗ ਮਾਤਰਾ ਦਾ ਕਿਸੇ ਗੱਲ ਦਾ ਤਾਲ ਦਾ ਫਰਕ ਫਾੜ ਨਾ ਲਵੇ। ਕਿਉਂ ਪ੍ਰਭਾਵਿਤ ਨਹੀਂ ਹੁੰਦਾ ਕਿਸੇ ਚੀਜ਼ ਤੇ। ਉਹਨਾਂ ਨੂੰ ਵੀ ਐਂ ਲੱਗਦਾ ਵੀ ਇਹ ਵਿਦਿਆ ਇਹਦੇ ਕੋਲ ਮਿੱਤ ਸੱਤ ਹੋ ਜਾਂਦਾ। ਵਿਦਿਆ ਨਿਧਾਨ। ਕਿਉਂਕਿ ਗੁਰੂ ਘਰ 'ਚ ਇਹ ਗੁਰੂ ਨਾਨਕ ਨੇ ਆ ਕਿਸੇ ਨੇ ਰਾਗ ਵਿਦਿਆ ਪੜ੍ਹੀ ਹੋਵੇ ਕੋਈ ਸਬੂਤ ਨਹੀਂ ਹੈ। ਲੈਣੇ ਨੂੰ ਨਾਨਕ ਨੇ ਰਾਗ ਵਿਦਿਆ ਪੜ੍ਹਾਈ ਹੋਵੇ ਕੋਈ ਸਬੂਤ ਨਹੀਂ। ਗੁਰਮਤਿ ਪੜ੍ਹਾਈ। ਪਰ
ਗੁਰ ਅਮਰਦਾਸ ਨੇ ਇਹ ਗੱਲ ਖੋਲਤੀ ਗਾ ਆਨੰਦ ਸਾਹਿਬ ਚੋਂ, ਕਹਿੰਦੇ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਆਪੇ ਹੀ ਪ੍ਰਗਟ ਹੋ ਗਈ ਅੰਦਰ ਵਿਦਿਆ। ਵਿਦਿਆ ਨਿਧਾਨ ਦਾ ਮਤਲਬ ਇਹ ਹੈ, ਵਿਦਿਆ ਪੜ੍ਹੀ ਨਹੀਂ ਨਾ ਕਿਤੇ, ਉਹ ਨਹੀਂ ਸਾਬਤ ਹੁੰਦਾ ਵਿਦਿਆ ਪੜ੍ਹੀ ਹੋਈ। ਜਦ ਤੇ ਜੰਮਿਆ ਹਿਸਟਰੀ ਲਿਖ ਉਹਦਾ ਇਹਦੇ ਬਾਰੇ ਲਿਖਿਆ ਜਾ ਰਿਹਾ, ਕੋਈ ਵਿਦਿਆ ਕਦੇ ਪੜ੍ਹਨ ਗਿਆ ਹੋਵੇ ਕਿਤੇ ਸਬੂਤ ਨਹੀਂ ਹੈ, ਪਰ ਵਿਦਿਆ ਨਿਧਾਨ ਹੈ। ਵਿਵੇਕ ਬੁੱਧੀ 'ਚ ਸਾਰੀਆਂ ਬੁੱਧੀਆਂ ਹੁੰਦੀਆਂ ਨੇ, ਵਿਵੇਕ ਬੁੱਧੀ ਸਾਰੀਆਂ ਬੁੱਧੀਆਂ ਹੁੰਦੀਆਂ ਨੇ। ਉਹ ਪਿਛਲਾ ਹੀ ਪੜ੍ਹਿਆ ਹੋਇਆ ਸੀ ਉਹਦਾ ਸਾਰੇ ਕੋਰਸ ਪਹਿਲਾਂ ਹੀ ਕੀਤੇ ਹੋਏ ਨੇ, ਸਾਰੀਆਂ ਹੀ ਪ੍ਰਗਟ ਹੋ ਜਾਂਦੀਆਂ ਉਹਦੇ ਵਿੱਚ। ਵੀ ਪਊਗਾ ਨਾ ਜਦ ਜਿੰਨੇ ਕਿਸਮ ਦੇ ਬੀਜ ਨੇ ਸਾਰੇ ਪ੍ਰਗਟ ਹੋ ਜਾਣੇ ਧਰਤੀ 'ਚ। ਜਿੱਦਾਂ ਬੀਜ ਪਿਆ ਹੁੰਦਾ ਹਰ ਕਿਸਮ ਦਾ ਜੰਮਿਆ ਹੁੰਦਾ, ਪਾਣੀ ਲੱਗੇ ਤੇ ਜਿਹੋ ਜਿਹਾ ਵੀ ਪਿਆ ਹੁੰਦਾ ਉਹੀ ਜੰਮਿਆ ਹੁੰਦਾ। ਇਹ ਸਾਰੇ ਬੀਜ ਰੂਪ 'ਚ ਹੁੰਦੀ ਹੈ ਵਿਦਿਆ। ਉਹ ਵਿਦਿਆ ਬੀਜ ਰੂਪ 'ਚ ਜਾਂ ਬਾਰਿਸ਼ ਹੁੰਦੀ ਹੈ ਨਾ ਨਾਮ ਦੀ, ਇਹ ਸਾਰੇ ਜੰਮਿਆ ਉਹਦਾ ਬੀਜ। ਆਹੋ ਧਰਤ ਪਈ ਹਰਿਆਵਲੀ। ਹਾਂਜੀ ਚਕੇ ਦੇਵਤਾ ਚੰਦ ਸੂਰਮ ਸੂਰਾਨ। ਚਕੇ ਦੇਵਤਾ ਵੀ ਹੈਰਾਨ ਨੇ। ਕਿਹੜੇ ਦੇਵਤਾ? ਚੰਦ ਸੂਰਮ ਸੂਰਾਨ। ਹਾਂ ਪਹਿਲਾਂ ਤਾਂ ਦੇਵਤਾ ਦੂਜੇ ਨੇ ਨਾ, ਇਹ ਦੇਵਤਾ ਗਿਆਨਵਾਨ ਨੇ। ਹੁਣ ਚੰਦਰਮੇ ਜਿੰਨਾ ਗਿਆਨ ਰੱਖਣ ਵਾਲੇ ਜਾਂ ਸੂਰਜ ਜਿੰਨਾ ਗਿਆਨ ਰੱਖਣ ਵਾਲੇ ਆਪਣੇ ਆਪ ਨੂੰ ਸੂਰਜ ਆਪਣੇ ਗੁਰੂ ਸਮਝਦੇ ਨੇ। ਜਿਹੜੇ ਦੇਵਤਿਆਂ ਦੇ ਗੁਰੂ ਜਿਹੜੇ ਬਣੇ ਹੋਏ ਨੇ ਰਿਸ਼ੀ ਮੁਨੀ, ਇੱਕ ਤਾਂ ਦੇਵਤੇ ਨੇ, ਇੱਕ ਦੇਵਤਿਆਂ ਦੇ ਗਾਹਾਂ ਗੁਰੂ ਨੇ। ਕੱਲੇ ਦੇਵਨ ਦਾ ਪਹਿਲਾਂ ਆ ਗਏ ਚਕੇ ਸਰਬ ਦੇਵਨ। ਹਾਂ ਇਹ ਦੇਵਤੇ ਹੀ ਨੇ ਵੀ। ਚਕੇ ਦੇਵਤਾ ਚੰਦ ਸੂਰਮ ਸੂਰਾਨ। ਹਾਂ ਸੂਰਾਨ ਸੂਰਮੇ ਨੇ ਜਿਹੜੇ ਯੋਧੇ ਨੇ, ਦੇਵਤਿਆਂ 'ਚ ਯੋਧੇ ਵੀ ਨੇ। ਹਾਂਜੀ ਚਕੇ ਜੀਵ ਜੰਤਰੰ ਲਖੇ ਪਰਮ ਰੂਪੰ। ਜਿਹੜੇ ਜੀਵ ਜੰਤਰ ਨੇ ਸਾਰੇ ਉਹਦਾ ਸਰੂਪ ਦੇਖ ਕੇ, ਚਿਹਰਾ ਦੇਖ ਕੇ ਆਨੰਦ ਹੋ ਜਾਂਦੇ ਨੇ। ਛਕੇ ਉਹਦਾ ਮਤਲਬ ਆਨੰਦ ਹੋ ਜਾਣਾ, ਰੱਜ ਜਾਣਾ। ਛਕੇ ਕਹਿੰਦੇ ਨੇ, ਛਕ ਲਿਆ ਨਾ, ਛਕਣ ਨੂੰ ਰੱਜਣਾ ਕਹਿੰਦੇ ਨੇ ਅਸਲ 'ਚ। ਯੂਪੀ ਦੇ ਵਿੱਚ ਬੋਲਦੇ ਨੇ ਛਕ ਲਈਏ, ਆਨੰਦ ਹੋ ਗਿਆ ਵੀ। ਹੁਣ ਇਹ ਤੋਂ ਜ਼ਿਆਦਾ ਨਹੀਂ ਖਾਣਾ। ਉਹ ਕਹਿੰਦੇ ਇਹ ਤੋਂ ਜ਼ਿਆਦਾ ਸੁੰਦਰਤਾ ਨਹੀਂ ਹੋ ਸਕਦੀ, ਇਹ ਤੋਂ ਜ਼ਿਆਦਾ ਸਬਰ ਵਾਲਾ ਆਦਮੀ ਨਹੀਂ ਹੋ ਸਕਦਾ, ਇਹ ਤੋਂ ਜ਼ਿਆਦਾ ਸ਼ਾਂਤੀ ਵਾਲਾ ਆਦਮੀ ਨਹੀਂ ਹੋ ਸਕਦਾ, ਇਹ ਤੋਂ ਜ਼ਿਆਦਾ ਯਾਨੀ ਰਹਿਮ ਦਿਲ ਆਦਮੀ ਨਹੀਂ ਹੋ ਸਕਦਾ, ਇਹ ਤੋਂ ਜ਼ਿਆਦਾ ਗੁਣ ਨਹੀਂ ਹੋ ਸਕਦੇ ਕਿਸੇ 'ਚ ਹਰ ਪੱਖ ਤੋਂ। ਇਹ ਤੋਂ ਜ਼ਿਆਦਾ ਦਿਆਲੂ ਨਹੀਂ ਹੋ ਸਕਦਾ, ਇਹ ਤੋਂ ਜ਼ਿਆਦਾ ਦਾਤਾ ਨਹੀਂ ਹੋ ਸਕਦਾ। ਇਹ ਛਕੇ ਦਾ ਮਤਲਬ ਇਹ ਹੈ। ਤਯੋ ਗਰਭ ਸਰਬੰ ਲਗੇ ਪਾਣ ਭੂਪੰ। ਸਾਰਿਆਂ ਨੇ ਹੰਕਾਰ ਛੱਡਤਾ, ਸਾਰਿਆਂ ਨੇ ਮੰਨ ਲਿਆ ਵੀ ਸਾਡੇ 'ਚ ਉਹ ਗੁਣ ਨਹੀਂ ਹੈ ਜਿਹੜੇ ਇਹਦੇ ਵਿੱਚ ਨੇ। ਜਦੋਂ ਗੁਣ ਆਪਣੇ ਆਪ ਤੋਂ ਵੱਧ ਕਿਤੋਂ ਮਿਲ ਜਾਣ ਫਿਰ ਹੰਕਾਰ ਟੁੱਟ ਜਾਂਦਾ। ਲਗੇ ਪਾਣ ਭੂਪੰ। ਜਿਹੜੇ ਭੂਪ ਰਾਜੇ ਨੇ ਸਾਰੇ ਹੀ ਚੜ੍ਹਨੀ ਲੱਗ ਗਏ, ਆ ਕੇ ਸਾਰੇ ਉਹਦੀ ਗੱਲ ਸੁਣਨ ਲੱਗ ਗਏ। ਜਿਹਦੀ ਗੱਲ ਸੁਣਨ ਲੱਗ ਜਾਣ ਨਾ ਉਹ ਚੜ੍ਹਨੀ ਲੱਗਣਾ ਹੀ ਹੁੰਦਾ। ਉਪਦੇਸ਼ ਲੈਣ ਲੱਗ ਜਾਣ ਆ ਕੇ, ਕੋਈ ਸਲਾਹ ਪੁੱਛਣ ਲੱਗ ਜਾਣ ਆ ਕੇ, ਉਹ ਚੜ੍ਹਨੀ ਲੱਗਣਾ ਹੀ ਹੁੰਦਾ। ਪਿੱਛੇ ਲੱਗਣਾ, ਉਹਦੇ ਵਾਲੇ ਗੁਣ ਧਾਰਨ ਕਰਨ ਲੱਗ ਜਾਣ। ਗੁਣੇ ਚੜ੍ਹਨ ਹੁੰਦੇ ਨੇ, ਉਹਦੇ ਗੁਣਾਂ ਨਾਲ ਜੁੜ ਕੇ ਆ ਕੇ ਉਹ ਜਿਹੇ ਬਣਨ ਦੀ ਇੱਛਾ ਪ੍ਰਗਟ ਹੋਈ ਸਾਰਿਆਂ ਦੀ। ਹਾਂਜੀ ਜਟੀ ਦੰਡ ਮੁੰਡੀ ਤਪੀ ਬ੍ਰਹਮਚਾਰੀ। ਆ ਦੇਖੋ ਜੱਟ ਲੋਕ ਕਰਦੇ ਸੀ, ਜਟੀ ਜਟਾਂ ਪਹਿਲਾਂ ਵੀ ਰੱਖਦੇ ਸੀ ਲੋਕ, ਇਹਦਾ ਮਤਲਬ ਜਟਾਂ ਵੀ ਰੱਖਦੇ ਸੀ, ਸਿਰ ਬਣਾਉਣ ਵਾਲੇ ਵੀ ਸੀ। ਜਟੀ ਦੰਡ ਮੁੰਡੀ, ਦੰਡ ਮੁੰਡੀ ਡੰਡੌਤ ਕਰਨ ਵਾਲੇ ਵੀ ਸੀ। ਦੰਡ ਹੁੰਦਾ ਡੰਡੌਤ ਕਰਨਾ ਸਿੱਧਾ। ਦੰਡ ਮੁੰਡੀ ਤਪੀ ਬ੍ਰਹਮਚਾਰੀ। ਤਪੀ ਤਪ ਕਰਨ ਵਾਲੇ ਵੀ, ਬ੍ਰਹਮਚਾਰੀ ਬ੍ਰਹਮਚਾਰੀ ਵੀ, ਸਾਰੇ ਆ ਕੇ ਚੜ੍ਹਨੀ ਲੱਗ ਗਏ। ਜੱਟ ਇਹ ਨਹੀਂ ਚੇਲੇ ਬਣ ਗਏ, ਆਪਣੇ ਆਪ ਨੂੰ ਨੀਵਾ ਮੰਨ ਲਿਆ। ਹਾਂ ਜੱਟ ਜੰਗਮੀ ਜਾਮਨੀ ਜੰਤਰ ਧਾਰੀ। ਜਟਾਂ ਵਾਲੇ ਜੰਗਮੀ ਇੱਕ ਜੰਗਮੀ ਨੇ, ਉਹ ਵੀ ਜਟਾਂ ਰੱਖਦੇ ਨੇ। ਇਹ ਜਿਹੜੇ ਬੰਗਾਲੇ ਨੇ ਨਾ, ਸੱਪ ਸੁੱਪ ਫੜਦੇ ਨੇ, ਇਹ ਇਹਨਾਂ ਨੂੰ ਸੱਪ ਸੁੱਪ ਫੜ ਕੇ ਦਿੰਦੇ ਹੁੰਦੇ ਸੀ ਜੋਗੀਆਂ ਨੂੰ। ਸ਼ਿਵ ਜੀ ਦੇ ਜਿਹੜੇ ਸੱਪ ਰੱਖਦੇ ਸੀ ਉਹ ਲੜਾਉਂਦੇ ਸੀ ਸੱਪ। ਇਹ ਨਸ਼ੇ ਜ਼ਿਆਦਾ ਖਾਣ ਲੱਗ ਗਏ ਸੀ।
ਨਸ਼ੇ ਕੁਝ ਕਰਦੇ ਨਹੀਂ, ਸੱਪ ਤੱਕ ਲੜਾਉਣ ਲੱਗੇ ਸੀ। ਇਹਨਾਂ ਨੂੰ ਲਿਆ ਕੇ ਦਿੰਦੇ ਹੁੰਦੇ ਸੀ। ਅੱਧਾ ਜੋਗ ਉਹਨਾਂ ਦਾ, 12 ਜੋਗ ਨੇ, 12.5 ਜੋਗ ਬੰਦੇ ਨੇ। ਉਹਦੇ ਕੰਨਾਂ 'ਚ ਕੁੰਡਲਾ ਪਾਈ ਹੁੰਦੇ ਬੰਗਾਲਿਆਂ ਦੇ, ਬੀਰ ਵਜਾਉਣ ਵਾਲਿਆਂ ਦੇ। ਅੱਧਾ ਜੋਗ ਆ ਉਹਨਾਂ ਕੋਲ ਵੀ। ਉਹਨਾਂ ਨੂੰ ਜੰਗ ਵੀ ਕਹਿੰਦੇ ਨੇ। ਜਟਾਂ ਉਹ ਵੀ ਰੱਖਦੇ ਨੇ, ਪਰ ਇਹ ਹੁਣ ਹਟ ਵੀ ਗਏ। ਕਈਆਂ ਦੇ ਜਟਾਂ ਉਹਨਾਂ ਦੇ ਵੀ ਹੁੰਦੀਆਂ ਹਾਂ। ਜਟੀ ਜੰਗਵੀ ਨੇ ਉਹ ਪਹਿਲੇ ਜਟੀ ਨੇ, ਇਹ ਜਟੀ ਜੰਗਵੀ ਨੇ। ਇਹਨਾਂ ਨੂੰ ਅੱਧਾ ਜੋਗ ਹੈ। ਹਾਂਜੀ। ਜਾਮਨੀ ਜੰਤਰਧਾਰੀ, ਯਮਨ ਦੇਸ਼ ਦੇ ਜਿਹੜੇ ਲੋਕ ਨੇ ਨਾ, ਉਹ ਜੰਤਰ ਮੰਤਰ ਜ਼ਿਆਦਾ ਵਿਸ਼ਵਾਸ ਕਰਦੇ ਨੇ। ਇੱਕ ਬੰਗਾਲ ਵਾਲੇ, ਇੱਕ ਉਹ ਯਮਨ ਦੇਸ਼ ਦੇ। ਜਾਮਨੀ ਜੰਤਰਧਾਰੀ, ਉਹ ਜੰਤਰ ਤਵੀਤ ਨੂੰ ਇੱਥੇ ਬੰਨ੍ਹ ਕੇ ਰੱਖਦੇ ਨੇ। ਕਰਾਮਾਤ ਹੈ ਸਾਡੇ ਜੇ ਤਵੀਤ ਚਾਹੋ ਹੈ, ਤਵੀਤ ਨਹੀਂ ਦਿੰਦੇ ਹੁੰਦੇ, ਸੰਤ ਵੀ ਦੇਣ ਲੱਗੇ। ਗੁਰਮਤ ਨਹੀਂ ਹੈਗੀ, ਉਹਦਾ ਥੱਲੇ ਆ ਕੇ ਬਹਿ ਗਏ। ਉਹਦਾ ਇਹਦੇ ਪੈਰਾਂ 'ਚ ਬੈਠੇ ਨੂੰ ਦੱਤ ਦੇ। ਦੱਤ ਗੁਰਮਤ ਦਾ ਧਾਲ ਨਹੀਂ। ਸੰਤ ਫਿਰ ਕਿੱਥੇ ਬੈਠੇ ਨੇ ਜਿਹੜੇ ਤਵੀਤ ਦੇਣੇ ਵਾਲੇ ਨੇ? ਅਮਲ ਦੇਸ਼ ਵਾਲੇ ਨੇ। ਫਿਰ ਉਹ ਪੈਰਾਂ ਇਹਨਾਂ ਦਾ ਨੰਬਰ ਵੀ ਬਾਅਦ 'ਚ ਆਇਆ। ਜੰਤਰ ਧਾਰੀਆਂ ਦਾ ਸਭ ਤੋਂ ਪਿੱਛੇ ਨੰਬਰ ਹੈ ਤਵੀਤ ਕਰਨ ਵਾਲਿਆਂ ਦਾ। ਕਿ ਪਖੰਡ ਹੈ ਉਹ, ਅੱਗੇ ਆ ਜਾਊਗਾ। ਹਾਂ ਦੇਖੋ ਇਹਦੇ ਵਿੱਚ ਜਿਹੜੇ ਵੀ ਕੈਟਾਗਰੀਆਂ ਨੇ, ਸਾਰੀਆਂ ਕੈਟਾਗਰੀਆਂ ਨੇ। ਆਹ ਦੇਖ ਲਓ ਹੁਣ ਇਹਨਾਂ 'ਚ ਕੈਟਾਗਰੀਆਂ ਸੰਤਾਂ 'ਚ ਕਿਹੜੇ ਨੇ। ਕਿੰਨੀ ਕਹਿੰਨਾਂ 'ਚ ਕਰਾਮਾਤ ਹੈ, ਕਿੰਨੀ ਕਹਿੰਨਾਂ ਦੀ ਬੁੱਧੀ ਹੈ। ਸਿਰਫ ਪੈਸੇ ਕਰਕੇ ਕਰਾਮਾਤ ਇਹ ਕਰਦੇ ਨੇ ਨਾ। ਇੱਥੇ ਸਾਰੇ ਨਿਚੋੜ ਕੇ ਰੱਖ ਦਿੰਦੇ ਨੇ। ਜੇ ਇਹਦਾ ਗਿਆਨ ਲੋਕਾਂ ਨੂੰ ਹੁੰਦਾ, ਸੰਤਾਂ ਦੀ ਹਿੰਮਤ ਨਹੀਂ ਸੀ ਇੱਧਰ ਚਲੇ ਜਾਂਦੇ। ਹਾਂਜੀ। ਪਰੀ ਪਾਰਵਤੀ ਪਰਮ ਦੇਸੀ ਪਛੇਲੇ, ਪਰੇ ਦੇ ਪਰਬਤ ਤੋਂ, ਪਹਾੜ ਹੈ ਨਾ ਆਪਣੇ ਹਿਮਾਲਾ, ਇਹ ਤੇ ਪਰਲੇ ਪਾਸੇ ਵਾਲੇ ਯਮਨ ਦੇਸ਼। ਉਹੀ ਕਹਿਤਾ ਨਾ, ਪਰੀ ਪਾਰਵਤੀ ਪਰਮ ਦੇਸੀ ਪਛੇਲੇ। ਯਮਨ ਦੇਸ਼ ਉਹਨੂੰ ਵੀ ਕਹਿੰਦੇ ਨੇ, ਜਮਨਾ ਦੇ ਆਲੇ ਦੁਆਲੇ ਰਹਿਣ ਵਾਲੇ ਨੂੰ ਵੀ ਕਹਿੰਦੇ ਨੇ। ਇਹ ਵੀ ਕ੍ਰਿਸ਼ਨ ਦੇ ਚੇਲੇ ਨੇ ਨਾ, ਜਿਹੜੇ ਉਹ ਕ੍ਰਿਸ਼ਨ ਦੇ ਨਾਗ ਨੱਥਿਆ ਸੀ ਨਾ, ਉਹਨਾਂ ਨਾਲ ਵੀ ਜੁੜਿਆ ਹੈ। ਹਾਂ, ਪਰਬਤ ਤੇ ਪਰਲੇ ਪਾਸੇ ਦੇ ਰਹਿਣ ਵਾਲੇ ਪਰਮਦੇਸੀ ਪਛੇਲੇ, ਪਰਮਦੇਸੀ ਪਛੇਲੇ। ਪਰੇ ਦੇ ਦੇਸ਼ ਵਾਲੇ, ਪਿੱਛੇ ਰਹਿਣ ਵਾਲੇ ਪਹਾੜ ਤੋਂ, ਪਿੱਛੇ ਰਹਿਣ ਵਾਲੇ ਪਹਾੜ ਤੋਂ। ਹਾਂ। ਬੜੀ ਬਾਲਖੀ ਬੰਗ ਰੂਮੀ ਰਹੇਲੇ, ਬੜੇ ਜਿਹੜੇ ਜੋ ਬਲਖ ਬੁਖਾਰੇ ਦੇ ਆਦਮੀ ਬੜੇ ਨੇ ਨਾ, ਯੋਧੇ ਨੇ। ਬਾਲਖੀ ਬਲਖ ਦੇਸ਼ ਦੇ, ਬਲਖ ਬੁਖਾਰਾ ਜਿਹੜਾ ਹੈਗਾ ਉੱਥੇ ਦੇ। ਬੰਗਾਲੀ ਰੂਮ ਦੇਸ਼ ਦੇ ਰੋਹੇਲੇ। ਰੋਹੇਲਖੰਡ ਹੈ ਝਾਂਸੀ ਕੋਲ ਹੈ। ਝਾਂਸੀ ਦੇ ਲੈ ਕੇ ਨਾ ਆ ਪਰੇ ਨੂੰ, ਆਗਰੇ ਦੇ ਪਰੇ ਨੂੰ ਇਹ ਰੋਹੇਲਖੰਡ ਹੈ। ਜਟੀ ਜਾਮਨੀ ਜੰਤਰਧਾਰੀ ਛਲਾਰੇ। ਆ ਦੇਖ, ਜੰਤਰਧਾਰੀ ਆ ਗਿਆ, ਜੰਤ ਆ ਗਿਆ ਸੀ ਨਾ ਉਹਦੇ ਨਾਲ ਪਹਿਲਾਂ। ਜਟੀ ਜਾਮਨੀ ਜੰਤਰਧਾਰੀ ਛਲਾਰੇ। ਉਹਦੇ ਇਹ ਛਲ ਕਪਟ ਵਾਲੇ ਨੇ। ਜਟੀ ਜਾਮਣੀ ਫਿਰ ਆ ਗਿਆ। ਜਟੀ ਜਾਮਣੀ ਜੰਤਰਧਾਰੀ ਛਲਾਰੇ ਛਲ ਕਪਟ ਵਾਲੇ ਨੇ। ਇਹ ਜਿਹੜੇ ਵੀ ਆ ਦਿੰਦੇ ਨੇ ਤਵੀਤ ਸੰਤ, ਸਾਰੇ ਛੜੀਏ ਨੇ, ਛਲ ਕਪਟੀ ਨੇ। ਇਹ ਛਲ ਕਪਟ ਵਾਲਿਆਂ ਦੀ ਕੈਟਾਗਰੀ ਹੈ। ਉਹ ਤੋਂ ਪ੍ਰਭਾਵਿਤ ਨੇ ਇਹ ਲੋਕ। ਕਿਸੇ ਗੁਰੂ ਨੇ ਕਿਸੇ ਨੂੰ ਤਵੀਤ ਦਿੱਤਾ ਹੋਵੇ ਸਾਬਤ ਕਰੋ, ਕਿਸੇ ਭਗਤ ਨੇ ਕਿਸੇ ਨੂੰ ਤਵੀਤ ਦਿੱਤਾ ਹੋਵੇ ਸਾਬਤ ਕਰੋ। ਇਹਨਾਂ ਕੋਲ ਕਿੱਥੋਂ ਆ ਗਏ? ਕਿਉਂ ਕਰਨ ਲੱਗ ਗਏ? ਕਪਟਾ ਹੋਰ ਕੁਛ ਨਹੀਂ ਹੈ। ਛਲ ਕਪਟ ਤੋਂ ਸਿਵਾ ਹੈ ਹੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਤਾਂ ਰੋਟੀ ਖਾਣ ਨੂੰ ਰੱਖਿਆ। ਇਹ ਲੋਕਾਂ ਨੂੰ ਜ਼ਾਹਰ ਕਰਨ ਖਾਤਰ ਵੀ ਅਸੀਂ ਬਾਣੀ ਨਾਲ ਜੋੜਦੇ ਹਾਂ। ਬਾਣੀ ਨਾਲ ਕਿਸੇ ਜੋੜਦੇ ਨੇ ਨਾ ਆਪ ਜੁੜੇ ਨੇ ਨਾ ਜੋੜਦੇ ਨੇ। ਛਲਾਰੇ ਨੇ, ਛਲ ਕਪਟ ਕਰਕੇ ਹੀ ਮਾਇਆ ਲਿਆਉਂਦੇ ਨੇ। ਬਹੁ ਪ੍ਰਪੰਚ ਕਰ ਪਰਤਾ ਲਿਆਵੇ, ਪਰ ਪੰਚ ਬਿਨਾਂ ਪਰਤਾ ਨਾ ਆ ਹੀ ਨਹੀਂ ਸਕਦਾ। ਪਹਿਲੀ ਗੱਲ ਤਾਂ ਇਹ ਹੈ, ਜਿੰਨਾ ਚਿਰ ਪ੍ਰਪੰਚ ਨਹੀਂ ਕਰਦੇ ਬਗਾਨਾ ਤਾਂ ਤੁਹਾਡੇ ਕੋਲ ਨਹੀਂ ਆ ਸਕਦਾ।
ਸਾਰਿਆਂ ਨੇ ਕੋਈ ਨਾ ਕੋਈ ਪਰਪੰਚ ਕੀਤਾ ਹੋਊ। ਜਿਹੜਾ ਲੋਕ ਕਾਰਾਂ ਆਈਆਂ ਨੇ ਇਹਨਾਂ ਕੋਲੋਂ ਪੈਸਾ ਆਇਆ। ਫਿਰ ਕੀ ਗਿਆ? ਸੁਤਦਾਰਾ ਸੁਹਾਣ ਲੁਟਾਵਾ, ਮਨ ਮੇਰੇ ਭੁੱਲੇ ਕਪਟ ਨਾ ਕੀਜਾ। ਕਪਟ ਆ ਗਿਆ ਨਾ, ਇੱਥੇ ਵੀ ਕਪਟ ਹੈ, ਇੱਥੇ ਵੀ ਆ ਗਿਆ। ਛਾਲ ਆ ਗਿਆ, ਕਪਟ ਆ ਗਿਆ, ਇੱਕੋ ਗੱਲ। ਛਲ ਕਪਟ ਇਕੱਠੇ ਹੀ ਲੱਭੇ। ਅੰਤਰ ਬੇੜਾ ਤੇਰੇ ਜੀਪੇ ਲੀਜਾ। ਆਪ ਜਿਹੜਾ ਮਹਾਮਾਕ ਹੈ ਇਹ ਭੁੱਲ ਗਏ ਸੰਤ, ਆਏ ਨਹੀਂ ਇੱਧਰ ਨੂੰ। ਉਹਨਾਂ ਨੇ ਕਿਹਾ ਲੋਕ ਕਿਹੜਾ ਪੜ੍ਹਦੇ ਨੇ, ਕਿਹੜਾ ਕਿਸੇ ਨੂੰ ਪਤਾ। ਪੜਦਾ ਚੱਕਿਆ ਗਿਆ। ਇਹਦੇ ਅਰਥੇ ਆਮ ਆਦਮੀ ਵਾਸਤੇ ਲਾਤੇ ਬਹੁਤ ਪਰਪੰਚ ਕਰ ਪੜਦੇ ਨੇ। ਆਦਮੀ ਦਾ ਕਮਾਈ ਕਰਕੇ ਲੈ ਕੇ ਆਓ। ਨਹੀਂ ਕੋਈ ਲਿਆਵੇ, ਆਮ ਲਿਆਵੇ। ਤੁਸੀਂ ਵੀ ਤਾਂ ਆਮ ਆਦਮੀ ਹੋ। ਇਹ ਕਹਾਂ ਸੰਤ ਨੇ ਇਹ ਆਮ ਆਦਮੀ ਨੂੰ ਘਟੀਆ ਨੇ। ਉਹ ਆਮ ਆਦਮੀ ਦਾ ਹੈ ਦਸਾਂ ਨੂੰ ਦੀ ਕਿਰਤ ਕਰਦਾ, ਉਹ ਕਿਰਤ ਕਰਦਾ। ਉਹ ਤਾਂ ਤੁਸੀਂ ਕੀ ਕਰਦੇ ਹੋ? ਪਹਿਲਾਂ ਤਾਂ ਸੰਤ ਤੁਸੀਂ ਹੈ ਨਹੀਂ ਕਹਿੰਦੇ ਅਸੀਂ ਸੰਤ। ਇਹੀ ਛਲ ਹੈ, ਇਹੀ ਕਪਟ ਹੈ। ਕੱਪੜੇ ਪਾ ਕੇ ਕੋਈ ਸੰਤ ਬਣ ਜਾਂਦਾ ਹੈ, ਇਹੀ ਤਾਂ ਕਪਟ ਹੈ। ਇੱਥੋਂ ਹੀ ਕਪਟ ਸ਼ੁਰੂ ਹੋ ਗਿਆ। ਤੇ ਅੱਗੇ ਦੀ ਗੱਲ ਤਾਂ ਅੱਗੇ ਹੈ ਨਾ। ਪਹਿਲਾਂ ਇਹੀ ਧੋਖਾ ਦਿੱਤਾ ਤੁਸੀਂ। ਸੰਤਾਂ ਵਾਲੀਆਂ ਪੰਕਤੀਆਂ ਇਸਤੇਮਾਲ ਮਾਰ ਕਰਕੇ ਦੁਨੀਆ ਨੂੰ 20-30 ਸਾਲ ਡਰਾਇਆ ਤੁਸੀਂ। ਕਿਉਂ ਡਰਾਇਆ? ਹਾਂਜੀ। ਅਜੀ ਆਮਰੀ ਨਿਵਲਕਾ ਕਰਨ ਵਾਰੇ। ਅਜੀ ਆਮਰੀ ਆਮਰੀ ਅਜੀ ਹੁੰਦੇ ਨੇ ਚੇਲੇ। ਆਮਰੀ ਹੁੰਦੇ ਨੇ ਹੁਕਮ ਕਰਨ ਵਾਲੇ। ਸੰਤਾਂ ਦੇ ਡੇਰਿਆਂ ਦੇ ਚੇਲੇ ਵੀ ਹੁੰਦੇ ਨੇ ਨਾ। ਸੰਤ ਹੁੰਦੇ ਨੇ ਛੋਟੇ ਸੰਤ, ਜਿਹਨੂੰ ਕਹਿੰਦੇ ਨੇ 108। ਆਮਰੀ ਨੇ 1008। ਹੁਕਮ ਦਾ ਗੁਰੂ ਦਾ ਹੀ ਚੱਲੂ। ਚੇਲੇ ਹੁਣ 200-100 ਚੇਲਾ ਹੁੰਦਾ ਸੀ ਅੱਗੇ ਇਹਨਾਂ ਦੇ ਡੇਰਿਆਂ ਤੇ। ਪਰ ਬੜੇ ਜਿਵੇਂ ਹੁਣ ਬੁੱਢੇ ਦਲ 'ਚ ਕਰਨੇ ਨਿਹੰਗ ਸਿੰਘ ਨੇ, ਜਹੇਦਾਰ ਦੇ ਤਾਂ ਹੁਕਮ 'ਚ ਨੇ। ਉਹ ਅਜੀ ਨੇ ਛੋਟੇ, ਬੜੇ ਆਮਰੀ ਨੇ। ਅਮੀਰ ਨੇ ਨਾ, ਅਮਰ ਕਰਨ ਵਾਲੇ, ਹੁਕਮ ਕਰਨ ਵਾਲੇ। ਅਮਰ ਤੇ ਆਮਰੀ ਬਣਿਆ। ਅਮਰ ਹੁਕਮ ਹੁੰਦਾ ਹੈ। ਹੁਕਮ ਕਰਨ ਵਾਲੇ। ਹਾਂ, ਇੱਕ ਹੁਕਮ ਕਰਨ ਵਾਲੇ ਨੇ, ਇੱਕ ਹੁਕਮ ਮੰਨਣ ਵਾਲੇ ਨੇ, ਇੱਕ ਚੇਲੇ ਨੇ। ਅੱਛਾ, ਆਮਰੀ ਕੋਲ ਹੀ ਹੁੰਦਾ ਹੈ ਖਜ਼ਾਨਾ, ਡੇਰੇ ਦਾ ਮਾਲ ਧਨ। ਉਧਰ ਸਰਕਾਰ ਦੇ ਵਿੱਚ ਵੀ ਇਹੀ ਹੁੰਦਾ। ਗੱਲ ਪਰ ਧਰਮ ਦੀ ਹੈ। ਦੇਵਤਿਆਂ ਦੇ ਵੀ ਇਹੀ ਹੁੰਦਾ। ਇੱਧਰ ਕੋ ਰਾਜ ਹੁੰਦਾ, ਖਜ਼ਾਨਾ ਉਹਦੇ ਕੋਲ ਹੁੰਦਾ। ਜਿਹੜੇ ਦੇਵਤੇ ਹੁੰਦੇ ਉਹਦੇ ਅਧੀਨ ਹੁੰਦੇ। ਅਜੀ ਆਮਰੀ ਦੋਏ। ਨਿਵਲਕਾ ਕਰਨ ਵਾਲੇ ਹੈ ਨਿਵਲਕਾ, ਉਹ ਨਿਉਲੀ ਕਰਮ ਕਰਨ ਵਾਲੇ। ਨਿਉਲੀ ਕਰਮ ਹੁੰਦੇ ਨੇ ਨਾ, ਕਰਨ ਵਾਲੇ ਨਿਉਲੀ ਕਰਮ ਜਿਹੜੇ ਕਰਦੇ ਨੇ। ਇਹਨਾਂ ਦੇ ਡੇਰੇ ਵੀ ਬੜੇ ਬੜੇ ਸੀ ਨਾ ਸਿੱਧਾਂ ਦੇ। ਕਿੰਨੇ ਸਿੱਧ ਫਿਰਦੇ ਸੀ ਉਹਦੇ ਨਾਲ, ਜਿਨ੍ਹਾਂ ਨਾਲ ਜਦ ਗੁਰੂ ਨਾਨਕ ਦੀ ਵਾਰਤਾਲਾਪ ਹੋਈ ਹੈ। ਕਿੰਨੇ ਕਿੰਨੇ ਸਿੱਧਾਂ ਦੇ ਇਕੱਠੇ ਹੁੰਦੇ ਸੀ। ਹਾਂ, ਚਾਹੇ ਉਹ ਇਹਨਾਂ ਦੇ ਵਿੱਚ ਨੇ, ਚਾਹੇ ਉਹ ਦੇਵਤਿਆਂ ਦੇ ਵਿੱਚ ਨੇ, ਚਾਹੇ ਜੋਗੀਆਂ 'ਚ ਨੇ। ਸਿੱਧਾ ਜੀ। ਅਤੇ ਵਾਗਨ ਹੋਤਰੀ ਜੁਆ ਜਗਿਆ ਧਾਰੀ। ਹਾਂ, ਅਤੇ ਵਾਗਨ ਹੋਤਰੀ ਅਤੇਵ ਜਿਹੜਾ ਹੈ, ਅਤੇਵ ਆਗਰਹੋਤਰੀ। ਹੋਰ ਜਿਹੜੇ ਅਤੇਵ ਦਾ ਮਤਲਬ ਹੋਰ ਜਿਹੜੇ ਅਗਨਹੋਤਰ ਕਰਨ ਵਾਲੇ ਨੇ। ਬੱਬਾ ਉੱਧਰ ਲਾਤਾ ਇਹਨਾਂ ਨੇ। ਅਤੇਵ ਕਹਿ ਕੇ ਅਗਰਹੋਤਰੀ ਹੈ। ਅਗਰਹੋਤਰੀ ਅਗਨ ਦੇ ਵਿੱਚ ਉਹ ਪਾਉਂਦੇ ਨੇ ਨਾ ਘਿਓ, ਉਹ ਅਗਨ ਦੇ ਵਿੱਚ ਹੋਮ ਕਰਦੇ ਨੇ ਜਿਹੜੇ। ਅਤੇਵ ਹੋਰ ਇਦੋਂ ਹਵਨ ਕਰਦੇ ਨੇ। ਜੋ ਹਾਂ, ਜੂ ਅਡੱਗ ਹੈ। ਇਹ ਆ ਜੱਗ ਧਾਰੀ, ਜੱਗ ਵੱਡੇ ਵੱਡੇ ਕਰਨ ਵਾਲੇ ਨੇ। ਹਾਂ, ਜੋ ਮਤਲਬ ਹੈ ਜੱਗ ਕਰਦੇ ਨੇ। ਜਦੋਂ ਹਵਨ ਹੁੰਦਾ ਜੱਗ ਵੀ ਹੁੰਦਾ, ਭੰਡਾਰਾ ਵੀ ਹੁੰਦਾ ਹਵਨ ਦੇ ਨਾਲ। ਹਾਂ, ਐਸੇ ਬ੍ਰਹਮਚਾਰੀ ਵੀ ਨੇ ਜਿਨ੍ਹਾਂ ਦਾ ਕਦੇ ਮਨ ਡੋਲਿਆ ਹੀ ਨਹੀਂ ਹੈ। ਬ੍ਰਹਮਚਾਰੀ
ਸਰੀ ਉਹਨੂੰ ਨੇ ਮਤਲਬ ਹੈ ਚਲੋ ਉਹ ਚਾਹੇ ਕਹੇ ਜੇ ਬ੍ਰਹਮਚਾਰੀ ਨੇ, ਇਹ ਹੋਰ ਤਰ੍ਹਾਂ ਦੇ ਬ੍ਰਹਮਚਾਰੀ ਨੇ। ਇਹ ਜਿਹੜੀ ਕੈਟਾਗਰੀ ਚੱਲਦੀ ਹੈ ਸੰਸਾਰੀ ਬ੍ਰਹਮਚਾਰੀਆਂ ਦੀ ਗੱਲ ਚੱਲਦੀ ਹੈ। ਐਸੇ ਵੀ ਬ੍ਰਹਮਚਾਰੀ ਨੇ ਜਿਨ੍ਹਾਂ ਦਾ ਕਦੇ ਮਨ ਡੋਲਿਆ ਨਹੀਂ, ਉਹ ਵੀ ਦੱਤ ਦੇ ਪੈਰੀ ਲੱਗ ਗਿਆ ਕੇ। ਹਾਂ, ਜਿਤੇ ਦੇਸ ਦੇਸਨ ਹੁਤੇ ਛਤਰ ਧਾਰੀ। ਜਿੰਨੇ ਵੀ ਦੇਸ ਵਿੱਚ ਦੂਰ ਦੂਰ ਤੱਕ ਸ਼ਸਤਰ ਧਾਰੀ ਰਾਜੇ ਹੋਏ ਨੇ, ਵੱਡੇ ਵੱਡੇ ਸੂਰਮੇ ਯੋਧੇ ਹੋਏ ਨੇ, ਸੀਗੇ ਉਸ ਵੇਲੇ। ਇਹ ਕਹਿ ਲਓ ਪਾਣ ਲਾਗੇ ਤਜੋ ਗਰਭ ਭਾਰੀ। ਆਪਣਾ ਆਪਣਾ ਛੱਡ ਕੇ ਅੰਕਰ ਸਾਰੇ ਸੁਣ ਲਿਆ, ਗਾਹਾਂ ਤੇ ਗਾਹਾਂ ਗੱਲ ਫੈਲੀ ਜਾਂਦੀ ਹੈ। ਆ ਕੇ ਚਰਨੀ ਲੱਗਣ ਲੱਗੇ ਦੱਤ ਦਰਸ਼ਨ ਕਰਨ ਨੂੰ ਆਉਂਦੇ ਸੀ, ਆਉਂਦੇ ਹੀ ਪ੍ਰਭਾਵਿਤ ਹੋ ਜਾਂਦੇ ਸੀ। ਜਿਵੇਂ ਗੁਰੂ ਘਰ 'ਚ ਵੀ ਇਵੇਂ ਆਉਂਦੇ ਜਾਂਦੇ ਸੀ, ਪਤਾ ਲੱਗਦਾ ਜਾਂਦਾ ਸੀ ਗਾਹਾਂ ਤੇ ਗਾਹਾਂ। 6ਵੇਂ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੋਂ ਗੁਰੂ ਨਾਨਕ ਤੋਂ ਸਾਰਿਆਂ ਦੇ ਆਉਂਦੇ ਹੀ ਰਹਿੰਦੇ ਸੀ। ਕਰੇ ਲਾਗ ਸਰਬੰ ਸੋ ਸੰਨਿਆਸ ਜੋਗੰ। ਕਰੇ ਲਾਗ ਸਰਬੰ ਕਰਨ ਲੱਗ ਗਏ ਸਾਰੇ ਸੰਨਿਆਸ ਯੋਗ। ਇਹਨੇ ਸੰਨਿਆਸ ਯੋਗ ਦਾ ਸਲੋਗਨ ਦਿੱਤਾ ਨਾ ਬਈ ਆਜ ਤੱਕ ਸੰਸਾਰੀ ਇੱਛਾਵਾਂ ਨੂੰ ਛੱਡ ਕੇ ਇੱਕ ਆਸ ਰੱਖੋ। ਸਮਝੇ ਜੀ? ਇੱਕ ਹੋ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰੋ। ਵੀ ਹੁਣ ਸਾਨੂੰ ਸਾਡਾ ਮਨ ਮਾਇਆ 'ਚ ਨਾ ਰਹੇ, ਆਪਣੇ ਘਰ ਚਲੇ ਜਾਈਏ। ਯਾਨੀ ਸਾਡੇ ਅੰਦਰ ਹਮੇਸ਼ਾ ਕਲਯੁਗ ਦੀ ਬਜਾਏ ਸਤਯੁਗੀ ਸਾਡੇ ਅੰਦਰ ਖਿਆਲ ਰਹਿਣ, ਸਤਯੁਗੀ ਅਵਸਥਾ ਬਣੀ ਰਹੇ। ਸਤਯੁਗੀ ਅਵਸਥਾ ਜਿਉਂਦੇ ਦੀ ਬਣ ਜਾਂਦੀ ਹੈ। ਜੇ ਸੱਚ ਨਾਲ ਜੁੜਿਆ, ਆਪਣੇ ਮੂਲ ਨਾਲ ਜੁੜਿਆ ਹੈ, ਸਤਯੁਗੀ ਅਵਸਥਾ ਹੀ ਹੈ ਉਹਦੀ। ਸਤਯੁਗੀ ਅਵਸਥਾ ਦੇ ਬਿਨਾਂ ਸ਼ਬਦ ਵਿਚਾਰ ਨਹੀਂ ਹੋ ਸਕਦਾ। ਜੇ ਰਿੜਕੂਗਾ ਸੱਚ ਤਾਂ ਪ੍ਰਾਪਤ ਹੋਊਗਾ ਗੁਰਬਾਣੀ 'ਚੋਂ, ਜੇ ਆਪਣੀ ਸਤਯੁਗੀ ਅਵਸਥਾ। ਜੇ ਸੱਚ ਦੀ ਸਤਯੁਗੀ ਅਵਸਥਾ ਕਿਹਦੀ ਹੁੰਦੀ ਆ? ਜਿਹਦੇ ਅੰਦਰ ਨਾਮ ਦੀ ਭੁੱਖ ਹੋਵੇ। ਇਮਾਨਦਾਰੀ ਨਾਲ ਉਹੀ ਰਿੜਕੂਗਾ ਬਾਣੀ ਨੂੰ ਜਿਹਨੂੰ ਇਹ 'ਚੋਂ ਕੁਛ ਲੈਣ ਦੀ ਇੱਛਾ ਹੋਵੇ, ਪਿਓਰ ਮੱਖਣ ਦੀ ਇੱਛਾ ਹੋਵੇ। ਪਿਓਰ ਮੱਖਣ ਬਿਨਾਂ, ਸਹੀ ਸੋਝੀ ਬਿਨਾਂ, ਗੁਰਬਾਣੀ ਦੀ ਸਹੀ ਸੋਝੀ ਪਿਓਰ ਮੱਖਣ ਤੇ ਬਿਨਾਂ ਮਨ ਨੇ ਮੰਨਣਾ ਹੀ ਨਹੀਂ, ਮਨ ਨੇ ਟਿਕਣਾ ਹੀ ਨਹੀਂ। ਮਨ ਨਹੀਂ ਟਿਕ ਸਕਦਾ, ਮਨ ਦੀ ਤਸੱਲੀ ਹੋਣੀ ਹੋਈ ਨਹੀਂ। ਟੀਕਿਆਂ ਦੇ ਪੜ੍ਹਨ ਤੋਂ ਬਾਅਦ ਜਾਂ ਪੜ੍ਹਦੇ ਰਹੇ ਹਾਂ, ਤਸੱਲੀ ਨਹੀਂ ਸੀ ਹੋਈ ਵੀ ਕੁਛ ਰਹਿ ਗਿਆ ਗੁਰਬਾਣੀ ਦੇ ਵਿੱਚ ਸਮਝਣ ਤੇ। ਉਹਨੇ ਨਹੀਂ ਮੰਨ ਲਿਆ ਵੀ ਉਹ ਟੀਕਾ ਠੀਕ ਹੈ, ਤਸੱਲੀ ਨਹੀਂ ਕਰਾ ਰਿਹਾ ਸੀ ਠੀਕ ਹੈ। ਇਸੇ ਕਰਕੇ ਤਾਂ ਲੋਕ ਸੈਮੀਨਾਰ ਕਰਦੇ ਸੀ। ਹੋਰ ਕਾਹਤੇ ਕਰਦੇ ਸੀ ਸੈਮੀਨਾਰ ਤਾਂ ਕਰਦੇ ਤੇ ਜੋ ਕੁਛ ਕਿਹਾ ਟੀਕਿਆਂ ਦੇ ਵਿੱਚ ਤਸੱਲੀ ਨਹੀਂ ਸੀ ਕਰਾ ਰਿਹਾ। ਸੈਮੀਨਾਰ ਡਿਸਕਸ਼ਨ ਹੁੰਦੀ ਹੈ। ਡਿਸਕਸ਼ਨ ਕਰਦੇ ਸੀ ਵੀ ਹੋਰ ਕੁਛ ਜਿਹੜਾ ਰਹਿ ਗਿਆ ਸ਼ਾਇਦ ਨਿਕਲ ਆਵੇ। ਕੋਸ਼ਿਸ਼ ਵੀ ਕਰ ਰਹੇ ਤੇ ਵਿਦਵਾਨ ਯੂਨੀਵਰਸਿਟੀਆਂ ਦੇ ਵਿੱਚ ਹੋਰ ਕਹਾਂ ਜਾਣ ਦੀ। ਹਾਂਜੀ, ਇਹੀ ਪੰਥ ਲਾਗੇ ਸੁਭਮ ਸਰਬ ਲੋਗਮ। ਇਸੇ ਪੰਥ ਨੂੰ ਲਾਗੇ ਦੂਏ ਪੰਥ ਸਾਰੇ ਹੀ ਛੱਡਤੇ। ਇਹੀ ਪੰਥ ਲਾਗੇ ਸੁਭਮ ਸਰਬ ਲੋਗਮ। ਇਸ ਪੰਥ ਨੂੰ ਸ਼ੁਭ ਸਮਝ ਕੇ, ਸ਼ੁਭ ਸਰਬ ਲੋਗਮ, ਸਾਰੇ ਲੋਕ ਇਸ ਪੰਥ ਨੂੰ ਸਾਰਿਆਂ ਨੂੰ ਸ੍ਰੇਸ਼ਟ ਮੰਨ ਕੇ, ਚੰਗਾ ਮੰਨ ਕੇ ਇਸੇ ਪੰਥ ਮਗਰ ਲੱਗੇ। ਉਹ ਪੰਥ ਹੁਣ ਕਿਹੜਾ ਸੀ ਜਿਹਦੇ ਮਗਰ ਸਾਰੀ ਦੁਨੀਆ ਲੱਗੀ? ਉਹ ਆਹੀ ਗੁਰਮਤਿ ਵਾਲਾ ਪੰਥ ਹੈ। ਪੰਥ ਵਿੱਚ ਪਹਿਲੇ ਆਇਆ ਹੈ, ਪੰਥ ਪਹਿਲੇ ਆਇਆ ਤੇ ਉਦੋਂ ਲੱਗੇ ਸੀ, ਅੱਜ ਵੀ ਲੱਗਣਗੇ। ਅੱਜ ਲੋੜ ਹੈ ਨਾ ਵੀ ਉਹ ਕਿਹੜਾ ਪੰਥ ਹੈ ਜਿਹੜੇ ਸਾਰੇ ਲੋਕ ਲੱਗ ਜਾਣ। ਆ ਲੱਗੇ ਹੋਏ ਨੇ ਪਹਿਲਾਂ। ਇਹ ਤੋਂ ਕੰਨਾ ਮੋਢਾ ਕੌਣ ਮਾਰਨਗੇ? ਉਹ ਮਾਰਨਗੇ ਜਿਹੜੇ ਦੱਤ ਨੂੰ ਮੰਨਦੇ ਨੇ ਅਵਤਾਰ। ਨਾ ਇਹ ਤੋਂ ਕੰਨਾ ਮੋਢਾ ਮਾਰਨ ਈਸਾਈ, ਨਾ ਬਹੁਤਾ ਕੰਨਾ ਮੋਢਾ ਮਾਰਨ ਮੁਸਲਮਾਨ ਜਿਹੜੇ ਇਮਾਨਦਾਰ ਨੇ। ਕੱਟੜਵਾਦੀਆਂ ਦਾ ਤਾਂ ਕੋਈ ਧਰਮ ਹੀ ਨਹੀਂ ਹੁੰਦਾ। ਕੋਈ ਵੀ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਉਹਨਾਂ ਦਾ ਧਰਮ ਕੋਈ ਨਹੀਂ ਹੁੰਦਾ। ਉਹਨਾਂ ਦਾ ਧਰਮ ਹੁੰਦਾ ਕਿ ਆਪਾਂ ਨੇ ਤਾਂ ਰਾਜ ਤੇ ਕਬਜ਼ਾ ਕਰਨਾ, ਆਹੀ ਧਰਮ ਉਹਨਾਂ ਦਾ। ਉਹ ਸਾਰੇ ਇਕੱਠੇ ਵੀ ਹੋ ਜਾਂਦੇ ਨੇ। ਸਿੱਖ ਮੁਸਲਮਾਨਾਂ ਨਾਲ ਕੱਟੜਵਾਦ ਤੇ ਇਕੱਠੇ ਹੋ ਜਾਣਗੇ, ਮੁਸਲਮਾਨ ਨਕਸਲਵਾੜੀਆਂ ਨਾਲ ਹੋ ਜਾਣਗੇ, ਸਾਰੇ ਹੀ ਹੋ ਜਾਣਗੇ। ਬਾਅਦ 'ਚ ਚਾਹੇ ਲੜ ਪੈਣ।
ਕਹਿੰਦੇ ਪਹਿਲਾਂ ਆਪਾਂ ਕਾਬਜ ਹੋ ਲਈਏ, ਡਕੈਤ ਪਹਿਲਾਂ ਡਾਕਾ ਮਾਰਦੇ ਨੇ, ਫਿਰ ਚਾਹੇ ਆਪਸ ਵਿੱਚ ਹੀ ਬਣਨ ਵੇਲੇ ਮਰ ਜਾਣ ਲੜ ਕੇ, ਪਹਿਲਾਂ ਤਾਂ ਇਕੱਠੇ ਹੋ ਕੇ ਮਾਰਦੇ ਨੇ ਡਾਕਾ। ਮਾਲ ਵੰਡਣ ਪਿੱਛੇ ਚਾਹੇ ਆਪੇ ਮਰ ਜਾਣ ਲੜ ਕੇ, ਐਦਾਂ ਹੁੰਦਾ ਇਹਨਾਂ ਦਾ। ਹਾਂਜੀ, ਸਭੇ ਦੇਸ਼ ਦੇ ਸ਼ਾਨ ਤੇ ਲੋਕ ਆਏ। ਆ ਦੇਖੋ ਹੁਣ ਸਾਰਿਆਂ ਦਾ ਕਿਹੜਾ ਇੱਕੋ ਧਰਮ ਹੈ? ਸਭੇ ਦੇਸ਼ ਦੇ ਸ਼ਾਂਤ ਤੇ ਲੋਕ ਆਏ, ਹਰ ਤਖਤ ਕੇ ਆਨ ਮੁੰਡਮ ਮੁੰਡਾਏ। ਸਾਰੇ ਦੇਸ਼ਾਂ ਦੇਸ਼ਾਂਤਰਾਂ ਤੋਂ ਲੋਕ ਆ ਰਹੇ ਨੇ। ਦੱਤ ਦੇ ਮੂਹਰੇ ਬਹਿ ਕੇ ਕਹਿੰਦੇ ਨੇ ਆਪਣੇ ਹੱਥਾਂ ਨਾਲ ਸਾਡਾ ਪਹਿਲੇ ਕੇਸ ਕੱਟਣ ਦਾ ਮਤਲਬ ਹੈ ਪਹਿਲੀ ਮੱਤ ਦਾ ਤਿਆਗ ਕਰਨਾ। ਹੁਣ ਇੱਥੇ ਤਾਂ ਪਹਿਲੇ ਕੇਸ ਕੱਟ ਰਹੇ ਨੇ, ਪਹਿਲੇ ਖਿਆਲ ਕੱਟ ਰਹੇ ਨੇ ਬੱਚੋਂ, ਸਿਰ ਦੇ ਕੇਸ ਕੱਟਣ ਚਾਹੇ ਨਾ ਕੱਟਣ। ਗੁਰੂ ਘਰ ਨੇ ਪਹਿਲੇ ਖਿਆਲ ਕੱਟੇ ਨੇ, ਗੁਰਬਾਣੀ ਵੀ ਖਿਆਲ ਕੱਟ ਰਹੀ ਹੈ ਨਾ ਪਹਿਲੇ ਮੱਤਾਂ ਦੇ। ਉਹ ਕੇਸ ਕਟਾ ਰਹੇ ਨੇ। ਅੱਗੇ ਰਿਵਾਜ ਸੀ ਕੇਸ ਕਟਾ ਦੇਣ ਦਾ ਹੀ। ਇਹੀ ਕੁਛ ਲਿਖਿਆ ਕ੍ਰਿਸ਼ਨ ਅਵਤਾਰ ਦੇ ਵਿੱਚ ਵੀ। ਜਦੋਂ ਕ੍ਰਿਸ਼ਨ ਦੇ ਮਗਰ ਦ੍ਰੋਪਦ ਰਾਜੇ ਦੀ ਲੜਕੀ ਨੂੰ ਲੈ ਕੇ ਆਇਆ ਨਾ, ਜਦੋਂ ਕ੍ਰਿਸ਼ਨ, ਉਹਦਾ ਮੁੰਡਾ ਸੀ ਜਿਹੜਾ ਦ੍ਰੋਪਦੀ ਦਾ ਭਾਈ ਰੁਕਮਣ ਹੈ ਉਹਦਾ ਨਾਂ, ਇਹ ਰੁਕਮਣੀ ਹੈ ਉਹਦਾ ਨਾਂ, ਰੁਕਮਣ ਭਾਈ। ਉਹਨੇ ਪਿੱਛਾ ਕੀਤਾ ਕ੍ਰਿਸ਼ਨ ਦਾ, ਤੇ ਜਦੋਂ ਉਹ ਘਰ ਆ ਗਿਆ, ਮਹਿਲਾਂ 'ਚ ਆ ਗਿਆ, ਤੇ ਬਲਭੱਦਰ ਪਤਾ ਲੱਗ ਗਿਆ ਵੀ ਪਿੱਛਾ ਕਰਦਾ ਹੁੰਦਾ। ਬਲਭੱਦਰ ਗਿਆ ਉਹਨੂੰ ਮੁਕਾਬਲੇ ਤੇ, ਕ੍ਰਿਸ਼ਨ ਦਾ ਭਰਾ। ਉਹਨੇ ਜੀ ਉਹ ਜਿਉਂਦਾ ਫੜ ਲਿਆ ਜੰਗ 'ਚ। ਉਹਦਾ ਪ੍ਰਣ ਸੀ ਵੀ ਜਿਹਨੂੰ ਮੈਂ ਜਿਉਂਦਾ ਫੜ ਲਾਂ, ਜੇ ਜੰਗ 'ਚ ਨਾ ਮਾਰਿਆ ਜਾਵੇ ਤਾਂ ਮੈਂ ਉਹਨੂੰ ਮਾਰ ਦੇਣਾ, ਛੱਡਣਾ ਨਹੀਂ। ਫੜ ਕੇ ਲਾਇਆ, ਇੱਕ ਵਾਰ ਤਾਂ ਕ੍ਰਿਸ਼ਨ ਦੇ ਪੇਸ਼ ਕਰਤਾ, ਫਿਰ ਬਲਭੱਦਰ ਕਹਿੰਦਾ ਮੈਨੂੰ ਦੇ ਦਿਓ, ਮੇਰਾ ਪ੍ਰਣ, ਮੈਂ ਤਾਂ ਇਹਨੂੰ ਮਾਰੂੰਗਾ। ਹੁਣ ਰੁਕਮਣੀ ਨੇ ਕਿਹਾ ਭਾਈ ਸੀ ਫਿਰ ਵੀ ਚਲੋ ਇਹਨੂੰ ਛਡਾਓ। ਕ੍ਰਿਸ਼ਨ ਨੇ ਕਿਹਾ ਵੀ ਨਹੀਂ, ਆਪਣਾ ਰਿਸ਼ਤੇਦਾਰ ਇਹ ਹੈ, ਆਪਾਂ ਮਾਰਨਾ ਨਹੀਂ ਹੈਗਾ। ਉਹ ਕਹਿੰਦਾ ਮੇਰਾ ਪੜ ਜਾਂਦਾ। ਕ੍ਰਿਸ਼ਨ ਸੀਗਾ ਸਿਆਣਾ, ਉਹ ਕਹਿੰਦਾ ਤੇਰਾ ਪੜ ਵੀ ਨਹੀਂ ਜਾਣ ਦਿੰਦੇ, ਇਹਦੀ ਜਾਨ ਵੀ ਵੱਜ ਜਾ ਫਿਰ ਠੀਕ ਹੈ। ਉਹ ਕਹਿੰਦਾ ਵੀ ਸ਼ਾਸਤਰਾਂ 'ਚੋਂ ਗ੍ਰੰਥਾਂ 'ਚੋਂ ਮੈਨੂੰ ਸਾਬਤ ਕਰ ਦੇ, ਕਿਉਂਕਿ ਧਰਮ ਨੂੰ ਮੰਨਦੇ। ਜੇ ਧਰਮ ਇਹ ਚੀਜ਼ ਸਾਬਤ ਕਰ ਦੇਵੇ ਮੇਰਾ ਪ੍ਰਣ ਨਹੀਂ ਟੁੱਟਦਾ, ਧਰਮ ਦੀ ਗੱਲ ਹੈ ਪ੍ਰਣ, ਮੇਰਾ ਕਿਹੜਾ ਬੈਰ ਹੈ ਕੋਈ। ਪ੍ਰਣ ਕਰ ਬੈਠਿਆ ਗਲਤ, ਐਦਾਂ ਹੀ ਪ੍ਰਣ ਗਲਤ ਕਰ ਬੈਠਦੇ ਤੇ ਇਹ ਜਿਹਾ ਪ੍ਰਣ ਦਾ ਸਰਥ ਨੇ ਕਰ ਲਿਆ ਸੀ। ਉਹ ਪ੍ਰਣ ਛਡਾਏ ਨੇ ਗੁਰੂ ਘਰ ਨੇ, ਇਹੋ ਜਿਹੇ ਨਹੀਂ, ਇਹ ਮੂਰਖਤਾ ਦੇ ਪ੍ਰਣ ਹੁੰਦੇ ਨੇ, ਘੱਟ ਅਕਲ ਵਾਲਿਆਂ ਦੇ। ਗਿਆਨਵਾਨਾਂ ਦਾ ਕੋਈ ਪ੍ਰਣ ਨਹੀਂ ਹੁੰਦਾ। ਗਿਆਨਵਾਨਾਂ ਦਾ ਇੱਕੋ ਪ੍ਰਣ ਹੈ, ਗੁਰੂ ਨਾਲ ਸਿਰ ਦੀਜੈ ਕਾਂਡ ਨਾ ਕੀਜੈ, ਆਹੀ ਪ੍ਰਣ, ਇਹੀ ਰਹਿ ਜਾਵੇ ਬਸ। ਜਿਹਦਾ ਗੁਰੂ ਨਾਲ ਪ੍ਰਣ ਹੈ ਉਹ ਸੰਸਾਰ ਨਾਲ ਨਹੀਂ ਕਰ ਸਕਦਾ। ਜਿਹੜਾ ਸੰਸਾਰ ਨਾਲ ਜੁੜਿਆ ਗੁਰੂ ਨਾਲ ਜੁੜਿਆ ਨਹੀਂ ਰਹਿ ਸਕਦਾ। ਦੋ ਪ੍ਰਣ ਨਹੀਂ ਹੋ ਸਕਦੇ ਦੋ ਪਾਸੇ। ਹਾਂਜੀ, ਉਹ ਕਹਿਣ ਲੱਗੇ, ਉਹਨੇ ਸ਼ਾਸਤਰ ਕੱਢ ਕੇ ਦਿਖਾਤਾ ਵੀ ਜੇ ਕਿਸੇ ਦੇ ਸਿਰ ਦੇ ਵਾਲ ਕੱਟ ਲਈਏ, ਉਹਦਾ ਸਿਰ ਲੈ ਲਿਆ, ਉਹਦੇ ਬਰਾਬਰ ਹੈ। ਉਹਨੂੰ ਦਿਖਾਤਾ, ਉਹਦੇ ਆਪਣੇ ਜਿਹੜੇ ਸੀ ਹਥਿਆਰ, ਉਹਦੇ ਨਾਲ ਉਹਦੇ ਸਿਰ ਦੇ ਵਾਲ ਕੱਟ ਲਏ। ਇੰਨਾ ਉਹ ਬੇਇੱਜ਼ਤੀ ਸਮਝੀ ਰੁਕਮਣ ਨੇ। ਜਾਂ ਵਾਪਸ ਗਿਆ, ਆਪਣੇ ਸ਼ਹਿਰ 'ਚ ਨਹੀਂ ਗਿਆ, ਬੇਇੱਜ਼ਤੀ ਦਾ ਮਾਰਿਆ। 18-20 ਮੀਲ ਉਰੇ ਨਵਾਂ ਸ਼ਹਿਰ, ਉੱਥੇ ਬਹਿ ਗਿਆ। ਕਹਿੰਦਾ ਸ਼ਹਿਰ 'ਚ ਨਹੀਂ ਜਾਣਾ, ਸ਼ਹਿਰ 'ਚ ਤਾਂ ਮੈਂ ਮਰ ਗਿਆ, ਚੰਗਾ ਮੂੰਹ ਨਹੀਂ ਦਿਖਾ ਸਕਦਾ। ਨਵਾਂ ਸ਼ਹਿਰ ਉੱਥੇ ਵਸਾ ਕੇ ਨਵਾਂ ਰਾਜਧਾਨੀ ਉੱਥੇ ਬਣਾਈ। ਇੰਨੀ ਬੇਇੱਜ਼ਤੀ ਮਹਿਸੂਸ ਕੀਤੀ। ਉਹ ਚਲਦੀ ਆਉਂਦੀ ਗੱਲ ਹੈ। ਇਹ ਧਰਮ 'ਚ ਪ੍ਰਮਾਣ ਹੈ ਉਹਨਾਂ ਦੇ। ਸਿੱਖ ਮਤ ਨੇ ਰੱਦ ਕੀਤੀ ਹੈ, ਅਸੀਂ ਰੱਦ ਕਰਤੇ। ਇਹ ਜਿਹੜਾ ਦਿਖਾਵਾ ਸਰੀਰ ਨਾਲ ਕਿਸੇ ਮਤ ਦਾ, ਹੰਕਾਰ ਦਾ ਤਾਂ ਜ਼ੋਰ ਹੈ ਸਰੀਰ ਨਾਲ। ਜਦ ਹੰਕਾਰ ਛੱਡ ਦਿੱਤਾ, ਜੇ ਭਲਾ ਕੇਸ ਕਟਾ ਕੇ ਵੀ ਨਾ ਮੰਨੇ ਅੰਦਰੋਂ, ਕੱਲ੍ਹ ਨੂੰ ਮੁੱਕਰ ਜਾਵੇ, ਬੇਦਾਵਾ ਦੇ ਜਾਵੇ, ਫਿਰ ਕੀ ਹੈ?
ਵੀ ਇਹ ਡੁਪਲੀਕੇਟ ਦੀਆਂ ਗੱਲਾਂ ਛੱਡੋ, ਤੁਸੀਂ ਮਨ ਨੂੰ ਦ੍ਰਿੜ ਕਰਕੇ ਫੈਸਲਾ ਕਰੋ। ਜੇ ਮਨ ਇੱਕ ਪਾਸੇ ਹੋ ਗਿਆ, ਜਾਂ ਮਨ ਡਿੱਗਦਾ ਹੀ ਨਹੀਂ, ਭਗਤਾਂ ਨਹੀਂ ਕਹਿਤਾ ਮਨ ਨਾ ਡਿਗੇ ਤਨ ਕਾਹੇ ਕੋ ਡਰ ਆਏ, ਇਹ ਕਬੀਰ ਨੇ ਅਸਲ 'ਚ ਰੱਦ ਕਰਤਾ ਸੀ। ਜੇ ਮਨ ਨਹੀਂ ਤੁਹਾਡਾ ਡਿੱਗਦਾ ਤੇ ਸਰੀਰ ਦਾ ਇਹਦੇ ਨਾਲ ਕੀ ਸੰਬੰਧ? ਸਰੀਰ ਤਾਂ ਡਰ ਪ੍ਰਵੇਸ਼ ਜਦ ਕਰਦਾ ਜਾਂ ਮਨ ਡਿੱਗ ਜਾਂਦਾ ਹੈ, ਪੈ ਜਦ ਵੀ ਆਪਸ ਦੇ ਜਾਂ ਮਨ ਗਿਰ ਜਾਂਦਾ ਹੈ। ਜੇ ਵਿਕਟੇ ਨਹੀਂ ਗਿਰੀ ਆਊਟ ਥੋੜੀ ਹੋ ਜਾਊਗਾ, ਵਿਕਟ ਗਿਰੀ ਨਹੀਂ ਆਊਟ ਕਿਵੇਂ ਹੋ ਜਾਊਗਾ? ਹਾਂਜੀ। ਤਰੇ ਸੀਸ ਪੈ ਪਰਮ ਝੂਟੰ ਜਟਾਣੰ, ਤਰੇ ਸੀਸ ਪੇ ਪਰਮ ਝੂਟੰ ਜਟਾਣੰ। ਆ ਦੇਖ ਜਟਾਂ ਫੇਰ ਧਾਰਨ ਕਰਦੇ ਨੇ ਬਣਾ ਕੇ, ਉਹ ਨਵੇਂ ਖਿਆਲ ਲੈ ਕੇ, ਨਵੀਂ ਜਿਹੜੀ ਹੈ ਫਿਲਾਸਫੀ ਲੈ ਕੇ, ਨਵਾਂ ਜਿਹੜਾ ਧਰਮ ਹੈ ਨਾ, ਨਵੇਂ ਧਰਮ ਦੀ ਸਿੱਖਿਆ ਪੁਰਾਣੀ ਸਿੱਖਿਆ ਕੱਟਤੀ, ਪੁਰਾਣੀ ਸਿੱਖਿਆ ਲਾਤੀ, ਨਵੀਂ ਸਿੱਖਿਆ ਦੇਤੀ। ਕਰੈ ਲਾਗ ਸੰਨਿਆਸ ਜੋਗ ਅਪਰਮਾਨੰ, ਕਰੇ ਸੰਨਿਆਸ ਜੋਗ ਹੈਂ? ਕਰੈ ਲਾਗ ਸੰਨਿਆਸ ਜੋਗ ਅਪਰਮਾਨੰ। ਹਾਂ, ਕਰਨ ਲੱਗ ਗਏ, ਕਰੇ ਲਾਗਦਾ ਕਰਨ ਲੱਗ ਗਏ, ਸੰਨਿਆਸ ਜੋ ਕਰਨ ਲੱਗ ਗਏ ਸਾਰੇ। ਅਪਰਮਾਨੰ, ਸੰਨਿਆਸ ਜੋ ਹੁੰਦਾ ਵੀ ਆਸ ਜੇ ਮਨ ਵਿੱਚ ਨਹੀਂ ਹੈਗੀ ਕੋਈ ਸੰਸਾਰ ਦੇ ਵਿੱਚ ਪਦਾਰਥ ਦੀ, ਉਹ ਮਨ ਆਪ ਹੀ ਜੁੜਿਆ ਹੋਇਆ, ਇਹਨੂੰ ਸੰਨਿਆਸ ਜੋ ਕਹਿੰਦੇ ਨੇ। ਮਨ ਚਿੱਤ ਇੱਕ ਹੈ, ਫਿਰ ਮਨ ਜ਼ਿਆਦਾ ਅੱਡ ਹੁੰਦਾ ਜਦ ਦੁਨਿਆਵੀ ਪਦਾਰਥਾਂ ਦੇ ਪਿੱਛੇ ਭੱਜਦਾ। ਜੇ ਦੁਨਿਆਵੀ ਪਦਾਰਥਾਂ ਦੇ ਪਿੱਛੇ ਭੱਜਦਾ, ਕੁੱਤਾ ਸ਼ਿਕਾਰੀ ਦਾ ਹੱਥ 'ਚ ਫੜਿਆ ਹੋਇਆ, ਗਲ 'ਚ ਰੱਸੀ ਪਾ ਕੇ, ਕੋਈ ਸ਼ਿਕਾਰ ਆਊ ਤਾਂ ਹੀ ਪਿੱਛੇ ਜਾਊ। ਜੇ ਕੁੱਤਾ ਛੱਡਿਆ ਵੀ ਹੋਇਆ ਤਾਂ ਵੀ ਮਾਲਕ ਨਾਲੇ ਰਹੂ, ਜਿੰਨਾ ਚਿਰ ਉਹਨੂੰ ਕੋਈ ਸ਼ਿਕਾਰ ਦੀ ਇੱਛਾ ਨਹੀਂ ਹੋਵੇ, ਕੋਈ ਚੀਜ਼ ਦਿਖੂ ਨਹੀਂ ਭੱਜੂ ਦੀ, ਹੋੜੇ ਰਹੂ, ਉਹਦੇ ਨਾਲੇ ਤੁਰੂਗਾ। ਇਹ ਛੱਡਿਆ ਹੋਇਆ ਵੀ ਮਨ ਫਿਰ ਨਾਲੇ ਤੁਰਦਾ ਹੁੰਦਾ। ਹਾਂਜੀ। ਰੁਆਲ ਛੰਦ ਦੇਸ ਦੇਸਨ ਕੇ ਸਭੈ ਨਿਰਪ ਆਣ ਕੇ ਤਹਿ ਠੌਰ। ਦੇਸ ਦੇਸਾਂ ਦੇ ਸਾਰੇ ਰਾਜੇ ਉਸ ਜਗ੍ਹਾ ਆ ਕੇ ਜਿੱਥੇ ਦੱਤ ਹੈਗਾ ਆ ਰਹੇ ਨੇ। ਜਾਨ ਪਾਣ ਪਰੈ ਸਭੈ ਗੁਰਦੱਤ ਸ੍ਰੀ ਸਰਮੌਰ। ਸਾਰੇ ਸਿਰਮੌਰ ਬਣ ਗਏ ਦੱਤ ਨੂੰ। ਵੱਡਾ ਸਿਰਮੌਰ ਹੁੰਦਾ ਸਾਰਿਆਂ ਦਾ ਵੱਡਾ, ਵੱਡਾ ਮੰਨ ਕੇ ਦੱਤ ਨੂੰ ਸਾਰੇ ਪੈਰੀ ਚੜ੍ਹਨੀ ਲੱਗੇ, ਸਾਰੇ ਉਹਦੀ ਸਿੱਖਿਆ ਲੈਣ ਲੱਗੇ। ਤਿਆਰ ਔਰ ਨਏ ਨਏ ਮਤ ਏਕ ਹੀ ਮਤ ਠਾਣ। ਇੱਕ ਮਤ ਕਰ ਰਿਹਾ ਸੰਸਾਰ ਨੂੰ, ਸਾਰੇ ਨੂੰ ਆਪੇ ਹੀ ਹੋ ਰਹੇ ਨੇ ਬਿਨਾਂ ਬੋਲੇ। ਇੱਕ ਮਤ ਤਿਆਗ ਔਰ ਨਏ ਨਏ ਮਤ, ਨਵੇਂ ਨਵੇਂ ਰੋਜ਼ ਮਤ ਬਣਦੇ ਤੇ ਜਿਵੇਂ ਸੰਤ ਬਣਾਈ ਆ ਰਾਧਾ ਸਵਾਮੀ ਨੇ ਨਵਾਂ ਨਹੀਂ ਬਣਾਇਆ, ਛੱਡ ਦੇਣਗੇ ਆਪੇ। ਹੁਣ ਕੀ ਰੱਖਿਆ ਮਤ 'ਚ? ਨਾਮਧਾਰੀਆਂ ਨੇ ਨਵਾਂ ਨਹੀਂ ਬਣਾਇਆ ਸੀ। ਉਹ ਨਵਾਂ ਤਾਂ ਨਹੀਂ ਹੈ ਦਾ ਸਿੱਖ ਹੀ ਉਹਨਾਂ ਦਾ ਨਵਾਂ ਹੈ ਨਹੀਂ। ਉਹ ਵਿੱਚ ਥੋੜ੍ਹਾ ਜਿਹਾ ਪਰਪੰਚ ਜਿਹਾ ਰਚਿਆ ਸੀ, ਨਾਰਾਜ਼ ਹੋ ਕੇ ਛੱਡ ਦੇਣਗੇ ਆਪੇ। ਬਾਣੀ ਤਾਂ ਉਹੀ ਹੈ ਇਹਨਾਂ ਕੋਲ ਵੀ, ਬਾਣੀ ਤਾਂ ਨਹੀਂ ਦੂਈ ਬੰਦੇ, 10 ਮੁਰਾਥਰੂ ਵੀ ਬੰਦੇ ਨੇ। ਆਦਮੀਆਂ ਦੀ ਉਹ ਗੱਲ ਸੀ ਵੀ ਅਸੀਂ ਗੁਰੂ ਆ, ਜੇ ਆ ਫਲਾਨ ਇਹ ਜਾਂ ਕੁਛ ਸੀ ਇਹਨਾਂ ਦਾ। ਹਾਂਜੀ, ਜਿਹੜੇ ਨਵੇਂ ਨਵੇਂ ਮਤ ਬਣਾ ਲਏ ਸੀ ਦੁਨੀਆ ਦੇ ਵਿੱਚ ਬਣੇ ਹੋਏ ਤੇ, ਕਿਹੜੇ ਕਿਹੜੇ ਮਤ ਸੀ? ਉਹ ਜਿਹੜੇ ਸਾਰੇ ਨੇ ਨਾ ਮਤਾਂ ਉਹਦੇ ਤ੍ਰਿਆ ਚਰਿੱਤਰ 'ਚ, ਉਹ ਵੀ ਸਾਰੇ ਆ ਗਏ। ਇਸ਼ਾਰਾ ਉੱਧਰ ਹੈ। ਉਹ ਜਿਹੜੇ ਬਣੇ ਤੇ ਨਾ ਸਾਰੇ ਹੀ ਬਣ ਜਾਂਦੇ ਹੁੰਦੇ ਨੇ ਡੇਰੇ, ਜਿਵੇਂ ਆਪਣੇ ਬਣੇ ਹੋਏ ਨੇ ਸੰਤਾਂ ਦੇ। ਉਹ ਜਦੋਂ ਆਇਆ ਨਾ ਫਸਲ ਕੋਈ ਪੈਦਾ ਹੁੰਦੀ ਹੈ, ਉਹ ਖਾਣ ਵਾਲੇ ਵੀ ਜੀਵ ਵੱਲੋਂ ਹੀ ਪੈਦਾ ਹੋ ਜਾਂਦੇ। ਜਦ ਸੰਗਤ ਕੋਲ ਪੈਸਾ ਆ ਜਾਂਦਾ, ਕੋਈ ਦੁਕਾਨ ਕਿਸੇ ਦੀ ਚੱਲ ਪੈਂਦੀ, ਉਹੀ ਜਿਹੀ ਦੁਕਾਨਾਂ ਫਿਰ ਬਹੁਤ ਖੁੱਲ੍ਹ ਜਾਂਦੀਆਂ। ਹੁਣ ਗੁਰੂ ਘਰ ਨੂੰ ਲੋਕ ਸਿੱਧਾ ਰੱਖਦੇ ਸੀ, ਆਪਣੇ ਆਪਣੇ ਲਾ ਕੇ ਬਹਿ ਗਏ ਝੰਡੇ। ਇੱਦਾਂ ਹੁੰਦਾ ਹੀ ਹੁੰਦਾ। ਖਾਣ ਵਾਲੇ ਜਿਹੜੇ ਨੇ ਨਾ ਲੋਕ ਵਿਹਲੜ, ਉਹ ਇਹੋ ਜਿਹੀਆਂ ਮੱਤਾਂ ਬਣਾ ਲੈਂਦੇ ਹੁੰਦੇ। ਜਿੰਨੀਆਂ ਵੀ ਮੱਤਾਂ ਨਵੀਆਂ ਤੇ ਨਵੀਆਂ ਬਣਾਈਆਂ ਹੋਈਆਂ ਸੀ, ਸਾਰੇ ਆਪ ਹੀ ਛੱਡਤੀਆਂ। ਖਤਰੇ ਦੀ ਘੰਟੀ ਪਹਿਲਾਂ ਹੀ ਦੇਖ ਲਈ ਉਹਨਾਂ ਨੇ, ਬਈ ਛਿੱਤਰ ਖਾ ਕੇ ਵੀ ਤਾਂ ਛੱਡਾਂਗੇ, ਪਹਿਲਾਂ ਹੀ ਛੱਡ ਦਿਓ। ਮੌਸਮ ਦੇਖ ਲੈਂਦੇ ਨੇ ਨਾ। ਏਕ ਹੀ ਮਤ ਠਾਣ। ਇੱਕੋ ਹੀ ਮਤ ਠਾਣ ਲਿਆ, ਇੱਕੋ ਹੀ ਐ ਹੋ ਗਿਆ ਵੀ ਇੱਕੋ ਹੀ ਮਤ ਇਹਦੇ ਵਾਲੀ ਉਹ ਲੈ ਲਓ।
ਜਾਂ ਸਾਰੇ ਲੋਕ ਹੜੇ ਆ ਗਿਆ। ਅਗਲਾ ਕਹਿੰਦਾ ਪਹਿਲਾਂ ਹੀ ਜਾ ਲੱਗੋ, ਇਸੇ ਪਾਰਟੀ 'ਚ ਰਲ ਜਾਓ, ਹੁਣ ਇਹਦਾ ਹੀ ਰਾਜ ਆਉਣਾ। ਜਿਹੜੀ ਪਾਰਟੀ ਦਾ ਰਾਜ ਆਉਣਾ ਹੋਵੇ, ਜਦ ਦੇਖਿਆ ਅੰਗਰੇਜ਼ਾਂ ਨੇ ਵੀ ਸਾਨੂੰ ਤਾਂ ਜਾਣਾ ਹੀ ਪੈਣਾ, ਕਾਂਗਰਸ ਦੇ ਮਗਰ ਬਹੁਤ ਲੋਕ ਲੱਗ ਗਏ। ਉਹਨਾਂ ਨੇ ਆਪਣੇ ਆਪ ਵੀ ਪਹਿਲਾਂ ਹੀ ਉਹਨਾਂ ਨੂੰ ਕਹਿਤਾ ਵੀ ਦੇਖੋ ਰਾਜ ਹੋ ਜਾਣਾ, ਉਹਨਾਂ ਦਾ ਅਸੀਂ ਦੇਣਾ ਛੱਡ, ਹੁਣ ਤੁਸੀਂ ਕਾਂਗਰਸ ਜੁਆਇਨ ਕਰ ਲਓ। ਪਹਿਲਾਂ ਹੀ ਜੁਆਇਨ ਕਰਾਤੀ, ਆਹ ਐਲਾਨ ਕਰਤਾ। ਬਾਅਦ ਦੇ ਵਿੱਚ ਵੀ ਅਸੀਂ ਤੁਹਾਨੂੰ ਆਜ਼ਾਦੀ ਦੇ ਦਾਂਗੇ। ਚਲ ਆਜ਼ਾਦੀ ਦੇ ਦਾਂਗੇ ਐਲਾਨ ਕਰਤਾ, ਲੜਾਈ ਬੰਦ ਹੋ ਗਈ। ਫਿਰ ਕਾਹਦਾ ਝਗੜਾ ਸੀ? ਜਾਂ ਉਹਨੇ ਕਹਿਤਾ ਸਾਲ ਨੂੰ 2 ਸਾਲ ਨੂੰ ਅਸੀਂ ਆਜ਼ਾਦੀ ਦੇ ਦੇਣੀ ਹੈ ਤੁਹਾਨੂੰ, ਝਗੜਾ ਕਾਹਦਾ ਰਹਿ ਗਿਆ? ਫਿਰ ਆਪਣੇ ਬੰਦੇ ਪਹਿਲਾਂ ਹੀ ਵੜਤੇ ਵਿੱਚ। ਉਹੀ ਬੰਦੇ ਸੀ, ਉਹਨਾਂ ਨੇ ਮਜਬੂਰ ਕਰਕੇ ਜਵਾਹਰ ਲਾਲ ਨੂੰ ਕਸ਼ਮੀਰ ਦਾ ਫੈਸਲਾ ਕਰਾਇਆ ਸੀ ਅੰਗਰੇਜ਼ਾਂ ਦੇ ਹਿਸਾਬ ਨਾਲ। ਜਵਾਹਰ ਲਾਲ ਵੀ ਤਾਂ ਅੰਗਰੇਜ਼ਾਂ ਦੇ ਨਾਲ ਸਹਿਮਤ ਸੀ, ਉਹਨਾਂ ਦੀ ਗੱਲ ਮੰਨਦਾ ਸੀ। ਆਪਣੇ ਪਟੇਲ ਉਹਨਾਂ ਦੀ ਮੰਨਦਾ ਨਹੀਂ ਸੀ, ਕਿਉਂਕਿ ਉਹਨਾਂ ਦੇ ਬਿਨਾਂ ਪ੍ਰਾਈਮ ਮਿਨਿਸਟਰ ਬਣਨਾ ਔਖਾ ਸੀ, ਬਣਿਆ ਰਹਿਣਾ ਔਖਾ ਸੀ। ਇਹ ਸਮਝਦਾ ਸੀ ਉਸ ਗੱਲ। ਹੁਣ ਸਾਰੇ ਜਾਣਦੇ ਨੇ ਉਸ ਵੇਲੇ ਦੀਆਂ ਗਲਤੀਆਂ ਹੋਈਆਂ ਨੇ, ਜਿਹੜੀਆਂ ਭੁਗਤ ਰਹੇ ਨੇ ਸਾਰੇ। ਹਾਂਜੀ, ਆਨ ਮੂੰਡ ਮੁੰਡਾਤ ਪੇ ਸਭ ਰਾਜ ਪਾਟ ਨਿਧਾਨ। ਜਿਹੜੇ ਰਾਜ ਪਾਠ ਦੇ ਮਾਲਕ ਨੇ, ਬੜੇ ਬੜੇ ਖਜ਼ਾਨਿਆਂ ਦੇ ਮਾਲਕ ਨੇ, ਸਾਰੇ ਆਪਣੇ ਸਿਰ ਮਨਾ ਰਹੇ ਨੇ ਆ ਕੇ। ਆਨ ਮੂੰਡ ਮੁੰਡਾਤ ਪੇ ਸਭ ਰਾਜ ਪਾਟ ਨਿਧਾਨ। ਸਾਰੇ ਰਾਜ ਭਾਗ ਦੇ ਜਿਹੜੇ ਖਜ਼ਾਨਿਆਂ ਦੇ ਮਾਲਕ ਨੇ ਨਾ, ਆਪੇ ਬਹਿ ਜਾਂਦੇ ਨੇ ਆ ਕੇ ਪੂਰੇ ਵੀ ਸਾਨੂੰ ਵੀ ਚੇਲਾ ਬਣਾ ਲੈ। ਇਹ ਸਿਰ ਬੁੰਨ ਕੇ ਚੇਲਾ ਬਣਾ ਰਿਹਾ, ਗੋਰਖ ਕੰਨ ਪਾੜ ਕੇ ਚੇਲੇ ਬਣਾ ਰਿਹਾ ਸੀ। ਗੋਰਖ ਨੇ ਕੰਨ ਪਾੜ ਕੇ ਚੇਲੇ ਬਣਾਏ ਨੇ। ਜਿਹੜੇ ਪਹਿਲੇ ਵਾਲ ਨੇ ਕੱਢਤੇ, ਜਿਹੜੇ ਇਹ ਆਉਣਗੇ ਸਾਡੇ ਮਤ ਵਾਲੇ ਆਉਣਗੇ, ਜਿਹੜੇ ਖਿਆਲ ਨਵੇਂ ਆਉਣਗੇ। ਉਹਦਾ ਮਤਲਬ ਇਹ ਨਵੇਂ ਵਾਲ ਆਉਣਗੇ, ਨਵੇਂ ਖਿਆਲ ਆਉਣਗੇ ਲੈ ਕੇ। ਦਿਮਾਗ 'ਚੋਂ ਨਿਕਲਦੇ ਆ ਵਾਲ। ਮੂਡ ਬਣਾਉਂਦੇ ਸੀ, ਦਾੜੀ ਮੁੱਛ ਨਹੀਂ ਸੀ ਬਣਾਉਂਦੇ। ਇਹ ਵੀ ਹੈ, ਦਾੜੀ ਮੁੱਛ ਨਹੀਂ ਬਣਾਉਂਦੇ ਸੀ। ਜਿਹੜੀ ਮੁੱਛ ਹੈ ਇਹ ਨੱਕ ਦਾ, ਇਹ ਦ੍ਰਿੜ ਇਰਾਦੇ ਦਾ ਵਿਸ਼ਵਾਸ, ਜਿਹੜਾ ਵਿਸ਼ਵਾਸ ਦੀ ਪ੍ਰਤੀਕ ਹੈ ਮੁੱਛ। ਭਰੋਸੇ ਦੀ ਹੈ, ਭਰੋਸਾ ਨਹੀਂ ਡੋਲਦਾ। ਦ੍ਰਿੜ ਇਰਾਦੇ ਦੀ ਪ੍ਰਤੀਕ ਹੈ। ਦਾੜੀ ਬੁੱਧੀ ਦੀ ਪ੍ਰਤੀਕ ਹੈ। ਬੁੱਧੀ ਨਹੀਂ ਖਤਮ ਕੀਤੀ, ਜਿਹੜੇ ਖਿਆਲ ਗਲਤ ਤੇ ਉੱਤੇ ਨੂੰ ਜਾਂਦੇ ਉਹ ਖਤਮ ਕੀਤੇ, ਕਿਉਂਕਿ ਦਾੜੀ ਥੱਲੇ ਨੂੰ ਆਉਂਦੀ ਹੈ, ਥੱਲੇ ਦੀ ਵੀ ਆਉਂਦੀ ਹੈ ਨਾ। ਹਾਂ, ਜੇ ਇਹਨਾਂ ਦੀ ਵੀ ਦਾੜੀ ਹੋਊ ਤਾਂ ਵੀ ਥੱਲੇ ਨੂੰ ਆਉਂਦੀ ਹੈ। ਜੇ ਇਹਨਾਂ ਨੇ ਵਾਲ ਉੱਧਰ ਉੱਤਰ ਜਾਂਦੇ ਨੇ, ਉਹ ਅਲੱਗ ਗੱਲ ਹੈ ਕਿ ਬੜਾ ਹੋ ਕੇ ਤਾਂ ਦਰਖਤ ਦੇ ਟਾਹਣੀਆਂ ਵੀ ਥੱਲੇ ਨੂੰ ਆਉਣ ਲੱਗ ਜਾਂਦੀਆਂ ਨੇ। ਬੜੇ ਹੋ ਕੇ ਵਾਲ ਥੱਲੇ ਨੂੰ ਝੁਕਦੇ ਨੇ, ਉਹ ਗੱਲ ਅਲੱਗ ਹੈ। ਛੋਟੇ ਛੋਟੇ ਤਾਂ ਉੱਤਰ ਨੂੰ ਜਾਂਦੇ ਨੇ ਨਾ। ਇਸ ਕਰਕੇ ਜਿੱਧਰ ਉਹਦੇ ਰੋਖ ਉਵੇਂ ਹੁੰਦਾ। ਹਾਂਜੀ, ਆਣ ਆਣ ਲੱਗੇ ਸਭੇ ਪਗ ਜਾਣ ਕੇ ਗੁਰਦੇਵ। ਆ ਕੇ ਸਾਰੇ ਚੜ੍ਹਨੀ ਲੱਗਦੇ ਜਾਂਦੇ ਨੇ ਉਹਨੂੰ। ਦੇਖੋ ਗੁਰੂ ਨਹੀਂ ਹੈ, ਗੁਰਦੇਵ ਲਫ਼ਜ਼ ਆਇਆ ਹੈ, ਗੁਰੂ ਹੀ ਆਇਆ। ਜੇ ਲਿਖਿਆ ਹੁੰਦਾ ਹੈ ਕਿਸੇ ਬਾਹਮਣ ਦਾ, ਗੁਰੂ ਲਿਖਦਾ। ਬਾਹਮਣ ਆਪ ਗੁਰੂ ਹੈ ਜਗਤ ਦਾ। ਜਿਹੜੇ ਬੰਦਿਆਂ ਨੇ ਪ੍ਰਚਾਰ ਕੀਤਾ 10ਵੇਂ ਗ੍ਰੰਥ ਦੇ ਖਿਲਾਫ, ਅਸਲ 'ਚ ਇਸ ਗੱਲੋਂ ਨਹੀਂ ਕੀਤਾ। ਉਹਨਾਂ ਦਾ ਆਪਣਾ ਧਰਮ ਹੈ, ਉਹਦੇ ਖਿਲਾਫ ਹੈ। ਜਿਹੜੀ ਮਤ ਉਹ ਮੰਨਦੇ ਨੇ ਉਹਦੇ ਖਿਲਾਫ ਹੈ। ਅਸਲ 'ਚ ਸਨਾਤਨੀ ਨੇ ਬੇਸਿਕ ਤੌਰ 'ਤੇ। ਸਿੱਖ ਤਾਂ ਬਣ ਬੈਠੇ ਉਹ, ਇਸ ਨੂੰ ਲਿਓ ਲਾਉਣ ਗਏ। ਹੁਣ ਫੜੇ ਗਏ, ਹੁਣ ਤਾਂ ਫੜੇ ਗਏ ਨਾ। ਜੇ ਹੁਣ ਦੂਜੇ ਘਰ ਆ ਕੇ, ਦੂਜੀ ਫੌਜ ਆ ਕੇ ਭੇਸ ਧਾਰ ਕੇ ਕੋਈ ਗਲਤ ਰਸਤੇ ਆਪਾਂ ਨੂੰ ਲਈ ਜਾਂਦਾ ਹੋਵੇ, ਪਤਾ ਲੱਗ ਜਾਵੇ, ਤੇ ਪਤਾ ਲੱਗ ਜਾਵੇ ਫਿਰ ਤਾਂ ਔਖਾ। ਜਿੰਨਾ ਚਿਰ ਉਹਦੀ ਗੱਲ ਮੰਨ ਕੇ ਆਪਾਂ ਸਮੁੰਦਰ 'ਚ ਉਲਟੇ ਰਾਹ ਜਾਈ ਜਾਂਦੇ ਹਾਂ। ਉਹ ਲੀਡਰ ਹੈ ਜਹਾਜ਼ ਦਾ, ਜਿਵੇਂ ਉਹ ਕਹਿੰਦਾ ਉਵੇਂ ਚੱਲਦੇ ਹਾਂ। ਉਹ ਲੈ ਬੜਿਆ ਦੂਰ ਬਹੁਤ, ਉੱਥੇ ਪਤਾ ਲੱਗਾ ਉਹ ਤਾਂ ਸਿੱਖਿਓ ਨਹੀਂ ਰਹੀ। ਫਿਰ ਦੇਖਿਆ ਕਿਉਂ ਨਹੀਂ ਰਹੀ, ਫਿਰ ਤਾਂ ਆਪਾਂ ਵੀ ਉਲਟੇ ਰਾਹ ਆ ਗਏ ਆਪਾਂ ਜਾ ਕੇ।
ਵੀ ਆਪਾਂ ਨੂੰ ਤਾਂ 2 ਘੰਟੇ ਦਾ ਰਸਤਾ ਸੀ, ਸਟੇਸ਼ਨ ਆਏ ਨੇ ਹੁਣ 24 ਘੰਟੇ ਦੇ ਵੀ ਜ਼ਿਆਦਾ ਲੰਘੇ। ਇਹਦਾ ਮਤਲਬ ਆਪਾਂ ਤਾਂ ਹੋਰ ਦਿਸ਼ਾ ਜਾ ਰਹੇ ਹਾਂ ਵੀ ਹੁਣ ਨਹੀਂ ਆਉਣਾ, ਹੁਣ ਤਾਂ ਹੋਰ ਪਾਸੇ ਚਲੇ ਗਏ। ਫੇਰ ਤਾਂ ਵਿਚਾਰਨਾ ਪਊ ਨਾ ਵੀ ਗੱਲ ਕੀ ਹੈ। ਜਿਹੜੇ ਚੁੱਪ ਕਰੇ ਬੈਠੇ ਤਾਂ ਜਿਨ੍ਹਾਂ ਨੂੰ ਹੈਗਾ ਵੀ ਇਹਨਾਂ ਨੂੰ ਲੈ ਜਾਣ ਦਾ ਆਪੇ ਪਤਾ ਲੱਗੂ, ਜੇ ਇਹਨਾਂ ਨੂੰ ਪਤਾ ਲੱਗੂ ਨਾ ਵੀ ਜਹਾਜ਼ ਸਾਡਾ ਉਲਟ ਜਾ ਰਿਹਾ, ਉਦੋਂ ਆਪਾਂ ਬੋਲਣਾ। ਆਪ ਤਾਂ ਜਹਾਜ਼ ਤੋਂ ਪਰੇ ਖੜੇ ਤੇ ਹੋ ਵੀ ਅਜੇ ਘੁੰਮ ਲੈਣ ਦੋ ਇਹਨਾਂ ਨੂੰ। ਸ਼ਸਤਰ ਸ਼ਾਸਤਰ ਸਭੈ ਪਿਤ ਅੰਬਰ ਅਨੰਤ ਰੂਪ ਅਭੇਵ। ਸ਼ਾਸਤਰ ਸ਼ਾਸਤਰ ਸਭੈ ਸਾਰੀ ਪ੍ਰਕਾਰ ਦੇ ਸ਼ਾਸਤਰ, ਸਾਰੀ ਪ੍ਰਕਾਰ ਦੇ ਸ਼ਾਸਤਰ ਗ੍ਰੰਥ। ਸ਼ਾਸਤਰ ਗ੍ਰੰਥ, ਸ਼ਾਸਤਰ ਉਹ ਗ੍ਰੰਥ ਨੇ ਜਿਹਦੇ ਨਾਲ ਹਕੂਮਤ ਕਰਨ ਦਾ ਵੱਲ ਹੋਵੇ। ਸੰਸਾਰ ਨੂੰ ਕਾਬੂ ਰੱਖਣ ਦਾ ਜਿਹੜਾ ਹੈ ਨਾ, ਸੰਸਾਰ ਨੂੰ ਕਾਬੂ ਰੱਖਣ ਦੀ ਜਿਹੜੀ ਪੜ੍ਹਾਈ ਹੈ, ਚਾਹੇ ਧਰਮ ਦੀ ਵੀ ਹੈ, ਉਹ ਸ਼ਾਸਤਰ ਹੈ। ਜਿਹੜੀ ਸੰਸਾਰ ਨੂੰ ਬਰਾਬਰ ਦੇ ਹੱਕ ਦੇਣ ਵਾਲੀ ਹੈ ਨਾ ਪੜ੍ਹਾਈ, ਉਹ ਹੈਗੀ ਗੁਰਮਤਿ। ਬਰਾਬਰ ਦਾ ਹੱਕ ਦਿੰਦੀ ਹੈ, ਚੇਲਾ ਨਹੀਂ ਬਣਾਉਂਦੀ, ਭਾਈ ਬਣਾਉਂਦੀ ਹੈ। ਜਿਹੜੀ ਹਕੂਮਤ ਕਰਨ ਵਾਲੀ ਵਿਦਿਆ ਪੜ੍ਹਾਈ ਹੈ, ਉਹ ਸ਼ਾਸਤਰ ਨੇ। ਸ਼ਾਸਨ ਕਰਨਾ, ਦੂਜੇ ਨੂੰ ਆਪਣੇ ਥੱਲੇ ਰੱਖਣਾ। ਚੇਲਾ ਸਾਰੀ ਜ਼ਿੰਦਗੀ ਚੇਲਾ ਹੀ ਰਹੂਗਾ, ਬਰਾਬਰ ਨਹੀਂ ਹੋ ਸਕਦਾ। ਹਰੀਜਨ ਬਰਾਬਰ ਨਹੀਂ ਬੈਠ ਸਕਦਾ ਮੰਜੇ ਤੇ। ਇਹਦੀ ਗਾਂ ਔਲਾਦ ਸਾਡੀ ਔਲਾਦ ਦੇ ਬਰਾਬਰ ਨਹੀਂ ਬੈਠ ਸਕਦੀ, ਗਾਂ ਦੀ ਔਲਾਦ ਗਾਂ ਨਹੀਂ ਬੈਠ ਸਕਦੀ, ਉਹਨੂੰ ਉੱਠਣੇ ਨਹੀਂ ਦੇਣਾ। ਇਹ ਸ਼ਾਸਤਰ ਹੈ, ਇਹੀ ਹੈ ਸ਼ਾਸਤਰਾਂ ਲਿਖਿਆ। ਨਹੀਂ ਲਿਖਿਆ ਦੱਸੋ? ਇਹ ਸ਼ਾਸਤਰਾਂ ਦੀ ਮੱਤ ਹੈ, ਗੁਰਮਤਿ ਨਹੀਂ ਹੈ। ਸ਼ਾਸਤਰ ਗੁਰਮਤਿ 'ਚ ਫਰਕ ਹੈ। ਗ੍ਰੰਥ ਵਿੱਚ ਇਹ ਨਹੀਂ ਹੋ ਸਕਦਾ। ਸ਼ਾਸਤਰ ਹੋਰ ਚੀਜ਼ ਹੈ, ਗ੍ਰੰਥ ਹੋਰ ਚੀਜ਼ ਹੈ। ਇਹ ਗ੍ਰੰਥ ਹੈ, ਸ਼ਾਸਤਰ ਨਹੀਂ ਹੈ। 18 ਪੁਰਾਣ ਨੇ ਸ਼ਾਸਤਰ, ਉਹ ਸ਼ਾਸਤਰ ਨੇ, ਗ੍ਰੰਥ ਨਹੀਂ ਹੈ। ਗ੍ਰੰਥ ਵੀ ਹੈ ਹੋਰ, ਵੇਦ ਔਰ ਕਿਤਾਬ ਨੂੰ ਗ੍ਰੰਥ ਮੰਨੇ। ਉਹ ਗ੍ਰੰਥ ਨੇ, ਇਹਦੇ ਤੇ ਬੇਸ ਕਰਦੇ। ਵੇਦ ਔਰ ਕਿਤਾਬ ਗ੍ਰੰਥ ਨੇ। ਉਹ ਜਿਹੜੀਆਂ ਸਿਮਰਤੀਆਂ ਨੇ, ਸ਼ਾਸਤਰ ਨੇ, ਗ੍ਰੰਥ ਨਹੀਂ ਹੈ। ਉਹ ਤਾਂ ਸੋਧੇ ਨੇ, ਉਹ ਤਾਂ ਸੋਧੇ ਨੇ। ਗ੍ਰੰਥ ਕਿੱਥੇ ਨੇ? ਸੋਧਣ ਵਾਲਾ ਗ੍ਰੰਥ ਹੈ ਜਾਂ ਸੋਧਿਆ ਹੋਇਆ ਗ੍ਰੰਥ ਹੈ? ਸੋਧਣ ਵਾਲਾ ਗ੍ਰੰਥ ਹੈ ਜਾਂ ਸੋਧਿਆ ਹੋਇਆ ਹੈ ਜੋ ਉਹ ਗ੍ਰੰਥ ਹੈ? ਗ੍ਰੰਥ ਇਹ ਨਹੀਂ ਹੁੰਦਾ ਕਿ ਗ੍ਰੰਥ ਦਾ ਵਜਨ ਜ਼ਿਆਦਾ ਹੁੰਦਾ ਹੈ, ਜਾਂ ਫਿਰ ਪੋਥੀ ਹੈ ਉਹਦਾ ਨੂੰ। ਬਲਕਿ ਗ੍ਰੰਥ ਦੀ ਬਜਾਏ ਪਹਿਲਾਂ ਗ੍ਰੰਥ ਲਿਖਦਾ ਸੀ, ਫਿਰ ਪੋਥੀ ਲਿਖਿਆ। ਕਬੀਰ ਨੇ ਵੀ ਪੋਥੀ ਲਿਖਿਆ, ਕਮਰਬੱਧ ਪੋਥੀ। ਇਸ ਨੂੰ ਵੀ ਪੋਥੀ ਉਹ ਲਿਖਿਆ ਬਾਅਦ ਦੇ ਵਿੱਚ, ਪੋਥੀ ਸਾਹਿਬ। ਗ੍ਰੰਥ ਉਦੋਂ ਵੀ ਨਹੀਂ ਲਿਖਿਆ। ਪਰ ਗ੍ਰੰਥ ਲਿਖਣ ਵਾਲਿਆਂ ਨੇ ਵੀ ਗਲਤੀ ਨਹੀਂ ਕੀਤੀ ਹੈ। ਇਸ ਗੱਲ ਦਾ ਖਿਆਲ ਰੱਖਿਆ ਕਿ ਗ੍ਰੰਥ ਕੀ ਹੁੰਦਾ, ਸ਼ਾਸਤਰ ਕੀ ਹੁੰਦਾ। ਇਸ ਗੱਲ ਦਾ ਖਿਆਲ ਰੱਖਿਆ। ਹਾਂਜੀ। ਪ੍ਰਿਤੰਬਰ ਅਨੰਤ ਰੂਪ ਅਭੇਵ। ਪ੍ਰਿਤੰਬਰ ਅਨੰਤ ਰੂਪ ਅਭੇਵ। ਅਨੰਤ ਰੂਪ ਦੇ ਜਿਹੜੇ ਭੇਦ ਭਾਵ ਵਾਲੇ ਸੀਗੇ, ਉਹ ਸਾਰੇ ਇਕੱਠੇ ਹੋ ਗਏ। ਭਾਈ ਪ੍ਰਿਤ ਭਾਈ ਨੂੰ ਕਹਿੰਦੇ ਨੇ। ਹਾਂ। ਅਛਿਦਗਾਤ ਅਛਿਦ ਰੂਪ ਭਿਦ ਜੋਗ ਦੁਰੰਤ। ਉਹ ਦੂਰ ਕਰਤੇ ਜਿਹੜੇ ਗਾਤ ਜਿਹੜਾ ਸੀ, ਸਭੇ ਪ੍ਰਿਤੰਬਰ ਅਨੰਤ ਰੂਪ ਅਭੇਵ। ਜਿਹੜੇ ਸ਼ਾਸਤਰ ਦੀ ਅਨੰਤ ਰੂਪ ਦੇ ਭੇਦ ਭਾਵ ਕਰਨ ਵਾਲੇ, ਜਿਨ੍ਹਾਂ ਨੇ ਕਿ ਜਿਹੜਾ ਸ਼ੁੱਧ ਸਰੀਰ ਸੀ ਅੰਦਰ ਆਤਮ ਦੀ ਬਜਾਏ ਉਹਦਾ ਬਾਹਰਲਾ ਸਰੀਰ ਤੇ ਲੈ ਆਉਂਦਾ ਸੀ, ਜਿਨ੍ਹਾਂ ਨੇ ਭੇਦ ਭਾਵ ਪੈਦਾ ਕਰਨ ਵਾਲੇ ਜਿਹੜੇ ਗ੍ਰੰਥ ਸੀ ਨਾ, ਭੇਦ ਭਾਵ ਪੈਦਾ ਕੀਤਾ ਹੋਇਆ ਸੀ, ਹਾਂ, ਕਰਨ ਵਾਲੇ ਸੀ, ਉਹਨਾਂ ਦਾ ਤਿਆਗ ਕਰਤਾ। ਅਛਿਦਗਾਤ ਅਛਿਜ ਰੂਪ। ਅਛਿਦਗਾਤ ਜਿਹੜੀ ਅਛਿਜ ਰੂਪ ਸੀ, ਜਿਹੜਾ ਅਛਿਜ ਰੂਪ ਅੰਦਰ ਲੈਦਾ, ਛਿਜ ਰੂਪ ਬਾਹਰ ਲੈਦਾ।
ਇਹਦਾ ਫਰਕ ਦੱਸ ਦਿੱਤਾ ਵੀ ਜਿਹੜਾ ਮੂਰਤੀ ਪੂਜਾ ਦਾ ਜਿਹੜਾ ਸਰੀਰ ਹੈ, ਮੂਰਤੀ ਜਿਹਦੀ ਬਣਦੀ ਹੈ, ਉਹ ਅਛਿਜ ਰੂਪ ਨਹੀਂ ਹੈ। ਅਛਿਜ ਰੂਪ ਦਾ ਅਸੀਂ ਪੁਜਾਰੀ ਪੂਜਾ ਕਰਨੀ ਹੈ। ਬਾਹਰਲਾ ਸਰੀਰ ਛੱਜਣ ਵਾਲਾ ਹੈ ਜਿਹਦੀ ਮੂਰਤੀ ਬਣਦੀ ਹੈ। ਅਛਿਜ ਔਰ ਛਿਜ ਦੇ ਵਿੱਚ ਕੀ ਫਰਕ ਹੈ? ਅਸੀਂ ਵੀ ਰੂਪ ਦੇ ਪੁਜਾਰੀ ਹੈਗੇ ਹਾਂ, ਪਰ ਉਹ ਰੂਪ ਅਰੂਪ ਹੈ, ਅਕਾਲ ਮੂਰਤ ਹੈ। ਅਸੀਂ ਵੀ ਮੂਰਤੀ ਦੇ ਪੁਜਾਰੀ ਹਾਂ, ਉਹ ਅਕਾਲ ਮੂਰਤੀ ਹੈ। ਉਹਦਾ ਰੂਪ ਰੇਖ ਨਹੀਂ ਹੁੰਦਾ, ਉਹਦੀ ਤਾਂ ਫੋਟੋ ਨਹੀਂ ਬਣਦੀ, ਰੇਖਾ ਵੀ ਨਹੀਂ ਖਿੱਚੀ ਜਾ ਸਕਦੀ। ਇੱਕ ਰੇਖਾ ਵੀ ਦੀਦੀ ਅੱਖ ਨੂੰ, ਉਹ ਅੱਖ ਨੂੰ ਦੀਦਾ ਨਹੀਂ। ਉਹ ਜਿਹੜਾ ਅੰਦਰਲਾ ਸਰੀਰ ਹੈ ਸਾਡਾ, ਉਹ ਨਿਕਲ ਕੇ ਜਾਂਦਾ ਜਦ ਅਸੀਂ ਕਹਿੰਦੇ ਗਿਆ, ਮਰ ਗਿਆ, ਉਹ ਹੈ ਉਹ ਫਿਰ ਬਾਹਰਲਾ ਤਾਂ ਹੈ ਨਹੀਂ। ਉਹ ਰੱਖ ਬਾਹਰਲਾ ਰਿਹਾ, ਇੱਥੇ ਗਲਤੀ ਹੋਈ ਹੈ। ਬਹੁਤੀ ਬੜੀ ਗਲਤੀ ਵੀ ਨਹੀਂ ਔਰ ਬਹੁਤੀ ਛੋਟੀ ਵੀ ਨਹੀਂ ਗਲਤੀ ਹੈ। ਬਹੁਤੀ ਛੋਟੀ ਗਲਤੀ ਵੀ ਨਹੀਂ, ਬਹੁਤੀ ਬੜੀ ਗਲਤੀ ਵੀ ਨਹੀਂ ਹੈ। ਇਹ ਕੱਖ ਓਲੇ ਹੀ ਲੱਖ ਹੈ। ਇਹ ਰਾਈ ਓਲੇ ਪਹਾੜ ਹੈ। ਇੱਕ ਤਿਣਕਾ ਜੇ ਨੇੜੇ ਕਰਦੀ ਹੈ, ਬਿਲਕੁਲ ਅੱਖ ਦੇ ਮੂਹਰੇ ਪਹਾੜ ਨਹੀਂ ਦਿੰਦਾ। ਤਿਣਕਾ ਜੇ ਨੇੜੇ ਕਰਦੀ ਹੈ ਨਾ ਅੱਖ ਦੇ ਮੂਹਰੇ ਪਹਾੜ ਨੂੰ ਰੋਕ ਲੈਂਦਾ। ਐ ਤੜਕੇ ਜਿੰਨੇ ਭਰਮ ਨੇ ਸਾਰਾ ਪਹਾੜ ਰੋਕਿਆ ਪਿਆ। ਆ ਗੁਰਬਾਣੀ ਦਾ ਸਾਰਾ ਸਮੁੰਦਰ ਰੋਕਿਆ ਪਿਆ। ਅਪਿੱਧ ਜੋਗ ਦੁਰੰਤ, ਅਪਿੱਧ ਜੋਗ ਦੁਰੰਤ, ਹਾਂ, ਉਹ ਅਪਿੱਧ ਜੋਗ ਜਿਹੜੇ ਨੇ ਉਹ ਦੂਰ ਕਰਤੇ, ਤਿਆਗ ਕਰਤਾ। ਇਹ ਜਿਹੜੇ ਦੂਏ ਜੋਗ ਨੇ ਨਾ, ਜਿਹੜੇ ਕਰਦੇ ਸੀਗੇ ਜੋਗੀ, ਆਪਣੀ ਆਪਣੀ ਮੱਤ ਵਾਲੇ, ਇਹ ਦੁਰੰਤ ਤਾਂ ਦੂਰ ਹੋ ਗਏ, ਸਾਰੇ ਛੱਡ ਗਏ, ਨੂੰ ਤਿਆਗ ਹੋ ਗਿਆ, ਦੂਰ ਹੋ ਗਏ ਔਰ ਉਹਨਾਂ ਦਾ ਅੰਤ ਹੋ ਗਿਆ। ਜਾਂ ਤਿਆਗ ਦੀ ਜਿਹੜੀ ਚੀਜ਼ ਖਤਮ ਹੋ ਗਿਆ, ਜਾਂ ਲੋਕਾਂ ਨੇ ਛੱਡਤੇ, ਅੰਤ ਹੋ ਗਿਆ, ਉਹਨਾਂ ਨੇ ਖਤਮ ਕਰਤੇ। ਅਮਿਤ ਉਜਲ ਅਜਿਤ ਪਰਮ ਉਪਜਿਓ ਸੋ ਤਤ ਮਹੰਤ। ਅਮਿਤ ਬੇਅੰਤ, ਉਜਲ, ਗਿਆਨਵਾਨ, ਉਜਲਾ, ਨਿਰਮਲ, ਵਿਵੇਕ ਬੁੱਧੀ ਵਾਲਾ, ਉਪਜਿਓ ਅਜਿਤ ਪਰਮ ਉਪਜਿਓ, ਅਚਿੱਤ, ਜਿਹਨੂੰ ਕੋਈ ਜਿੱਤ ਨਹੀਂ ਸਕਦਾ, ਜਿਹਦੇ ਅੱਗੇ ਕੋਈ ਦਲੀਲ ਕਰਦਾ ਹੀ ਨਹੀਂ। ਕੋਈ ਵੀ ਸਵਾਲ ਜਿਹੜਾ ਕਰਦਾ ਲੈ ਕੇ ਆਉਂਦਾ, ਉਹਦਾ ਜਵਾਬ ਹੈ। ਉਹ ਦੇਖੋ, ਕੋਈ ਉਹਨੂੰ ਹਰਾ ਨਹੀਂ ਸਕਦਾ ਚਰਚਾ 'ਚ। ਅਜਿੱਤ ਹੈ, ਸਭ ਨੇ ਉੱਦਾਂ ਹੀ ਮੰਨ ਲਿਆ ਅਜਿੱਤ, ਤੇ ਸੁਰੈਂਡਰ ਕਰ ਗਏ ਸਾਰੇ। ਉਪਜਿਓ, ਪ੍ਰਗਟ ਹੋ ਗਿਆ, ਸੋ ਤਤ ਮਹੰਤ, ਉਹ ਤਤ ਮਹੰਤ। ਮਹੰਤ ਹੈ ਕਿ ਇਹਦਾ ਹੁਣ ਅੱਗੇ ਜਨਮ ਨਹੀਂ ਹੋਣਾ। ਮਹੰਤ ਉਹ ਹੁੰਦਾ, ਇੱਕ ਚੇਨ ਚੱਲਦੀ ਹੈ ਸਾਡੇ ਕੋਲ ਜਨਮਾਂ ਦੀ। ਐਸੇ ਗ੍ਰਹਿ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਜਦੋਂ ਤੋਂ ਰਾਮ ਗਰਭ 'ਚ ਆਏ ਆ ਜਿਹੜਾ ਹੁਣ ਸਰੀਰ ਹੈ ਦੱਤ ਦਾ, ਇਹ ਲਾਸਟ ਵਾਲਾ ਸਰੀਰ ਹੈ, ਅੱਗੇ ਨੂੰ ਦੇਹ ਨਹੀਂ ਧਾਰਨ ਕਰਨੀ। ਇਹ ਮਹੰਤ ਹੈ, ਵੱਡਾ ਅੰਤ ਹੋਇਆ। ਉਹ ਚੱਲਦਾ ਪਤਾ ਨਹੀਂ ਕਦੋਂ ਤੋਂ ਇਹ ਜੂਨਾ ਧਾਰਦੇ ਆਏ ਆ, ਕਦੋਂ ਤੋਂ ਇਹ ਪਸ਼ੂ ਪੰਛੀ ਬਿਰਖ ਅਸਥਾਵਰ ਬਹੁਤ ਜੋਨ ਪਰਮਿਓਤ ਭਾਰੀ। ਉਹ ਜੂਨਾ ਦਾ ਸੰਸਾਰੀ ਜੀਵਨ ਦਾ ਅੰਤ ਹੋ ਗਿਆ। ਨਿਰਾਕਾਰੀ ਜੀਵਨ ਸ਼ੁਰੂ ਹੋਊਗਾ ਸੱਚਖੰਡ ਦੇ ਵਿੱਚ। ਹਾਂਜੀ, ਏਕ ਰੂਪ ਚਕੇ ਚਰਾਚਰ ਸਰਮ ਪਿਓ ਮਨਮਾਨ। ਚਰਾਚਰ, ਚਰ ਔਰ ਅਚਰ, ਚਰ ਔਰ ਅਚਰ, ਪੇ ਕੇ ਰੂਪ ਕੀ ਦੇਵਤੇ ਕੀ ਦੈਂਤ। ਅਚਰ ਉਹ ਹੁੰਦੇ ਨੇ ਜਿਹੜੇ ਸੱਚ, ਜਿਨ੍ਹਾਂ ਨੂੰ ਪਹਿਲਾਂ ਸੱਚ ਖਾਂਦੇ ਨਹੀਂ। ਕੌੜਾ ਲੱਗਦਾ ਨਾ ਅੰਮ੍ਰਿਤ, ਵਿਖਿਆ ਮਿੱਠੀ ਲੱਗਦੀ ਹੈ ਜਿਨ੍ਹਾਂ ਨੂੰ। ਇੱਕ ਹੁੰਦਾ ਵਿਖਿਆ ਕੌੜੀ ਲੱਗਦੀ ਹੈ, ਅੰਮ੍ਰਿਤ ਮਿੱਠਾ ਲੱਗਦਾ। ਉਹਨਾਂ ਵਾਸਤੇ ਇੱਕ ਗੁਰਮੁਖ ਵਾਸਤੇ ਮਾਇਆ ਅਚਰ ਹੈ। ਉਹ ਅੰਮ੍ਰਿਤ ਖਾਣ ਵਾਲੇ ਨੂੰ ਵਿਖਿਆ ਨਹੀਂ ਖਾਂਦਾ, ਵਿਖਿਆ ਖਾਣ ਵਾਲਾ ਅੰਮ੍ਰਿਤ ਨਹੀਂ ਖਾਂਦਾ। ਚਰਾਚਰ ਇਸ ਤਰੀਕੇ ਨਾਲ ਨੇ।
ਚਰਾਚਰ ਜਿਹੜਾ ਕਿਹਾ ਰਾਖਸ਼ ਜਿਹੜੇ ਸਾਖਤ ਨੇ, ਜਿਹੜੇ ਰਾਖਸ਼ ਤਾਂ ਅਸੀਂ ਨਹੀਂ ਕਹਿ ਸਕਦੇ, ਕਹਿੰਦੇ ਸਾਖਤ ਕਹਿੰਦੇ, ਕਿਉਂਕਿ ਦੇਵਤਿਆਂ 'ਚ ਸਾਖਤ ਜ਼ਿਆਦਾ ਹੁੰਦੇ ਨੇ। ਦੇਵਤਿਆਂ 'ਚ ਸਾਖਤ ਹੁੰਦੇ ਨੇ, ਉਹ ਜਿਹੜੇ ਜਿਨ੍ਹਾਂ ਨੂੰ ਇਹ ਰਾਖਸ਼ ਕਹਿੰਦੇ ਨੇ, ਦਰਅਸਲ ਉਹ ਇਹਨਾਂ ਵਾਲਾ ਜਿਹੜਾ ਸੱਚ ਹੈ ਨਾ, ਡੁਪਲੀਕੇਟ, ਉਹ ਨਹੀਂ ਖਾਂਦੇ। ਉਹ ਜਿਹਾ ਸੱਚ ਉਹਨਾਂ ਨੂੰ ਮਿਲਦਾ ਨਹੀਂ ਜਿਹੜਾ ਅਸਲੀ ਹੋਵੇ। ਇਹਨਾਂ ਵਾਲੇ ਨੂੰ ਉਹ ਮੰਨਦੇ ਨਹੀਂ, ਇਹ ਉਹਨਾਂ ਨੂੰ ਰਾਖਸ਼ ਕਹਿੰਦੇ ਨੇ। ਇਹ ਆ ਨਾਸਤਕ ਕਹਿ ਦਿੰਦੇ ਨੇ, ਨਾਸਤਕ ਕਹਿ ਦਿੰਦੇ ਨੇ। ਆ ਜਿਹੜੇ ਇਹਨਾਂ ਨੇ ਬਣਾਏ ਨੇ ਅਵਤਾਰ ਵਗੈਰਾ, ਉਹਨਾਂ ਨੂੰ ਵੀ ਉਹ ਮੰਨਦੇ। ਕਿਉਂ ਨਹੀਂ ਮੰਨਦੇ? 10 ਅਵਤਾਰ ਹੋਏ ਨੇ ਰੀਅਲ, 14 ਬਣਾ ਲਏ ਇਹਨਾਂ ਨੇ ਡੁਪਲੀਕੇਟ ਨਾਲ, 24 ਬਣਾਤੇ। 14 ਦਸਮ ਪਾਤਸ਼ਾਹ ਨੇ ਰੱਦ ਕਰਤੇ। ਉਹ ਦੱਤ ਦਾ ਅਵਤਾਰ ਹੈ। ਜਿਹੜੇ ਹੋਰ 14 ਬਣਾਏ ਨੇ, ਉਹ 'ਚ ਰਾਮਚੰਦਰ ਔਰ ਕ੍ਰਿਸ਼ਨ ਵੀ ਹੈ, ਉਹ ਅਵਤਾਰ ਨਹੀਂ ਹੈ ਜਿਹੋ ਜਿਹਾ ਦੱਤ ਹੈ। ਜੇ ਕ੍ਰਿਸ਼ਨ ਅਵਤਾਰ ਹੁੰਦਾ ਉਹ ਜਿਹਾ ਹੀ, ਤਾਂ ਮਹਾਭਾਰਤ ਦੀ ਜੰਗ ਹੋਣੀ ਹੋਣੀ ਸੀ। ਇਹਨੇ ਤਾਂ ਕੋਈ ਤਲਵਾਰ ਨਹੀਂ ਚੱਕੀ, ਸਾਰੇ ਸਰੈਂਡਰ ਹੋ ਗਏ, ਆ ਗਏ। ਫਿਰ ਤਲਵਾਰ ਚੱਕਣ ਦੀ ਲੋੜ ਕਿਉਂ ਪਈ? ਮਹਾਭਾਰਤ ਦੀ ਲੜਾਈ ਕਰਾਉਣ ਦੀ ਲੋੜ ਕਿਉਂ ਪਈ? ਉਹ ਅਵਤਾਰ ਨਹੀਂ ਹੈ ਕ੍ਰਿਸ਼ਨ, ਚਾਹੇ ਜਾਏ ਉਹਨਾਂ ਵਾਲਾ ਹੋਊ, ਇਹਨਾਂ ਵਾਲਾ ਹੋਊ। ਜਦ ਉਹਦਾ ਕਰੈਕਟਰ ਲਿਖਦੇ ਨੇ, ਉਹਨੂੰ ਛੜੀਆ ਵੀ ਕਹਿੰਦੇ ਨੇ, ਫਿਰ ਅਵਤਾਰ ਵੀ ਕਹੀ ਜਾਂਦੇ। ਅਛਲ ਤਾਂ ਹੈ ਨਹੀਂ ਫਿਰ ਉਹ ਜੇ ਛੜੀਆ, ਛੜੀਆ ਵੀ ਅਵਤਾਰ ਵੀ ਹੈ। ਇਸ ਕਰਕੇ ਰੱਦ ਕਰਤੇ। ਪੇਖ ਰੂਪ ਚਖੇ ਚਰਾਚਰ ਸਰਬ ਵਿਓਮ ਵਿਮਾਨ। ਪੇਖ ਰੂਪ ਦਾ ਦਰਸ਼ਨ ਕਰਕੇ ਸਾਰੇ ਚਕਿਤ ਹੋ ਗਏ। ਸਰਬ ਵਿਓਮ ਕਿਉਂ? ਡੋਲਦਾ ਹੈ ਹੀ ਨਹੀਂ, ਸੁਰਤ ਕਿਤੇ ਹਿਲਦੀ ਹੋਈ ਜਾਂਦੀ ਹੋਈ ਨਹੀਂ। ਸਰਬ ਵਿਓਮ ਵਿਮਾਨ। ਜਿਉਨੇ ਸਾਰੇ ਜਿਹੜੇ ਦੇਵਤੇ ਨੇ ਨਾ ਆਕਾਸ਼ ਦੇ ਵਿੱਚ, ਵਿਓਮ ਆਕਾਸ਼ ਦੇ ਵਿੱਚ ਜਿਹਨੇ ਬਮਾਨ 'ਚ ਦੇਵਤੇ ਫਿਰਦੇ ਨੇ, ਜਿਹਨੇ ਤ੍ਰੇਤੇ 'ਚ ਲੋਕ ਉਹ ਨੇ ਦੂਏ, ਉਹ ਧਰਤੀ ਤੇ ਦੇਖ ਕੇ ਦੱਤ ਨੂੰ ਦੇਖ ਕੇ ਉਹ ਚਕਿਤ ਹੋਏ ਨੇ ਵੀ ਦੁਨੀਆ ਹਿਲਾ ਕੇ ਰੱਖਤੀ। ਦੇਖੋ ਦੱਤ ਨੇ ਪਾਪ ਹਿਲਾਇਆ, ਪਰਮੇਸ਼ਰ ਦਾ ਕੁਝ ਨਹੀਂ ਹਿਲਾਇਆ, ਪਰਮੇਸ਼ਰ ਦਾ ਕੁਝ ਨਹੀਂ ਹਿਲਾਇਆ। ਇਹ ਤਾਂ ਪਰਮੇਸ਼ਰ ਚਾਹੁੰਦਾ ਸੀ ਇਹੋ ਜਿਹੀ ਹਾਲਤ ਹੋਵੇ, ਜਿਹੜੇ ਝੂਠ ਦੀਆਂ ਦੁਕਾਨਾਂ ਨੇ ਬੰਦ ਹੋਣ, ਉਹ ਆਪ ਹੀ ਹੋਈ ਜਾਂਦੀਆਂ ਨੇ। ਇਹਨੂੰ ਕੁਝ ਕਰਨ ਦੀ ਲੋੜ ਨਹੀਂ। ਕਰਿਆ ਹੋਇਆ ਸੀ ਪਿਛਲਾ ਵੀ ਕਰਿਆ ਤੇ ਹੁਣ ਵੀ ਕਰਿਆ ਹੋਇਆ, ਹੁਣ ਵੀ ਉੱਥੇ ਹੀ ਸੋਈ। ਹੁਣ ਵੀ ਮਾਇਆ ਵੱਲੋਂ ਨਹੀਂ, ਮਾਇਆ ਪ੍ਰਭਾਵ ਨਹੀਂ ਕਰਦੀ। ਮਨ ਟੁੱਟਣ ਨਹੀਂ ਦਿੱਤਾ ਸੰਤੋਖ ਦਾ। ਜੇ ਸੰਤੋਖ ਦਾ ਮਨ ਟੁੱਟ ਜਾਂਦਾ, ਹਿਲ ਜਾਣਾ ਸੀ ਫਿਰ ਇਹਨੇ ਵੀ। ਦੁਨੀਆ ਹਿਲਾਉਂਦੀ ਹੈ ਆਦਮੀ ਨੂੰ। ਸੰਤੋਖੀ ਜਿਹੜਾ ਆਲਰੇਡੀ ਹੈ, ਉਹਦਾ ਵੀ ਸੰਤੋਖ ਤੋੜ ਦਿੰਦੀ ਹੈ। ਤਾਂ ਤੋੜਨਾ ਮਾਇਆ ਨੇ ਤਾਂ ਤੋੜਨਾ ਹੀ। ਉਹ ਨਹੀਂ ਟੁੱਟਣ ਦਿੰਦਾ, ਤਕੜਾ ਰਹਿੰਦਾ, ਫਿਰ ਦੁਨੀਆ ਢਹਿ ਢੇਰੀ ਹੁੰਦੀ ਹੈ। ਦੁਨੀਆ ਫਿਰ ਢਹਿ ਢੇਰੀ ਹੁੰਦੀ ਹੈ। ਭਗਤਾਂ ਮੂਹਰੇ ਐਵੇਂ ਨਹੀਂ ਢਹਿ ਢੇਰੀ ਹੋਈ ਦੁਨੀਆ। ਤਗੜੇ ਰਹੇ ਉਹ, ਚਾਹੇ ਪਰਮੇਸ਼ਰ ਨੇ ਰੱਖੇ ਨਾ। ਪਰਮੇਸ਼ਰ ਵੀ ਜਦੇ ਰੱਖਦਾ ਜਦ ਆਪ ਕੋਸ਼ਿਸ਼ ਕਰੇ। ਜਿਹੜਾ ਆਪ ਉੱਠਣਾ ਚਾਹੇ, ਤੁਸੀਂ ਉਹਨੂੰ ਤਾਂ ਸਹਾਰਾ ਦੇ ਕੇ ਠਾਲ ਦੋਗੇ। ਜਿਹੜਾ ਉੱਠਣਾ ਹੀ ਨਹੀਂ ਚਾਹੁੰਦਾ, ਆਪਣੇ ਪੈਰਾਂ 'ਤੇ ਖੜਾ ਹੋਣਾ ਹੀ ਨਹੀਂ ਚਾਹੁੰਦਾ, ਤੁਸੀਂ ਉਹਨੂੰ ਪੈਰਾਂ 'ਤੇ ਖੜਾ ਕਿਵੇਂ ਕਰ ਦੋਗੇ? ਦੋਏ ਗੱਲਾਂ ਰਲਦੀਆਂ ਨੇ। ਉੱਠਣ ਵਾਲਾ ਉੱਠਣਾ ਚਾਹੁੰਦਾ ਹੋਵੇ, ਸਹਾਰਾ ਦੇਣ ਵਾਲਾ ਉਹਨੂੰ ਸਹਾਰਾ ਦੇਵੇ। ਦੋ ਮਿਲ ਕਾਰਜ ਉਪਜਾ, ਦੋਹਾਂ ਨੂੰ ਮਿਲ ਕੇ ਕਾਰਜ ਉਪਜਾ। ਮਤਲਬ ਨਹੀਂ ਤੁਸੀਂ ਚੱਕ ਲਓ, ਉਹ ਤਾਂ ਲੱਤਾਂ ਐਂ ਕਰੀ ਖੜਾ, ਕਿੰਨਾ ਚਿਰ ਚੱਕੀ ਖੜੇ ਰਹੋਗੇ? ਉਹਨੂੰ ਥੱਲੇ ਛੱਡ ਦੋਗੇ, ਇਹ ਨਹੀਂ ਲੱਤਾਂ ਲਾਉਣੀਆਂ, ਰੱਖ ਦਿਓ ਇਹਨੂੰ। ਹਾਂਜੀ। ਜਤਰ ਤਤਰ ਰਹੇ ਨਿਰਾਦਪ ਚਿੱਤਰ ਰੂਪ ਸਮਾਨ।
ਜਤਰ ਤਤਰ ਜਿੱਥੇ ਕਿਤੇ ਨਿਗਾਹ ਜਾਂਦੀ ਹੈ ਰਹੇ ਨਿਰਾਦਪ ਨਿਰਾਤਪ ਚਿੱਤਰ ਰੂਪ ਸਮਾਨ। ਚਿੱਤਰ ਰੂਪ ਸਮਾਨ ਐ ਰਹਿੰਦੇ ਨੇ ਜਿਵੇਂ ਇੱਕ ਤਸਵੀਰ ਹੈ ਨਾ, ਜੈ ਜੀ ਬਣਾਤੀ ਉਹ ਜਿਹੀ ਰਹਿੰਦੀ, ਅੱਖੋਂ ਵੀ ਨਹੀਂ ਚਮਕਦੀ। ਜੈ ਜੀ ਤਸਵੀਰ ਬਣਾਤੀ ਉਹੀ ਜਿਹੀ ਉਹਦਾ ਬੜੀ ਰਹੂਗੀ। ਤਸਵੀਰ ਤਾਂ ਉੱਤੇ ਕੋਈ ਅਸਰ ਪੈਂਦਾ ਤਸਵੀਰ ਦਾ, ਇਹ ਅੱਖ ਝਮਕਦੀ ਹੈ, ਸਿਰ ਹਿਲਾਉਂਦੀ ਹੈ, ਕੋਈ ਪ੍ਰਭਾਵ ਪੈਂਦਾ, ਉਹਨੂੰ ਤੁਸੀਂ ਧੂਪ ਦੇਈ ਜਾਓ, ਚਾਹੇ ਉਹਨੂੰ ਧੂਪ ਨਾ ਦਿਓ, ਚਾਹੇ ਉਹਨੂੰ ਚੜਾਈ ਜਾਓ, ਚਾਹੇ ਉਹਦੀ ਆਰਤੀ ਕਰੀ ਜਾਓ, ਉਹਨੂੰ ਕੋਈ ਨਹੀਂ ਫਰਕ। ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ। ਕਹਿਣ ਦਾ ਮਤਲਬ ਹੈ ਜਿਹੜੇ ਲੋਕ ਅੱਗੇ ਚੱਲ ਨਹੀਂ ਲੱਗਦੇ ਉਹਦਾ ਵੀ ਅਸਰ ਨਹੀਂ ਪੈਂਦਾ ਉੱਤੇ, ਨਹੀਂ ਹੰਕਾਰ ਵਧੀ ਜਾਂਦਾ, ਅੰਦਰ ਭੜਾਕਾ ਪੈ ਜਾਂਦਾ। ਜੇ ਇੰਨੇ ਲੋਕਾਂ ਦੇ ਆਉਣ ਨਾਲ, ਚੇਲੇ ਬਣਨ ਨਾਲ ਆਪੇ ਹੀ ਉਹਨਾਂ ਵੱਲ ਧਿਆਨ ਦੇ ਦਿੰਦਾ ਨਾ, ਭੜਾਕਾ ਵੀ ਪੈ ਜਾਂਦਾ ਅੰਦਰੋਂ। ਆਹੋ ਤ੍ਰਿਸ਼ਾ ਦੀ ਅੱਗ ਪੈ ਜਾਣੀ ਸੀ, ਫਿਰ ਫੜ ਜਾਂਦਾ ਹੰਕਾਰ ਨਾਲ। ਉਹ ਚਿੱਤਰ ਵਾਂਗੂ ਹੈ, ਉਹ ਜਿਵੇਂ ਫੋਟੋ ਬਣੀ ਹੋਈ ਹੈ, ਪੱਥਰ ਦੀ ਮੂਰਤੀ ਆ ਉਹ, ਉਹਨੂੰ ਕੋਈ ਨਹੀਂ ਫਰਕ ਪੈਂਦਾ ਹੈਗਾ ਕੌਣ ਆਇਆ ਕੌਣ ਨਹੀਂ ਆਇਆ। ਕਿਉਂ ਨਹੀਂ ਫਰਕ ਪੈਂਦਾ? ਉਹ ਤਾਂ ਪਰਮੇਸ਼ਰ ਦੀ ਖੇਡ ਸਮਝਦਾ ਇਹਨੂੰ, ਵੀ ਤੈਨੂੰ ਤਾਂ ਮੂਹਰੇ ਕੀਤਾ ਹੋਇਆ ਹੈ ਬਈ, ਆਪਣੇ ਮਨ 'ਚ ਸਮਝਦਾ। ਉਹ ਇਹਨਾਂ ਦੇ ਮਨ 'ਚ ਕੌਣ ਬੈਠਾ ਹੈ? ਉਹਨਾਂ ਦੇ ਮਨ 'ਚ ਤਾਂ ਤੂੰ ਬੈਠਾ। ਮੈਂ ਤਾਂ ਆਪਣੇ ਧੱਕੇ ਸੀ, ਮਤਲਬ ਮੈਂ ਦੂਜਿਆਂ ਦੇ ਮਨ 'ਚ ਬੈਠਾ, ਦੂਜਿਆਂ ਦਾ ਪ੍ਰਭਾਵ ਮੈਂ ਨਹੀਂ ਪਾ ਸਕਦਾ। ਉੱਥੇ ਕੌਣ ਪਾਊਗਾ? ਉਹ ਸਮਝਦਾ ਇਸ ਗੱਲ ਨੂੰ। ਉਹ ਚਾਬੀ ਕਿੱਥੋਂ ਚੱਲਦੀ ਉਹ ਸਮਝਦਾ ਇਸ ਗੱਲ ਨੂੰ। ਆਹੋ ਇਸ ਕਰਕੇ ਉਹ ਨਹੀਂ ਧਿਆਨ ਦਿੰਦਾ। ਉਹ ਤਾਂ ਇਹ ਕਹਿੰਦਾ ਵੀ ਮੂਹਰੇ ਮੈਨੂੰ ਕੀਤਾ ਹੋਇਆ। ਜੇ ਬੁਰਾਈ ਦੇ ਮੂਹਰੇ ਸਾਨੂੰ ਕੀਤਾ ਹੈ, ਭਲਾਈ ਦੇ ਮੂਹਰੇ ਵੀ ਕਰ ਦਿੰਦਾ ਹੁੰਦਾ। ਆਪਣੇ ਜੁਮੇ ਨਹੀਂ ਲੈਂਦਾ ਪਰਮੇਸ਼ਰ। ਜੇ ਬੁਰਾਈ ਦੇ ਮੂਹਰੇ ਸਾਨੂੰ ਕਰਦਾ, ਜੇ ਆਪਸ ਜਸ ਦੇ ਮੂਹਰੇ ਸਾਨੂੰ ਕਰਦਾ ਤਾਂ ਜੇ ਜਸ ਹੁੰਦਾ, ਜਦ ਵੀ ਉਹ ਸਾਨੂੰ ਇਹ ਕਰਦਾ। ਉਹ ਤਾਂ ਜਿਹਦਾ ਜਸ ਕਰਦਾ ਉਹ ਕਹਿੰਦਾ ਮੇਰਾ ਨਾ ਕਰੋ, ਗਾਹਾਂ ਵਾਲੇ ਦਾ ਕਰੋ। ਉਹ ਤਾਂ ਉਹ ਕਹਿੰਦਾ ਮੇਰੇ ਕੱਪੜੇ ਕਾਹਦੇ ਪਾੜਦੇ। ਉਹ ਤਾਂ ਜਿਹਨੇ ਉਹ ਲੰਗਾ ਸੀ, ਭਾਈ ਲੰਗਾ, ਉਹਦਾ ਆਪਣਾ ਮੁਸਲਮਾਨ ਫਕੀਰ ਸੀ, ਸੁੱਖਾ ਪੰਗ ਰਗੜਦਾ ਹੁੰਦਾ ਸੀ, ਜਿਹਦੇ ਕੋਲ ਲੰਗਾ ਬਹਿ ਕੇ ਜਾਂਦਾ ਸੀ। ਗੁਰੂ ਅਮਰਦਾਸ ਦੇ ਲੈ ਕੇ ਆਉਂਦਾ ਲੰਗਰ ਦੇ ਵਿੱਚ ਦਹੀਂ, ਉਹਦੀ ਲੱਤ ਸੀ ਨਾ ਲੰਗੀ। ਉਹ ਮੁੰਡੇ ਕਹਿੰਦੇ ਤੇਰੀ ਲੱਤ ਕਿਉਂ ਨਹੀਂ ਠੀਕ ਹੁੰਦੀ, ਤੂੰ ਤਾਂ ਗੁਰੂ ਕੋ ਜਾਂਦਾ, ਐਡਾ ਕਰਾਮਾਤ ਵਾਲਾ ਹੈ ਉਹ ਹੈ। ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਮੇਰੀ ਲੱਤ, ਮੈਨੂੰ ਕਦੇ ਮਹਿਸੂਸ ਨਹੀਂ ਹੋਇਆ। ਟੀਚਰਾਂ ਮਖੌਲ ਕਰਦੇ ਸੀ। ਉਹ ਗੁਰੂ ਅਮਰਦਾਸ ਨੇ ਪੁੱਛ ਲਿਆ ਵੀ ਤੂੰ ਅੱਜ ਲੇਟ ਕਿਉਂ ਹੋ ਗਿਆ? ਲੇਟ ਹੋ ਗਿਆ ਸੀ। ਉਹ ਫਿਰ ਦੱਸਿਆ ਨਹੀਂ, ਉਹ ਲੁਕਾਉਂਦਾ ਸੀ। ਆਖਰ ਉਹਨਾਂ ਨੇ ਪੁੱਛੇ ਲਿਆ, ਉਹਨੇ ਦੱਸਤਾ ਵੀ ਐਂ ਕਹਿੰਦੇ ਸੀ। ਉਹ ਕਹਿੰਦਾ ਐਵੇਂ ਬਕਵਾਸ ਕਰਦੇ ਸੀ ਨਿਆਣੇ, ਉਹ ਛੱਡੋ ਪਰੇ ਕੀ ਹੈ ਉਹਦਾ। ਇਹ ਜੋ ਲੋਕ ਤਾਂ ਇਹੋ ਜਿਹੀਆਂ ਕਰਾਮਾਤਾਂ ਹੀ ਜਾਣਦੇ ਨੇ, ਇਹਨਾਂ ਨੂੰ ਕੀ ਪਤਾ। ਉਹ ਦੱਸ ਬੈਠਿਆ। ਜਾਂਦੇ ਨੂੰ ਕਹਿੰਦੇ ਵੀ ਉਹ ਜਿਹੜਾ ਫਕੀਰ ਆ ਨਾ ਰਾਹ ਦੇ ਵਿੱਚ ਮੁਸਲਮਾਨ, ਉਹਨੇ ਨਹੀਂ ਸੀ ਕਿਹਾ, ਚੌਧਰੀ ਨੇ ਪਰੇ ਕਿਹਾ ਸੀ। ਚੌਧਰੀ ਕੋਈ ਨਿਆਣੇ ਬੈਠੇ ਸੀ ਵੀ ਉਹਨੂੰ ਕਹਿੰਦੇ ਵੀ ਮੇਰੀ ਲੱਤ ਠੀਕ ਕਰ ਦਿਓ, ਕਰ ਦੂਗਾ। ਸੀ ਫਕੀਰ ਸੰਤੋਖ ਵਾਲਾ, ਗੁਰੂ ਘਰ ਨਾਲ ਅੰਦਰੋਂ ਰਲਿਆ ਸੀ ਗੱਲਬਾਤ। ਰੋਜ਼ ਸੁਣ ਕੇ ਬਹਿ ਕੇ ਉਹਦੀਆਂ ਗੁਰੂ ਘਰ ਦੀਆਂ ਗੱਲਾਂ ਸੁਣਦਾ ਸੀ ਭਾਈ ਲੰਗਾ ਤੋਂ। ਉਹ ਵਾਪਸ ਆਉਂਦੇ ਹੋਏ ਨੂੰ ਬਹਿ ਗਿਆ। ਕਹਿੰਦਾ ਬੈਠਣ ਤੇ ਪਹਿਲਾਂ ਹੀ ਕਹਿਦੀ, ਪਰ ਇਹ ਗੱਲ ਜਾਣਦੇ ਹੀ ਪਹਿਲਾਂ ਇਹ ਗੱਲ ਕਰਦੀ ਹੈ, ਮੇਰਾ ਸੁਨੇਹਾ ਦੇ ਦੀ, ਤੂੰ ਨਾ ਕਹੀ ਵੀ ਆਹ ਕਿਹਾ ਤੈਨੂੰ ਸੁਨੇਹਾ ਦਿੱਤਾ। ਉਹ ਰਗੜਦਾ ਸੀ, ਕਿ ਬਹਿ ਜਾ। ਕਹਿੰਦਾ ਭਾਈ ਬਹਿਦਾ ਮੈਂ, ਪਿੱਛੋਂ ਮੈਨੂੰ ਹੁਕਮ ਨਹੀਂ, ਇੱਕ ਸੁਨੇਹਾ ਲੈ ਕੇ ਆਇਆ ਤੇਰਾ। ਕੀ ਆਖਿਆ? ਗੁਰੂ ਸਾਹਿਬ ਨੇ ਕਿਹਾ ਆਹ ਗੱਲ ਐਂ ਹੋ ਗਈ ਸੀ ਸਵੇਰੇ। ਉਹ ਕਹਿੰਦੇ ਨੇ ਵੀ ਉਹ ਲੱਤ ਠੀਕ ਕਰ ਦੂ, ਉਹਨੂੰ ਮੇਰਾ ਸੁਨੇਹਾ ਦੇ ਦੀ। ਮੈਂ ਤਾਂ ਕਿਹਾ ਨਹੀਂ, ਮੈਨੂੰ ਤਾਂ ਲੋੜ ਨਹੀਂ ਲੱਤ ਦੀ। ਉਹ ਕਹਿੰਦੇ ਉਹ ਠੀਕ ਕਰ ਦੂ।
ਉਹਨੇ ਕਹਾ ਮੈਨੂੰ ਮਖੌਲ ਕਰਦਾ। ਐ ਤਾਂ ਇਹਨੇ ਕਦੇ ਕਿਹਾ ਨਹੀਂ। ਉਹ ਕਹਿੰਦਾ ਲੱਤ ਮੈਂ ਦੇ ਤਾਂ ਸਕਦਾ, ਤੂੰ ਹੀ ਤੋੜ ਸਕਦਾ ਤੇਰੀ। ਉਹਨੇ ਡੰਡਾ ਜਿਹੜਾ ਸੀ ਨਾ ਕੀਤਾ ਨਾ ਉਹਨੂੰ ਸੱਚੀ, ਉਹਨੇ ਕਹਾ ਵੀ ਤਾਂ ਸੱਚੀ ਮਾਰੂ। ਉਹ ਮਟਕੀ ਸਿੱਟ ਕੇ ਭੱਜ ਲਿਆ। ਉਹਨੇ ਭਗਾਵਾਂ ਡੰਡਾ ਮਾਰਿਆ, ਡੰਡਾ ਤਾਂ ਉਹਦੇ ਲੱਗਿਆ ਨਹੀਂ, ਲੱਤ ਠੀਕ ਹੋ ਗਈ। ਉਹ ਕਹਿੰਦਾ ਆ ਜਾ ਆ ਜਾ ਮੁੜਿਆ। ਮੈਂ ਸਮਝ ਗਿਆ ਲੱਤਾਂ ਦਾ ਗੋਹੇਵਾਲ ਆਪ ਦਿੰਦਾ ਬੈਠਾ, ਬਦਨਾਮ ਮੈਨੂੰ ਕਰਦਾ। ਆ ਜਾ ਮੁੜਿਆ, ਕੁਛ ਨਹੀਂ ਗੱਲ। ਮੈਂ ਵੀ ਸਮਝ ਗਿਆ। ਮੈਂ ਤਾਂ ਸਮਝਿਆ ਤੂੰ ਟੀਚਰ ਕਰਦਾ, ਪਰ ਉਹ ਦੋਹਾਂ ਨੂੰ ਬੇਵਕੂਫ ਬਣਾ ਗਿਆ। ਉਹ ਦੋਹਾਂ ਨੂੰ ਬਣਾ ਗਿਆ। ਤੂੰ ਤਾਂ ਨਹੀਂ ਬਣਿਆ, ਮੈਂ ਬਣ ਗਿਆ ਜ਼ਰੂਰ। ਉਹ ਲੱਤਾਂ ਮੇਤੋਂ ਦਵਾਈ ਆ, ਆਪ ਦਿੱਤੀ ਨਹੀਂ, ਆਪ ਨਹੀਂ ਦਿੱਤੀ। ਉਹ ਆਪ ਨਹੀਂ ਬਦਨਾਮ ਹੁੰਦਾ, ਆਪ ਜਸ ਵੀ ਨਹੀਂ ਲੈਂਦਾ। ਜੇ ਬਦਨਾਮ ਨਹੀਂ ਹੁੰਦਾ, ਜਸ ਵੀ ਆਪ ਨਹੀਂ ਲੈਂਦਾ। ਇਹ ਜੀ ਗੱਲ ਹੈ। ਮਾੜਾ ਮੰਨਿਆ ਜਾਂਦਾ ਜਸ ਲੈਣ ਨੂੰ, ਜਾਂ ਸੰਕਾਰ ਵਧਾ ਦਿੰਦਾ, ਜੈਸਾ ਬਾਣ ਸੈਸਾ ਬਾਣ। ਖਤਰਾ ਹੈ ਤਾਂ ਅਤਰ ਛਤਰ ਨਿਰਪੱਤਰ ਕੋ ਤਜ ਲੋਕ ਲੈ ਸੰਨਿਆਸ। ਅਸੀਂ ਸਨਮਾਨਿਤ ਕਰਦੇ ਹਾਂ ਵੀ ਮੇਰੀ ਉੱਥੇ ਤੂੰ ਵਡਿਆਈ ਕਰੀ, ਸਟੇਜ ਤੇ ਖੜ ਕੇ ਵਡਿਆਈ ਕਰੀ ਮੇਰੀ। ਜੇ ਕਰ ਦੇਵੇ ਤਾਂ ਸਨਮਾਨਿਤ ਕਰਦੇ, ਉਹਨੂੰ ਧਿਆਨ 'ਚ ਰੱਖਦੇ ਵੀ ਮੈਨੂੰ ਆਹ ਮੇਰੀ ਵਡਿਆਈ ਕੀਤੀ, ਇਹਦਾ ਖਿਆਲ ਰੱਖਿਓ। ਆਪਣਾ ਆਦਮੀ ਹੈ, ਇੱਥੇ ਇਹ ਕੀਤਾ ਜਾਂਦਾ। ਜਿਹੜੇ ਸਿਆਣੇ ਬੰਦੇ ਨੇ ਚਾਪਨੂਸਾਂ ਤੇ ਚੌਕਸ ਰਹਿੰਦੇ ਨੇ, ਚਾਪ ਨੂੰ ਡੋਬ ਦਿੰਦੇ ਹੁੰਦੇ ਨੇ। ਹਾਂਜੀ। ਅਤਰ ਛਤਰ ਨਿਰਪੱਤਰ ਕੋ ਤਜ ਜੋਗ ਲੈ ਸੰਨਿਆਸ। ਅਤਰ ਅਤਰ ਛਤਰ ਨਿਰਪੱਤਰ ਅਤਰ ਅਸਤਰ, ਅਸਤਰ ਦੂਰੋਂ ਫੈਂਕਣ ਵਾਲੇ ਅਸਤਰ। ਉਹ ਕਹੇ ਜਿਹਨੇ ਮੰਤਰ, ਕਹਿੰਦੇ ਮੰਤਰ ਨਾ ਦੂਰੋਂ ਹੀ ਨੁਕਸਾਨ ਕਰ ਦੇਣਾ, ਕਹਿੰਦਾ ਦੂਰੋਂ ਹੀ ਫਾਇਦਾ ਕਰ ਦੇਣਾ। ਇਹ ਗੱਲਾਂ ਜਿਹੜੀਆਂ ਨੇ ਅਤਰ ਛਤਰ ਛਤਰ ਸਿਰ ਤੇ, ਨਿਰਪੱਤਰ ਕੋ ਤਜ ਨਿਰਪੱਤਰ ਕੋ ਤਜ। ਨਿਰਪ ਜਿਹੜਾ ਹੁੰਦਾ ਰਾਜ ਭਾਗ, ਰਾਜਗੱਦੀ, ਯਾਨੀ ਵਡਿਆਈ, ਸਾਰਾ ਕੁਛ ਛੱਡਿਆ। ਨਿਰਪੱਤਰ ਕੋਈ ਕਹਿ ਦੇਵੇ ਵੀ ਤੁਸੀਂ ਵਚਨ ਕਰ ਦਿਓ ਤੁਹਾਡਾ ਠੀਕ ਹੋ ਜਾਓ, ਕਹਿੰਦਾ ਬਿਲਕੁਲ ਗਲਤ ਹੈ। ਇਹ ਅਸਤਰ ਹੈ, ਅਤਰ ਹੈ। ਕੋਈ ਮੇਰੇ ਖਾਤਰ ਵਚਨ ਮੂੰਹੋਂ ਕੱਢ ਦੋ ਨਾ, ਇਹ ਅਸਤਰ ਹੈ, ਅਤਰ ਹੈ। ਹੱਥ ਨਾਲ ਕੋਈ ਦਿੱਤਾ ਨਹੀਂ ਹੈ। ਜਿਹੜਾ ਮੂੰਹ ਤੋਂ ਸ਼ਬਦ ਕੱਢਣਾ ਹੈ, ਇਹ ਅਸਤਰ ਹੈ। ਕਿਉਂਕਿ ਇੱਥੋਂ ਉੱਥੇ ਤੱਕ ਤੀਰ ਨਹੀਂ ਜਾਣਾ ਨਾ, ਹੱਥ ਨਾਲ ਨਹੀਂ ਮਾਰਿਆ। ਇਹ ਅਤਰ ਹੈ। ਹੱਥ ਨਾਲ ਕੋਈ ਦੇਤੀ ਚੀਜ਼ ਸ਼ਸਤਰ ਹੈ। ਨਿਰਪੱਤਰ ਕੋ ਤਜ ਜਿਹੜੇ ਹੱਥ ਨਾਲ ਫੜ ਕੇ ਚੀਜ਼ ਮਾਰਦੇ ਆ ਨਾ, ਉਹ ਸ਼ਸਤਰ ਹੈ। ਜਿਹੜਾ ਤੀਰ ਮਾਰਿਆ, ਗੋਲੀ ਮਾਰੀ ਹੈ, ਚੱਕਰ ਮਾਰਿਆ, ਉਹ ਅਸਤਰ ਹੈ। ਸ਼ਬਦ ਅਸਤਰ ਹੈ। ਸ਼ਬਦ ਨੂੰ ਨੇਜਾ ਵੀ ਗਿਆ। ਸ਼ਬਦ ਨੂੰ ਆ ਜਿਹੜਾ ਮੂੰਹ ਤੋਂ ਕੱਢਿਆ ਹੈ ਸ਼ਬਦ ਹੈ, ਇਹ ਨੇਜਾ ਹੈ। ਕਿਉਂ ਹਵਾ ਇਹਨਾਂ ਵਿੱਚ ਪਾਇਆ ਹੈ। ਜਿਹੜਾ ਉਹ ਸ਼ਬਦ ਹੈ ਆਉਂਦਾ ਸਿੱਧਾ, ਉਹ ਅਸਤਰ ਹੈ। ਆਕਾਸ਼ ਦੇ ਵਿੱਚ ਤਾਂ ਆਉਂਦਾ, ਪਰ ਪਿੱਛੇ ਹਵਾ ਦੀ ਫੋਰਸ ਨਹੀਂ। ਹਵਾ ਨੂੰ ਤਾਂ ਹਵਾ ਦਾ ਵਿਰੋਧ ਕਰਦੀ ਹੈ ਉਹਦਾ। ਜਿਹੜਾ ਸ਼ਬਦ ਗੁਰੂ ਹੈ ਨਾ, ਹਵਾ ਉਹਦਾ ਵਿਰੋਧ ਕਰਦੀ ਹੈ। ਹਵਾ ਨੂੰ ਤਾਂ ਹਵਾ ਦਾ ਬਿਜਲੀ ਆਉਂਦਾ। ਥੋੜਾ ਟ੍ਰੇਨ ਜਾਂਦੀ, ਆਪਾਂ ਜ਼ੋਰ ਨਾਲ ਜਾਂਦੇ ਹਾਂ, ਹਵਾ ਵਿਰੋਧ ਕਰਦੀ ਹੈ ਆਪਣਾ। ਉਹ ਆਕਾਸ਼ 'ਚ ਤਾਂ ਜ਼ਰੂਰ ਆਉਂਦੀ ਹੈ ਬਾਣੀ। ਆਕਾਸ਼ ਵਿਰੋਧ ਨਹੀਂ ਕਰਦਾ ਕਿਸੇ ਚੀਜ਼ ਦਾ, ਹਵਾ ਵਿਰੋਧ ਕਰਦੀ ਹੈ। ਇਹ ਹਵਾ ਦੀ ਬਾਣੀ ਹੈ ਜਿਹੜੀ, ਇਹ ਅਸਤਰ ਨਹੀਂ ਹੈ। ਅਤਰ ਛਤਰ ਚਾਹੇ ਅਸੀਂ ਇਹਨੂੰ ਅਸਤਰ ਮੰਨ ਲਈਏ, ਪਰ ਇਹ ਨਹੀਂ ਅਸਤਰ ਹੈ। ਤੁਰਕੀ ਬਾਣੀ ਅਸਤਰ ਹੈ। ਅਤਰ ਛਤਰ ਨਿਰਪੱਤਰ ਕੋ ਤਜ ਅਤਰ ਛਤਰ ਨਿਰਪੱਤਰ ਕੋ ਤਜ। ਨਿਰਪ ਹੁੰਦਾ ਰਾਜਾ, ਨਿਰਪੱਤਰ ਨਿਰਪਾਈ ਰਾਜਗੱਦੀ। ਪੱਤਰ ਪਾਤਰ ਹੁੰਦਾ ਰਾਜਗੱਦੀ। ਹਥਿਆਰ ਜਿਹੜੇ ਹੁੰਦੇ ਨੇ, ਧਨਸ, ਬਾਣ, ਤਲਵਾਰ, ਇਹਨੂੰ ਛੱਡ ਕੇ, ਰਾਜ ਭਾਗ ਛੱਡ ਕੇ। ਜੋਗ ਲੈ ਸੰਨਿਆਸ
ਲਾ ਕੇ ਰੱਖਤੇ ਕਿਲਿਆਂ ਤੇ ਜੋਗੀ ਹੋ ਗਏ ਸੰਨਿਆਸੀ। ਹਾਂ ਆਨ ਆਨ ਕਰੇ ਲਗੈ ਹਵੈ ਜਤਰ ਤਤਰ ਉਦਾਸ। ਹਾਂ ਬਾ ਜਤਰ ਤਤਰ ਉਦਾਸੀ, ਉਦਾਸ ਦੇ ਜਿਹੜੇ ਨੇ ਨਾ ਉਹ ਕਰਨ ਲੱਗ ਗਏ। ਆਸ ਤਿਆਗੜੀ, ਆਸ ਤਿਆਗਣ ਦੇ ਜਿਹੜੇ ਸਾਧਨ ਨੇ ਉਹ ਕਰਨ ਲੱਗ ਗਏ, ਆਸ ਤਿਆਗਣ ਦੇ ਯਤਨ ਕਰਨ ਲੱਗ ਗਏ। ਹਾਂ ਇੰਦਰ ਉਪ ਇੰਦਰ ਚੱਕੇ ਸਭੈ ਚਿਤ ਚੌਂਕਿਓ ਸਸੀ ਭਾਨ। ਇੰਦਰ ਉਪਿੰਦਰ, ਇੰਦਰ ਰਾਜਾ ਵੱਡਾ ਦੇਵਤਿਆਂ ਦਾ, ਛੋਟੇ ਜਿਹੜੇ ਸੀ ਇੰਦਰ ਰਾਜੇ ਸਾਰੇ ਹੈਰਾਨ ਹੋ ਗਏ, ਸਾਰੇ ਹੈਰਾਨ ਨੇ। ਚਿਤ ਚੌਂਕਿਓ ਸਸੀ ਭਾਨ। ਸਸੀ ਔਰ ਭਾਨ ਜਿਹੜੇ ਇਹਨਾਂ ਦੇ ਵੱਡੇ ਵੱਡੇ ਰਿਸ਼ੀ ਸੀਗੇ, ਜ਼ਿਆਦਾ ਵੱਡੇ ਰਿਸ਼ੀ ਸੀ। ਭਾਨ ਸੂਰਜ ਦੇ ਸਮਾਨ ਜਿਨ੍ਹਾਂ ਦਾ ਅਕਲ ਸੀ, ਇਹਨਾਂ ਦੀ ਬੰਦੀ ਹੋਈ ਦੇਵਤਿਆਂ ਦੀ। ਔਰ ਚੰਦਰਮਾ ਸਮਾਨ ਥੋੜੀ, ਚੰਦਰਵੰਸ਼ੀ ਔਰ ਸੂਰਜਵੰਸ਼ੀ ਸੀ ਜਿਹੜੇ, ਸਾਰੇ ਕਹਿੰਦੇ ਹੈਰਾਨ ਨੇ। ਚੰਦਰ ਜਿੰਨੀ ਅਕਲ ਵਾਲੇ, ਸੂਰਜ ਜਿੰਨੀ ਅਕਲ ਵਾਲੇ ਜਿਹੜੇ ਨੇ ਸਾਰੇ ਹੈਰਾਨ ਨੇ। ਲੈਣ ਦਤ ਛਨਾਏ ਆਜ ਨਿਰਪਤ ਮੋਰ ਮਹਾਨ। ਜਿੰਨੇ ਵੀ ਧਰਮ ਸੀ, ਇਹ ਰਿਸ਼ੀ ਮੁਨੀ ਸੀ, ਅਕਲ ਵਾਲੇ ਸੀ, ਗਿਆਨਵਾਨ ਸੀ, ਦੱਤ ਤੋਂ ਪਹਿਲਾਂ ਜੋ ਚੱਲ ਰਿਹਾ ਸੀ, ਸਾਰੇ ਬਿਨਾਂ ਕਿਸੇ ਉਪਦੇਸ਼ ਤੇ, ਬਿਨਾਂ ਕਿਸੇ ਗੱਲ ਤੇ, ਸਾਰੇ ਹੀ ਆ ਢੇਰੀ ਹੋ ਗਏ। ਲੈਣ ਦਤ ਛਨਾਏ ਆਜ। ਹਾਂ ਸਾਰਿਆਂ ਦਾ ਪ੍ਰਤਾਪ ਛੀਨ ਲਿਆ, ਸਾਰਿਆਂ ਦੀਆਂ ਕੁਰਸੀਆਂ ਡਾਊਨ ਕਰਤੀਆਂ, ਸਾਰਿਆਂ ਦੇ ਝੰਡੇ ਡਾਊਨ ਕਰਤੇ, ਝੁਕਾਤੇ। ਝੰਡੇ ਤੇ ਨਾ ਸਾਰਿਆਂ ਦੇ ਝੰਡੇ ਝੁਕਾਤੇ ਤਤ ਨੇ। ਰੀਜ ਰੀਜ ਰਹੇ ਜਹਾਂ ਤਹਾਂ ਸਰਬ ਵਿਓਮ ਵਿਮਾਨ। ਰੀਜ ਰੀਜ ਰਹੇ ਜਹਾਂ ਤਾਂ, ਸਾਰੇ ਜਿੱਥੇ ਕਿਤੇ ਬੈਠੇ ਨੇ, ਬੜੇ ਬੜੇ ਗੱਲਾਂ ਕਰਨ ਵਾਲੇ, ਬੜੇ ਬੜੇ ਅਕਲ ਦੇ ਮਾਲਕ, ਆਕਾਸ਼ 'ਚ ਉਡਾਰੀਆਂ ਮਾਰਨ ਵਾਲੇ, ਆਕਾਸ਼ ਦੀਆਂ ਗੱਲਾਂ ਕਰਨ ਵਾਲੇ, ਤਿੰਨੇ ਲੋਕ ਦੀਆਂ ਗੱਲਾਂ ਗਿਆਨ ਦੇਣ ਵਾਲੇ, ਆ ਜਿਹੜੇ ਜਿਵੇਂ ਸਾਧੂ ਸੰਤ ਕਰਦੇ ਨੇ। ਰੀਜ ਰੀਜ ਰਹੇ ਸਾਰੇ ਹੀ ਉਹ ਬੜੇ ਰੀਝ ਨਾਲ ਗੱਲਾਂ ਕਰਦੇ ਨੇ ਵੀ ਉਹ ਪੈਦਾ ਹੋ ਗਿਆ। ਰੀਝ ਨਾਲ ਸੁਣਦੇ ਨੇ ਵੀ ਜਦੋਂ ਵੀ ਕੋਈ ਵੱਡਾ ਪੈਦਾ ਹੁੰਦਾ ਹੈ, ਜਿਹੜੇ ਛੋਟੇ ਆਦਮੀ ਨੇ ਉਹਨਾਂ ਨੂੰ ਕੋਈ ਅੱਗੇ ਹੋਰ ਕੁਝ ਸਾਨੂੰ ਮਿਲ ਜੂ, ਉਹਨਾਂ ਨੂੰ ਫਾਇਦਾ ਹੀ ਹੁੰਦਾ, ਨੁਕਸਾਨ ਨਹੀਂ ਹੁੰਦਾ। ਸਾਰੇ ਚੰਗਾ ਮੰਨਦੇ ਨੇ, ਬੁਰਾ ਨਹੀਂ ਮੰਨਦੇ ਹੁੰਦੇ। ਬੁਰਾ ਕਿਸੇ ਹੱਦ ਤੱਕ ਮੰਨਦੇ ਨੇ। ਜਦੋਂ ਇਹੋ ਜਿਹੀ ਹਾਲਤ ਆ ਜਾਵੇ, ਦੁਨੀਆ ਹੀ ਢਹਿ ਹੋ ਜਾਵੇ, ਫਿਰ ਕੋਈ ਨਹੀਂ ਬੁਰਾ ਮੰਨਦਾ। ਸ਼੍ਰੀ ਦੇਖੋ ਗੁਰੂ ਨਾਨਕ ਨਾਲ ਚਰਚਾ ਕੀਤੀ, ਸਿੱਧਾ ਨੇ ਥੋੜਾ ਜਿਹਾ ਚਰ ਕੀਤੀ ਨਾ, ਜਾਂ ਢਹਿ ਹੋ ਗਏ, ਹਿੰਮਤ ਨਹੀਂ ਕਿਸੇ ਗੁਰੂ ਨਾਲ ਆ ਕੇ ਚਰਚਾ ਕਰ ਲੈਣ। ਬਾਅਦ 'ਚ ਪਹਿਲਾਂ ਤਾਂ ਭੁਲੇਖਾ ਸੀ ਨਾ, ਪਰ ਉਹ ਵੀ ਨਹੀਂ ਆਏ ਚਰਚਾ ਕਰਨ, ਖੁਦ ਵੀ ਨਹੀਂ ਆਏ। ਗੁਰੂ ਨਾਨਕ ਖੁਦ ਗਏ ਨੇ, ਉਹਦਾ ਟੇਢ ਦਿੰਦੇ ਤੇ ਚਰਚਾ ਕਰਨ ਤੋਂ। ਉਹਦਾ ਕਬੀਰ ਉਹਨਾਂ ਨੇ ਕਬੀਰ ਨਾਲ ਨਹੀਂ ਚਰਚਾ ਕੀਤੀ। ਭਗਤਾਂ ਨੇ ਹਮਲੇ ਕੀਤੇ ਨੇ ਸਾਰਿਆਂ ਤੇ, ਕੀ ਜੋਗੀ, ਕੀ ਪੰਡਿਤ, ਕੀ ਉਦਾਸੀ, ਕੀ ਸੰਨਿਆਸੀ, ਸਾਰਿਆਂ ਦੇ ਭਗਤਾਂ ਨੇ ਹਮਲੇ ਕੀਤੇ ਨੇ। ਦੁਆ ਨੇ ਤਾਂ ਕੋਈ ਨਹੀਂ ਕਿਸੇ ਨੇ ਕਿਹਾ, ਨਾ ਇਹਨਾਂ ਨੇ ਕਿਹਾ ਜੋ ਕੀਤਾ। ਹੋਰ ਤਾਂ ਕਿਸੇ ਨੇ ਕੁਝ ਨਹੀਂ ਕਿਹਾ, ਕੋਈ ਮੁਕਾਬਲਾ ਨਹੀਂ ਕੀਤਾ ਕਿਸੇ ਨੇ, ਕੋਈ ਗੱਲ ਨਹੀਂ ਹੋਈ। ਹਾਂ ਹੋਰ ਕੋਈ ਗੱਲਾਂ ਕਈ ਤਰੀਕੇ ਨਾਲ ਉਹਨਾਂ ਦੇ ਬੰਦੇ ਪਾੜ ਲੈਣੇ, ਸ੍ਰੀ ਚੰਦ ਪਾੜ ਲਿਆ, ਉਹ ਗੱਲਾਂ ਹੋਰ ਨੇ। ਹਾਂਜੀ ਜਾਣ ਜਾਣ ਸਕੈ ਪਰੇ ਗੁਰਦੇਵ ਦਤ ਮਹਾਨ। ਗੁਰਦੇਵ ਨੂੰ, ਗੁਰਦੇਵ ਵੱਡਾ ਗੁਰਦੇਵ ਮੰਨ ਕੇ ਦੱਤ ਨੂੰ, ਗੁਰਦੇਵ ਤਾਂ ਪਹਿਲਾਂ ਵੀ ਬਣਾਏ ਹੋਏ ਸੀ, ਜਿਹੜੇ ਪਹਿਲੇ ਬਣਾਏ ਸੀ ਉਹ ਛੱਡ ਕੇ ਸਾਰਿਆਂ ਨੂੰ ਵੱਡਾ ਗੁਰਦੇਵ ਮੰਨ ਲਿਆ। ਤੇ ਹੈ ਗੁਰਦੇਵ ਹੈ, ਗੁਰੂ ਫੇਰ ਵੀ ਨਹੀਂ ਬਣੇ, ਲਫ਼ਜ਼ ਗੁਰਦੇਵ ਹੀ ਆਊਗਾ। ਇਹੀ ਟੈਕਨੀਕ, ਇਹੀ ਗੱਲ ਹੈ, ਇਹੀ ਭਾਸ਼ਾ ਹੈ ਆਦਿ ਗੁਰੂ ਆਦਿ ਬਾਣੀ ਦੀ, ਇਹੀ ਭਾਸ਼ਾ ਦਸੂ ਦੀ ਬਾਣੀ ਸੀ। ਇਹ ਤਾਂ ਪਤਾ ਲੱਗਦਾ ਵੀ ਗੁਰਮੁਖੀ ਭਾਸ਼ਾ ਹੈ। ਮਨਮੁਖਾਂ ਦੀ ਭਾਸ਼ਾ ਦੇ ਵਿੱਚ ਗੁਰੂ ਹੈ ਆਦਮੀ। ਗੁਰਮੁਖੀ ਭਾਸ਼ਾ 'ਚ ਆਦਮੀ ਗੁਰੂ ਨਹੀਂ ਹੁੰਦਾ, ਕਦੇ ਵੀ ਹੋ ਨਹੀਂ ਸਕਦਾ। ਜੇ ਗੁਰੂ ਕਹੂਗਾ ਉਹ ਅਗਿਆਨੀ ਹੈ, ਗੁਰੂ ਸਦਾਏ ਅਗਿਆਨੀ ਹੁੰਦਾ। ਉਹਨੂੰ ਖੁਦ ਰਸਤੇ ਦਾ ਪਤਾ ਨਹੀਂ, ਰਸਤਾ ਉਹਨੇ ਕਿਹਨੂੰ ਦੱਸਣਾ। ਕਿਸੇ ਉਹ ਮਾਰਗ ਪਾਵਾ, ਮਾਰਗ ਉਹਨੇ ਸਵਾਹ ਪਾਉਣਾ, ਉਹ ਤਾਂ ਆਪ ਹੈ ਨਾ।
ਅੰਧਾ ਆਗੂ ਜੇ ਥੀਏ ਤਾਂ ਨਾ ਆਗੂ ਹਾਂਜੀ ਜਤਰ ਤਤਰ ਦਿਸ਼ਾ ਵਿਸਾ ਨਿਰਭਰਾਜ ਸਾਜ ਵਿਸਾਰ। ਹਾਂ ਜਿੱਥੇ ਕਿਤੇ ਵੀ ਰਾਜੇ ਸੀਗੇ ਸਾਰੇ ਰਾਜ ਕਰਨਾ ਹੀ ਭੁੱਲ ਗਏ। ਖਤਰਾ ਹੀ ਨਹੀਂ ਰਿਹਾ ਇੱਕ ਦੂਏ ਰਾਜੇ ਨੂੰ ਰਾਜੇ ਦਾ। ਰਾਜੇ ਨੂੰ ਰਾਜੇ ਦੇ ਜਿਹੜੇ ਖਤਰੇ ਸੀ ਨਾ ਉਹ ਆਪੇ ਹਟ ਗਏ। ਚੇਨ ਟੁੱਟ ਗਈ ਸਾਰੀ। ਰਾਜ ਸਾਜ ਉਹਨੇ ਕਿਹਾ ਵੀ ਜੇ ਮੈਂ ਰਾਜੇ ਨੂੰ ਦੂਏ ਨੂੰ ਜਿੱਤ ਵੀ ਲਿਆ, ਜੇ ਦੱਤ ਨੇ ਕਹਿਤਾ ਕੀ ਕੀਤਾ ਫਿਰ ਕਿਉਂ? ਉਹੀ ਭੈ ਭੀਤ ਹੋ ਗਏ ਸਾਰੇ ਹੀ। ਕਿ ਬਹੁਤ ਬੜੀ ਫੋਰਸ ਇੱਕ ਜਗ੍ਹਾ ਇਕੱਠੀ ਹੋ ਗਈ। ਕਿਸੇ ਨੂੰ ਕਹੇ ਤੋਂ ਖਤਰਾ ਹੀ ਨਹੀਂ ਵੀ ਮੇਰਾ ਰਾਜ ਦੂਆ ਖੋਲੂ ਜਾਂ ਦੱਬ ਲੂ। ਖਤਰਾ ਹੀ ਖਤਮ ਹੋ ਗਿਆ। ਆਨ ਆਨ ਸਭੋ ਗਏ ਪਗ ਦੱਤ ਦੇਵ ਉਦਾਰ। ਦੇਖੋ ਇੱਕ ਮਤ ਹੋਏ ਦਾ ਸਾਰੀ ਦੁਨੀਆ ਦੀ ਲੜਾਈ ਆਪੇ ਮੁੱਕ ਗਈ। ਅਜੋ ਇੱਕ ਮਤ ਦੱਤ ਨੇ ਜੋ ਕੁਝ ਨਹੀਂ ਕਿਹਾ। ਜੇ ਦੁਨੀਆ ਦਾ ਉਹ ਧਰਮ, ਜੇ ਦੁਨੀਆ ਉਸ ਧਰਮ ਨੂੰ ਅਪਣਾ ਲਵੇ ਜਿਹਦੇ ਵਿੱਚ ਕਪਟ ਹੈ ਨਹੀਂ, ਝੂਠ ਹੈ ਨਹੀਂ। ਚਲੋ ਝੂਠ ਹੈ ਜਿੱਥੇ ਕਪਟ ਹੈ ਨਹੀਂ, ਬਸ ਕੱਲਾ ਹੀ ਇੱਕ ਲਫ਼ਜ਼ ਰੱਖੋ, ਕਪਟ ਹੈ ਨਹੀਂ, ਤਾਂ ਕਿਸੇ ਨੂੰ ਕਿਸੇ ਤੋਂ ਖਤਰਾ ਹੀ ਹੈ ਨਹੀਂ। ਜਵਾਹਰ ਲਾਲ ਨੇ ਵੀ ਇਹ ਕਿਹਾ ਸੀ, ਪਰ ਕਪਟ ਦੀ ਗੱਲ ਨਹੀਂ ਕੀਤੀ। ਨਿਸ਼ਕਪਟ ਹੋਏ ਬਿਨਾਂ ਇਹ ਕੰਮ ਹੋ ਹੀ ਨਹੀਂ ਸਕਦਾ। ਕਹਿੰਦੇ ਫੌਜਾਂ ਨਾ ਰੱਖੋ, ਜਾਂ ਕਪਟ ਹੈ ਫੌਜਾਂ ਕਿਵੇਂ ਨਾ ਰੱਖੋ। ਉਹ ਪਹਿਲਾਂ ਕਪਟ ਛੱਡੋ, ਫੌਜਾਂ ਰਹਿਣ। ਫੌਜਾਂ ਦਾ ਖਤਰਾ ਨਹੀਂ, ਕਪਟ ਦਾ ਖਤਰਾ ਹੈ। ਖਤਰਾ ਫੌਜਾਂ ਤੋਂ ਨਹੀਂ ਹੈ, ਖਤਰਾ ਹਥਿਆਰਾਂ ਤੋਂ ਨਹੀਂ ਹੈ, ਖਤਰਾ ਕਪਟ ਤੋਂ ਹੈ। ਹਥਿਆਰ ਤਾਂ ਕੁਝ ਨਹੀਂ ਕਹਿੰਦੇ ਤੁਹਾਨੂੰ, ਜਾਂ ਮਰਜ਼ੀ ਨਸ਼ਟ ਕਰ ਦਿਓ, ਪਹਿਲਾਂ ਕਪਟ ਛੱਡ ਦਿਓ। ਅੰਦਰ ਕਪਟ ਹੈ, ਹਥਿਆਰ ਹੈ ਨਹੀਂ ਹੈ ਕੋਈ ਮੈਨੂੰ ਨਹੀਂ ਰੱਖਦੇ। ਫੌਜਾਂ ਕਿੰਨੀਆਂ ਨੇ ਕੋਈ ਮੈਨੂੰ ਨਹੀਂ ਰੱਖਦੀ। ਮੈਨੇ ਰੱਖਦਾ ਕਪਟ। ਜੇ ਕਪਟ ਹੈ ਨਹੀਂ ਤਾਂ ਫੌਜਾਂ ਸਾਰਿਆਂ ਦੀ ਕੋਈ ਨੇ, ਹਥਿਆਰ ਸਾਰਿਆਂ ਦੇ ਹੀ ਨੇ, ਜਿੰਨਾ ਪੈਸਾ ਸਾਰਿਆਂ ਦਾ ਹੀ ਹੈ। ਫਿਰ ਤਾਂ ਸਾਰੇ ਕੋਈ ਘਰ ਇੱਕੋ, ਦੋ ਘਰੇ ਨਹੀਂ ਹੈ। ਕਪਟ ਤਿਆਗੇ ਦੇ ਬਿਨਾ ਕੁਛ ਵੀ ਸੁਧਾਰ ਨਹੀਂ ਹੋ ਸਕਦਾ। ਇੱਕ ਕਪਟ ਹੈ ਦਿਲ ਦੇ ਵਿੱਚ, ਦੂਸਰੇ ਨੂੰ ਦੂਸਰੇ ਤੋਂ ਖਤਰਾ, ਦੂਸਰੇ ਨੂੰ ਦੂਸਰੇ ਤੋਂ ਖਤਰਾ। ਕਪਟ ਤਿਆਗਣਾ ਪਊ। ਜਿਸ ਕਪਟ ਤਾਂ ਧਰਮ ਚਾਹੀਦਾ। ਜਿਹੜੇ ਧਰਮ ਦੇ ਵਿੱਚ ਜਿੱਥੇ ਕਪਟ ਹੈ ਬੈਠ ਕੇ ਉਹ ਵਿਚਾਰ ਉਹ ਚੀਜ਼ ਛੱਡੀ ਜਾਓ। ਜਿੱਥੇ ਕਪਟ ਹੈ ਉਹ ਛੱਡ ਦਿਓ। ਜਿੱਥੇ ਕਪਟ, ਇੱਕੋ ਹੀ ਧਰਮ ਹੋ ਜੂ ਸਾਰਿਆਂ ਦਾ। ਉਹ ਹੋਊਗਾ ਸੱਚ ਧਰਮ। ਸੱਚ ਨਿਸ਼ਕਪਟ ਹੋ ਸਕਦਾ। ਜਿੱਥੇ ਝੂਠ ਆ ਗਿਆ ਉੱਥੇ ਕਪਟ ਆਏ ਗਿਆ।